ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧੰਨ ਧੰਨ ਰਵਿਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦਿਆਂ ਆਪਾਂ ਤਕਰੀਬਨ 30 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਅੱਜ ਦਾ ਜਿਹੜਾ ਪਾਵਨ ਸ਼ਬਦ ਹੈ ਉਹ ਵੀ ਰਵਿਦਾਸ ਮਹਾਰਾਜ ਜੀ ਨੇ ਗੁਰਮੁਖ ਪਿਆਰਿਆਂ ਦੀ ਜਿੱਥੇ ਉਸਤਤੀ ਛੱਡ ਕਰਕੇ ਕਈ ਲੋਕ ਐਸੇ ਹਨ ਉਹਨਾਂ ਦੀ ਨਿੰਦਿਆ ਕਰਦੇ ਹਨ, ਉਹਨਾਂ ਦਾ ਅਪਜਸ ਕਰਦੇ ਹਨ, ਉਹਨਾਂ ਦਾ ਵਿਰੋਧ ਕਰਨ ਵਿੱਚ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਕਿ ਇਹ ਸੰਤ ਨਹੀਂ, ਇਹ ਪਖੰਡੀ ਹੈ। ਪਖੰਡੀ ਨੂੰ ਉਹਨਾਂ ਨੇ ਜੈ ਜੈਕਾਰ ਕਰਨੀ ਹੈ ਤੇ ਜਿਹੜਾ ਪੂਰਨ ਤੌਰ ਤੇ ਭਗਤੀ ਵਿੱਚ ਜੁੜਿਆ ਉਹਨੂੰ ਗਲਤ ਕਹਿਣਾ। ਕੰਡੇ ਨੂੰ ਕੰਡਾ ਕਹਿਣਾ ਬਹੁਤ ਕੋਈ ਮਾੜੀ ਗੱਲ ਨਹੀਂ, ਕੰਡੇ ਨੂੰ ਕੰਡਾ ਕਹਿ ਦੇਣਾ ਠੀਕ ਹੈ, ਪਰ ਜੇ ਗੁਲਾਬ ਦੇ ਫੁੱਲ ਨੂੰ ਵੀ ਕਹਿਣਾ ਇਹ ਕੰਡਿਆਂ ਦੇ ਵਿੱਚ ਪੈਦਾ ਹੋਇਆ, ਇਹ ਤਾਂ ਕੰਡਿਆਂ ਦੇ ਨਾਲ ਜੁੜਿਆ ਰਹਿੰਦਾ, ਇਹਦੇ ਵਿੱਚ ਕੰਡੇ ਬਹੁਤ ਹਨ, ਉਹਦੀ ਗਲਤ ਸੋਚ ਹੈ। ਫੁੱਲ ਨੂੰ ਫੁੱਲ ਕਹਿਣਾ ਤੇ ਕੰਡੇ ਨੂੰ ਕੰਡਾ ਕਹਿਣਾ ਇਹ ਚੰਗੇ ਸੂਝਵਾਨ ਦੀ ਨਿਸ਼ਾਨੀ ਹੈ। ਮਾੜੇ ਨੂੰ ਮਾੜਾ ਕਹਿ ਦੇਣਾ ਤਾਂ ਕੋਈ ਮਾੜੀ ਗੱਲ ਨਹੀਂ, ਪਰ ਚੰਗੇ ਨੂੰ ਵੀ ਮਾੜਾ ਕਹਿਣਾ, ਉਹਦੀ ਨਿੰਦਿਆ ਕਰਨੀ ਬਹੁਤ ਹੀ ਗਲਤ ਕਰਮ ਹੈ। ਇਹ ਬਹੁਤ ਸਾਨੂੰ ਥੱਲੇ ਤੱਕ ਲੈ ਜਾਂਦਾ ਹੈ, ਢੈਂਦੀ ਕਲਾ ਵਿੱਚ ਲੈ ਜਾਂਦਾ ਹੈ। ਰਵਿਦਾਸ ਮਹਾਰਾਜ ਜੀ ਉਹਨਾਂ ਲੋਕਾਂ ਦੀ ਗੱਲ ਕਰਦੇ ਹਨ ਜਿਹੜੇ ਲੋਕ ਬਹੁਤ ਦਾਨ ਪੁੰਨ ਕਰਦੇ, ਬੜੇ ਤੀਰਥਾਂ ਦਾ ਇਸ਼ਨਾਨ ਕਰਦੇ, ਬੜੇ ਸ਼ੁਭ ਕਰਮ ਕਰਦੇ ਹਨ, ਪਰ ਫਿਰ ਗੁਰਮੁਖ ਪਿਆਰਿਆਂ ਦੀ, ਸੰਤਾਂ ਦੀ, ਭਗਤਾਂ ਦੀ ਨਿੰਦਿਆ ਕਰਦੇ। ਤੇ ਉਹਨਾਂ ਵਾਸਤੇ ਕੀ ਹੋਵੇਗਾ? ਹੁਣ ਰਵਿਦਾਸ ਮਹਾਰਾਜ ਗੌਂਡ ਰਾਗ ਦੇ ਵਿੱਚ ਜਿਹੜਾ ਦੂਜਾ ਸ਼ਬਦ ਹੈ, ਦੂਸਰੇ ਸ਼ਬਦ ਵਿੱਚ ਰਵਿਦਾਸ ਮਹਾਰਾਜ 875 ਅੰਗ ਤੇ ਸ਼ਬਦ ਸੁਭਾਇਮਾਨ ਹੈ। ਅਖੀਰਲਾ ਸ਼ਬਦ ਗੌਂਡ ਰਾਗ ਦਾ ਗੌਂਡ ਜੇ ਉਹ 68 ਤੀਰਥ ਨਹਾਵੇ, ਉਹ ਦਾ ਅਰਥ ਹੁੰਦਾ ਉਹ ਕੌਣ? ਨਿੰਦਿਆ ਕਰਨ ਵਾਲਾ, ਜਿਹੜਾ ਸਾਹਮਣੇ ਨਹੀਂ ਬੈਠਾ ਜਾਂ ਕਿਤੇ ਦੂਰ ਬੈਠਾ ਅੱਖਾਂ ਤੋਂ ਓਹਲੇ ਹੋ ਕਰਕੇ ਜਿਹੜਾ ਪਿੱਠ ਪਿੱਛੇ ਨਿੰਦਿਆ ਕਰਦਾ, ਉਹਦੀ ਗੱਲ ਕਰਦੇ ਹਨ। ਉਹ ਜੇ ਉਹ 68 ਤੀਰਥ ਨਹਾਵੇ, ਜੇ ਉਹ 68 ਤੀਰਥਾਂ ਦਾ ਇਸ਼ਨਾਨ ਵੀ ਕਰ ਲਵੇ, ਤੀਰਥਾਂ ਦੇ ਰਟਨ ਕਰਨ ਵਾਲਾ, ਤੀਰਥਾਂ ਦੇ ਜਾ ਕੇ ਦਾਨ ਪੁੰਨ ਕਰਨ ਵਾਲਾ ਵੀ ਹੋਵੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਦੁਆਦਸ ਦਾ ਅਰਥ ਹੁੰਦਾ 12, ਦੁਆ ਦਾ ਅਰਥ ਹੁੰਦਾ 2, 10 ਦਾ ਅਰਥ ਹੁੰਦਾ 10। ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਬਹੁਤ ਵੱਡੇ ਵੱਡੇ ਮੰਦਿਰ ਹਨ, ਜਿਵੇਂ ਬਦਰੀਨਾਥ, ਕੇਦਾਰਨਾਥ, ਫਿਰ ਜਗਨਨਾਥਪੁਰੀ ਹੈ, ਤੇ ਫਿਰ ਰਾਮੇਸ਼ਵਰ ਹੈ ਸ਼੍ਰੀਲੰਕਾ ਦੇ ਕੋਲ, ਫਿਰ ਦਵਾਰਕਾ ਜੀ ਹੈ। ਕਈ ਤਰ੍ਹਾਂ ਦੇ ਧਾਰਮਿਕ ਉਹਨਾਂ ਦੇ ਸਥਾਨ ਹਨ, ਉਹਨਾਂ ਤੇ ਜਾ ਕੇ ਪੂਜਾ ਕਰਨ ਦੀ ਬੜੀ ਮਹਾਨਤਾ। ਜਿਹੜੇ ਕਰਦੇ ਹਨ, ਭਗਤੀ ਕਰਦੇ, ਉਹਨਾਂ ਨੂੰ ਮੁਬਾਰਕ ਹੈ। ਜਿਹੜੇ ਆਪਣੇ ਭਗਵਾਨ ਦੀ ਪੂਜਾ ਕਰਦੇ ਉਹਨਾਂ ਨੂੰ ਸ਼ਾਬਾਸ਼ ਹੈ, ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਵੀ ਇਹੀ ਹੈ ਕਿ ਹਿੰਦੂ ਆਪਣੇ ਧਰਮ ਵਿੱਚ ਪਰਪੱਕ ਰਵੇ, ਮੁਸਲਮਾਨ ਆਪਣੇ ਧਰਮ ਵਿੱਚ ਪਰਪੱਕ ਰਵੇ, ਸਿੱਖ ਆਪਣੇ ਧਰਮ ਵਿੱਚ ਪਰਪੱਕ ਰਵੇ, ਤੇ ਦੂਜੇ ਦੇ ਉੱਪਰ ਕਿਸੇ ਦੇ ਧਰਮ ਦੀ ਨਿੰਦਿਆ ਨਾ ਕਰੇ, ਤੇ ਆਪਣੇ ਧਰਮ ਦੀ ਰੱਜ ਕੇ ਉਹ ਪੂਜਾ ਕਰੇ, ਆਪਣੇ ਧਰਮ ਦਾ ਰੱਜ ਕੇ ਸਤਿਕਾਰ ਕਰੇ, ਦੂਜਿਆਂ ਦਾ ਵੀ ਸਤਿਕਾਰ ਕਰੇ। 12 ਸਿਲਾ ਪੁਜਾਵੇ, ਧਾਰਮਿਕ ਅਸਥਾਨਾਂ ਤੇ ਉਹਨਾਂ ਦੀ ਮੂਰਤੀਆਂ ਬਣੀਆਂ ਪੱਥਰ ਦੀਆਂ, ਉਹਨਾਂ ਦੀ ਪੂਜਾ ਕਰਦਾ ਹੋਵੇ, ਥਾਂ ਥਾਂ ਤੇ ਸ਼ਿਵਲਿੰਗ ਦੀਆਂ ਪੂਜਾ ਵੀ ਕਰਦਾ ਹੋਵੇ, ਜਿੱਥੇ ਵੀ ਉਹ ਜਾਂਦਾ ਹੈ ਹਰੇਕ ਮੰਦਿਰ ਵਿੱਚ ਪੂਜਾ ਕਰਦਾ ਹੈ। ਚੰਗੀ ਗੱਲ ਹੈ ਪੂਜਾ ਕਰਨੀ। ਜੇ ਉਹ ਦੁਆਦਸ ਸਿਲਾ ਪੁਜਾਵੇ, ਫਿਰ ਕਹਿੰਦੇ ਹਨ ਰਵਿਦਾਸ ਮਹਾਰਾਜ, ਜੇ ਉਹ ਕੂਪ ਤੱਟਾਂ ਦੇ ਵਾਵੇ, ਤੱਟ ਦਾ ਅਰਥ ਹੁੰਦਾ ਤਲਾਬ, ਕੂਪ ਦਾ ਅਰਥ ਹੁੰਦਾ ਖੂਹ। ਜੇ ਲੋਕਾਂ ਦੇ ਭਲੇ ਵਾਸਤੇ ਖੂਹ ਵੀ ਲਵਾ ਕੇ ਦੇਵੇ, ਤਰ੍ਹਾਂ ਤਰ੍ਹਾਂ ਦੇ ਉਹ ਸਰੋਵਰ ਬਣਾ ਕੇ ਦੇਵੇ, ਤਲਾਬ ਬਣਾ ਕੇ ਦੇਵੇ, ਚੰਗੀ ਗੱਲ ਹੈ। ਖੂਹ ਲਾਣੇ ਚਾਹੀਦੇ ਹਨ। ਗੁਰੂ ਸਾਹਿਬ ਆਪ ਖੂਹ ਲਾਉਂਦੇ ਰਹੇ, ਤਲਾਬ ਬਣਾਉਂਦੇ ਰਹੇ, ਸਰੋਵਰ ਬਣਾਉਂਦੇ ਰਹੇ। ਇਹ ਉਹਨਾਂ ਦੀ ਗੱਲ ਕਰਦੇ ਜਿਹੜੇ ਦੁਨੀਆ ਦੇ ਉੱਪਰ ਚੰਗਾ ਆਪਣੇ ਆਪ ਨੂੰ ਦਿਖਾਉਣ ਵਾਸਤੇ ਇਹੋ ਜਿਹੇ ਕਰਮ ਕਰਦੇ ਨੇ। ਫੇਰ ਕੀ ਕਰਦੇ? ਕਰੈ ਨਿੰਦ ਸਭ ਬਿਰਥਾ ਜਾਵੇ, ਜੇ ਆਪਣੀ ਰਸਨਾ ਦੇ ਨਾਲ ਕਿਸੇ ਸਾਧੂ ਦੀ, ਕਿਸੇ ਭਗਤ ਦੀ ਨਿੰਦਿਆ ਕਰਦਾ, ਆਪਣੇ ਆਪ ਦੀ ਸ਼ੋਭਾ ਕਰਾਉਂਦਾ, ਦੂਜਿਆਂ ਦੀ ਨਿੰਦਿਆ ਕਰਦਾ, ਕਹਿੰਦੇ ਇਹ ਕੀਤੇ ਹੋਏ ਕਰਮ ਉਹਦੇ ਸਭ ਵਿਅਰਥ ਹਨ, ਕੋਈ ਫਾਇਦਾ ਨਹੀਂ ਇਹਦਾ। ਦਰਗਾਹ ਦੇ ਵਿੱਚ ਇਹਦਾ ਕੋਈ ਵੀ ਮਹੱਤਵ ਨਹੀਂ, ਇਸ ਲੋਕ ਦੇ ਵਿੱਚ ਕੋਈ ਉਹਦਾ ਫਾਇਦਾ ਨਹੀਂ ਇਹ ਕਰਮ ਕਰਨ ਦਾ। ਕਿਹੜੇ ਕਰਮ ਕਰਨ ਦਾ? ਜੇ ਉਹ 68 ਤੀਰਥ ਨਾ ਆਵੇ, 68 ਤੀਰਥਾਂ ਦੇ ਇਸ਼ਨਾਨ ਕਰਦਾ ਹੋਵੇ, ਕਈ ਵੱਡੇ ਵੱਡੇ ਮੰਦਿਰਾਂ ਵਿੱਚ ਜਾ ਕੇ ਪੂਜਾ ਕਰਦਾ ਹੋਵੇ,
ਜੇ ਉਹ ਖੂਹ ਬਣਾ ਕੇ ਦੇਵੇ, ਤਲਾਬ ਬਣਾ ਕੇ ਦੇਵੇ, ਸਰੋਵਰ ਬਣਾ ਕੇ ਦੇਵੇ, ਜੇ ਆਪਣੀ ਮੂੰਹ ਦੇ ਨਾਲ ਨਿੰਦਿਆ ਕਰਦਾ ਸਾਧੂਆਂ ਦੀ, ਭਗਤਾਂ ਦੀ, ਤੇ ਮਹਾਰਾਜ ਕਹਿੰਦੇ ਕੋਈ ਵੀ ਇਹਦਾ ਅਰਥ ਨਹੀਂ ਹੈ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ, ਇਹਦੀ ਕੋਈ ਵਿਕਤ ਨਹੀਂ ਹੈ, ਵਿਅਰਥ ਕੰਮ ਹੈ, ਕਰਮ ਕਾਂਡ ਕਰਦਾ, ਪਖੰਡ ਕਰਦਾ ਪਿਆ। ਸਾਧ ਕਾ ਨਿੰਦਕ ਕੈਸੇ ਤਰੈ, ਧੰਨ ਧੰਨ ਰਵਿਦਾਸ ਮਹਾਰਾਜ ਕਹਿੰਦੇ ਸਾਧੂ ਦੀ ਨਿੰਦਿਆ ਕਰਨ ਵਾਲਾ ਕਿਵੇਂ ਧਰ ਸਕਦਾ ਭਾਈ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਜਿਹੜੀ 13ਵੀਂ ਅਸ਼ਟਪਦੀ ਉਚਾਰਨ ਕੀਤੀ ਹੈ, ਉਹਦੇ ਵਿੱਚ ਸਾਰੀ ਇਹਦੀ ਵਿਆਖਿਆ ਕੀਤੀ। ਸਾਧੂ ਦੀ ਨਿੰਦਿਆ ਕਰਨ ਵਾਲਾ, ਸੰਤ ਦੀ ਨਿੰਦਿਆ ਕਰਨ ਵਾਲਾ ਕਿੱਥੇ ਕਿੱਥੇ ਉਹਦਾ ਬੁਰਾ ਹਾਲ ਹੁੰਦਾ ਹੈ, ਕਿੱਥੇ ਕਿੱਥੇ ਉਹਦੀ ਖੁਆਰੀ ਹੁੰਦੀ ਹੈ, ਕਿਵੇਂ ਉਹਦਾ ਜੀਵਨ ਬਸ਼ਰ ਹੁੰਦਾ ਹੈ, ਰੋਂਦਿਆਂ ਪਿੱਟਦਿਆਂ ਦੁਖੀ ਹੁੰਦਾ ਹੋਇਆ। ਸਾਧ ਕਾ ਨਿੰਦਕ ਕੈਸੇ ਤਰੈ, ਭਾਈ ਦੱਸੋ ਭਲਾ ਸਾਧੂ ਦੀ ਨਿੰਦਿਆ ਕਰਨ ਵਾਲਾ ਜਿਹੜਾ ਨਿੰਦਕ ਹੈ ਉਹਦਾ ਪਾਰ ਉਤਾਰਾ ਹੋ ਸਕਦਾ, ਕਿਵੇਂ ਪਾਰ ਲੰਘ ਸਕਦਾ ਹੈ? ਹੋ ਹੀ ਨਹੀਂ ਸਕਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਾਰ ਉਤਾਰਾ ਉਹਦਾ ਹੋ ਜਾਵੇਗਾ, ਹੋ ਹੀ ਨਹੀਂ ਸਕਦਾ। ਜਿਹੜਾ ਆਪਣੇ ਮੁਖ ਤੋਂ ਨਿੰਦਿਆ ਕਰਦਾ ਹੈ, ਕਿਸੇ ਦੀ ਵੀ ਨਿੰਦਿਆ ਕਰਦਾ ਹੈ, ਸਰਪਰ ਜਾਨੋ ਨਰਕ ਹੀ ਪਰੈ, ਸਰਪਰ ਦਾ ਅਰਥ ਹੈ ਜ਼ਰੂਰ, ਜਿਹੜਾ ਆਪਣੇ ਮੁਖ ਤੋਂ ਨਿੰਦਿਆ ਕਰਦਾ ਹੈ ਉਹਦੀ ਨਿਸ਼ਾਨੀ ਕਿ ਨਰਕ ਭੋਗਦਾ ਪਿਆ। ਜਿਵੇਂ ਕੋਈ ਬੰਦਾ ਸ਼ਰਾਬ ਪੀਂਦਾ ਹੋਵੇ, ਮਲਪਾ ਖਾਣੇ ਖਾਂਦਾ ਹੋਵੇ, ਆਪਾਂ ਕਹੀਏ ਕਿ ਭਾਈ ਤੂੰ ਬਚ ਲੈ, ਮਰਨ ਤੋਂ ਬਾਅਦ ਤੈਨੂੰ ਨਰਕ ਮਿਲਣਗੇ। ਨਰਕ ਮਿਲਣ ਭਾਵੇਂ ਨਾ ਮਿਲਣ, ਪਰ ਉਹ ਤਾਂ ਜਿਉਂਦਿਆਂ ਜੀ ਸ਼ਰਾਬ ਪੀਂਦਾ ਤੇ ਉਹ ਨਰਕ ਵਿੱਚ ਜੀਉ ਰਿਹਾ, ਜਿਉਂਦਾ ਹੀ ਨਰਕ ਦੇ ਵਿੱਚ ਹੈ। ਇਹ ਤੋਂ ਵੱਡਾ ਨਰਕ ਕਿਹੜਾ ਹੋਵੇਗਾ ਜਿਹਨੂੰ ਗੁਰੂ ਦੀ ਸੰਗਤ ਨਹੀਂ ਮਿਲੀ ਤੇ ਉਹ ਸ਼ਰਾਬ ਦੀ ਸੰਗਤ ਕਰਦਾ ਹੈ, ਨਸ਼ਿਆਂ ਦੀ ਸੰਗਤ ਕਰਦਾ ਹੈ। ਇਹ ਤੋਂ ਵੱਡਾ ਨਰਕ ਕਿਹੜਾ ਹੈ? ਜਿਹੜਾ ਆਪਣੇ ਮੁਖ ਤੋਂ ਨਿੰਦਿਆ ਕਰਦਾ ਹੈ ਉਹ ਵੀ ਨਰਕ ਹੀ ਸਹੇੜ ਰਿਹਾ ਹੈ, ਨਰਕ ਵਿੱਚ ਜੀਉ ਰਿਹਾ ਹੈ। ਉਹ ਹੁਣ ਵੀ ਨਰਕ ਵਿੱਚ ਹੈ ਤੇ ਮਰਨ ਤੋਂ ਬਾਅਦ ਵੀ ਨਰਕ ਦੀ ਕੁੰਭੀ ਨਰਕ ਦੇ ਵਿੱਚ ਡਿੱਗੇਗਾ ਤੇ ਉੱਥੋਂ ਦਾ ਸਜ਼ਾਵਾਂ ਨੂੰ ਭੁਗਤਦਾ ਹੋਇਆ, ਉੱਥੋਂ ਦੇ ਮਾਰ ਨੂੰ ਭੁਗਤਦਾ ਹੋਇਆ ਦੁਖੀ ਹੋ ਕੇ ਪਛਤਾਵੇਗਾ। ਸਰਪਰ ਜਾਨੋ ਨਰਕ ਹੀ ਪਰੈ, ਅਵੱਚ ਉਸ ਨੂੰ ਜ਼ਰੂਰ ਤੇ ਜ਼ਰੂਰ ਨਰਕ ਹੀ ਮਿਲਣਗੇ, ਉਹ ਕਦੇ ਵੀ ਉਹਦਾ ਭਲਾ ਨਹੀਂ ਹੋਵੇਗਾ। ਰਹਾਓ ਵਿਸ਼ਰਾਮ ਦੇ ਕਰ ਕਹਿੰਦੇ, ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਕੁਲ ਖੇਤ ਦਾ ਅਰਥ ਹੁੰਦਾ ਕੁਰਕਸ਼ੇਤਰ। ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਨਾ, ਕੁਰਕਸ਼ੇਤਰ ਦੇ ਵਿੱਚ ਜਾ ਕਰਕੇ ਹਿੰਦੂ ਭਰਾ ਉੱਥੇ ਇਸ਼ਨਾਨ ਕਰਦੇ ਹਨ, ਦਾਨ ਪੁੰਨ ਕਰਦੇ ਹਨ, ਕਿਉਂਕਿ ਮੰਨਿਆ ਜਾਂਦਾ ਹੈ ਕਿ ਉਹ ਸੂਰਮਿਆਂ ਦੀ ਧਰਤੀ ਹੈ। ਮਹਾਭਾਰਤ ਦੇ ਸੂਰਮਿਆਂ ਨੇ ਉੱਥੇ ਸ਼ਹੀਦੀਆਂ ਪਾਈਆਂ ਹਨ, ਉੱਥੇ ਬੜੀ ਮਹਾਨਤਾ ਮੰਨੀ ਜਾਂਦੀ ਹੈ। ਉੱਥੇ ਸੂਰਜ ਗ੍ਰਹਿਣ ਜਦੋਂ ਲੱਗਦਾ ਤੇ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ, ਉੱਥੇ ਦਾਨ ਪੁੰਨ ਕੀਤਾ ਜਾਂਦਾ ਹੈ। ਜੇ ਕੋਈ ਉੱਥੇ ਜਾ ਕਰਕੇ ਇਸ਼ਨਾਨ ਕਰੇ ਸੂਰਜ ਗ੍ਰਹਿਣ ਦੇ ਵੇਲੇ, ਦਾਨ ਪੁੰਨ ਕਰੇ, ਅਰਪੈ ਨਾਰ ਸਿੰਗਾਰ ਸਮੇਤ, ਐਸੀ ਵੀ ਮਹਾਨਤਾ ਕਿ ਆਪਣੀ ਇਸਤਰੀ ਨੂੰ ਸੋਨੇ ਚਾਂਦੀ ਦੇ ਨਾਲ ਲੱਦ ਕਰਕੇ, ਗਹਿਣਿਆਂ ਦੇ ਨਾਲ ਸ਼ਿੰਗਾਰ ਕਰਕੇ, ਜਦੋਂ ਕਿਸੇ ਦਾ ਨਵਾਂ ਵਿਆਹ ਹੁੰਦਾ ਤੇ ਆਪਣੀ ਇਸਤਰੀ ਨੂੰ ਉੱਥੇ ਪੰਡਤਾਂ ਨੂੰ ਦਾਨ ਕਰਦੇ ਤੇ ਉਹ ਗਹਿਣੇ ਉਤਾਰ ਲੈਂਦੇ ਤੇ ਉਹਦੀ ਪੂਜਾ ਕਰਦੇ, ਉਹਦੇ ਨਾਂ ਦੀ ਫਿਰ ਉਹਦੇ ਵਾਸਤੇ ਪ੍ਰਾਰਥਨਾ ਕਰਦੇ ਕਿ ਇਹਦਾ ਨਵਾਂ ਵਿਆਹ ਹੋਇਆ, ਕਿ ਇਹਦਾ ਪਰਿਵਾਰ ਸੁਖੀ ਰਵੇ। ਸਾਰੇ ਗਹਿਣੇ ਉਹਦੇ ਉਤਾਰ ਲੈਂਦੇ, ਪੰਡਤ ਰੱਖ ਲੈਂਦੇ ਤੇ ਇਸਤਰੀ ਉਹਦੀ ਵਾਪਸ ਕਰ ਦਿੰਦੇ। ਦੇਵਦਾਸੀਆਂ ਦਾ ਵੀ ਰਿਵਾਜ ਹਿੰਦੂ ਧਰਮ ਦੇ ਵਿੱਚ ਬਹੁਤ ਸਮੇਂ ਤੋਂ ਪਹਿਲਾਂ ਚੱਲਦਾ ਸੀ, ਹੁਣ ਘਟ ਗਿਆ, ਹੁਣ ਨਹੀਂ ਹੈ। ਅਰਪੈ ਨਾਰ ਸਿੰਗਾਰ ਸਮੇਤ, ਆਪਣੀ ਇਸਤਰੀ ਨੂੰ ਦਾਨ ਕਰਕੇ, ਭਾਵ ਕਿ ਕਿਵੇਂ ਸ਼ਿੰਗਾਰ ਕੇ ਦਾਨ ਵੀ ਕਰ ਦੇਵੇ, ਇਤਨਾ ਵੱਡਾ ਦਾਨੀ ਹੋਵੇ। ਸਗਲੀ ਸਿਮਰਤ ਸਰਵਣੀ ਸੁਣੈ, ਸਿਮਰਤੀਆਂ ਨੂੰ ਕੰਨਾਂ ਦੇ ਨਾਲ ਸੁਣਨ ਵਾਲਾ, ਵੇਦਾਂ ਸ਼ਾਸਤਰਾਂ ਦਾ ਪਾਠ ਕੰਨਾਂ ਦੇ ਨਾਲ ਸੁਣਨ ਵਾਲਾ, ਸਾਰੀਆਂ ਸਿਮਰਤੀਆਂ ਦਾ ਪਾਠ ਉਸ ਨੇ ਸੁਣਿਆ ਹੋਵੇ, ਰੋਜ਼ ਸੁਣਦਾ ਹੋਵੇ, ਨਿਤਨੇਮੀ ਹੋਵੇ। ਕਰੈ ਨਿੰਦ ਕਵਨੈ ਨਹੀਂ ਗੁਣੈ, ਜੇ ਆਪਣੇ ਮੁਖ ਤੋਂ ਨਿੰਦਿਆ ਕਰਦਾ ਤੇ ਕੋਈ ਵੀ ਗੁਣ ਨਹੀਂ ਇਹਦਾ, ਕੋਈ ਵੀ ਫਾਇਦਾ ਨਹੀਂ, ਕੋਈ ਲਾਭ ਨਹੀਂ। ਕਿਸੇ ਵੀ ਸ਼ੁਭ ਕਰਮ ਦਾ ਕੀਤਾ, ਭਾਵੇਂ ਉਹ ਕੁਰਕਸ਼ੇਤਰ ਦੇ ਵਿੱਚ ਸੂਰਜ ਗ੍ਰਹਿਣ ਵੇਲੇ ਇਸ਼ਨਾਨ ਕਰਦਾ ਹੋਵੇ, ਆਪਣੀ ਇਸਤਰੀ ਦਾ ਦਾਨ ਕੀਤਾ ਹੋਵੇ, ਜਾਂ ਕੋਈ ਬਹੁਤ ਸ਼ੁਭ ਕਰਮ ਕੀਤਾ ਹੋਵੇ, ਇਹਨਾਂ ਕਿਸੇ ਵੀ ਕਰਮ ਦਾ ਕੋਈ ਵੀ ਲਾਭ ਨਹੀਂ ਜਦੋਂ ਆਪਣੇ ਮੁਖ ਤੋਂ ਕਿਸੇ ਦੀ ਨਿੰਦਿਆ ਕਰ ਦਿੰਦਾ। ਦੇਖੋ, ਇੱਕੋ ਕਰਮ ਕਰਨ ਦੇ ਨਾਲ ਕਿੰਨੇ ਕਰਮ ਨਾਸ ਹੋ ਜਾਂਦੇ ਹਨ, ਇੱਕ ਮਾੜਾ ਕਰਮ ਕਰਨ ਦੇ ਨਾਲ ਕਿੰਨੇ ਸ਼ੁਭ ਕਰਮ ਨਾਸ ਹੋ ਜਾਂਦੇ ਹਨ। ਜੇ ਉਹ ਅਨਕ ਪ੍ਰਸਾਦ ਕਰਾਵੇ, ਅਨੇਕਾਂ ਪ੍ਰਸਾਦ ਦੇਗਾਂ ਭੇਟ ਕਰਦਾ ਹੋਵੇ ਗੁਰੂ ਸਾਹਿਬਾਂ ਨੂੰ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾ ਕੇ ਮੂਰਤੀਆਂ ਨੂੰ ਭੋਗ ਲਵਾਉਂਦਾ ਹੋਵੇ, ਜਾਂ ਗੁਰੂ ਘਰੇ ਜਾ ਕਰਕੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਉਂਦਾ ਹੋਵੇ। ਸਾਡੇ ਸਿੱਖਾਂ ਦੇ ਵਿੱਚ ਵੀ ਐਸੀ ਬੜੀ ਬਿਮਾਰੀ ਹੈ, ਨਿੰਦਿਆ ਕਰਨ ਦਾ ਹਰੇਕ ਨੂੰ ਬੜਾ ਚਾਅ ਹੈ, ਹਰੇਕ ਨੂੰ ਬੜਾ ਰਸ ਹੈ।
ਨਿੰਦਿਆ ਕਰ ਕਰਕੇ ਕਹਿੰਦੇ ਸਾਡੀ ਰੋਟੀ ਚੱਲਦੀ ਹੈ। ਨਿੰਦਿਆ ਕਰਨ ਦੇ ਨਾਲ ਕਈਆਂ ਨੂੰ ਪ੍ਰੋਗਰਾਮ ਆਉਂਦੇ ਹਨ ਕਥਾ ਦੇ, ਨਿੰਦਿਆ ਕਰਨ ਦੇ ਨਾਲ ਉਹਨਾਂ ਦੀ ਦੁਨੀਆ ਦੇ ਉੱਪਰ ਜੈ ਜੈਕਾਰ ਹੈ। ਜੇ ਨਿੰਦਿਆ ਨਾ ਕਰਨ ਤੇ ਉਹਨਾਂ ਨੂੰ ਕੋਈ ਸੁਣੇ ਵੀ ਨਾ, ਜੇ ਸਿਰਫ ਤੇ ਸਿਰਫ ਗੁਰਬਾਣੀ ਦੀ ਕਥਾ ਕਰਨ ਤੇ ਕੋਈ ਵੀ ਨਹੀਂ ਸੁਣਦਾ ਕਹਿੰਦੇ ਸਾਡੀ। ਜਦੋਂ ਅਸੀਂ ਨਿੰਦਿਆ ਕਰਦੇ ਹਾਂ ਇੱਕ ਦੂਜੇ ਦੀ, ਇਹ ਸ਼੍ਰੋਮਣੀ ਕਮੇਟੀ ਵਾਲਾ ਹੈ, ਇਹ ਟਕਸਾਲ ਵਾਲਾ ਹੈ, ਇਹ ਨਾਨਕਸਰੀ ਹੈ, ਇਹ ਅਖੰਡ ਕੀਰਤਨੀ ਹੈ, ਇਹਨਾਂ ਵਿੱਚ ਆ ਘਾਟ ਹੈ, ਇਹਨਾਂ ਵਿੱਚ ਆ ਘਾਟ ਹੈ, ਇਦਾਂ ਦੀਆਂ ਗੱਲਾਂ ਕਰ ਕਰਕੇ, ਇਦਾਂ ਦੀ ਨਿੰਦਿਆਂ ਦੀ ਕਥਾ ਕਰ ਕਰਕੇ ਕਹਿੰਦੇ ਬਸ ਅਸੀਂ ਕਥਾ ਕਰ ਲਈ ਤੇ ਦੁਨੀਆ ਉਹਨਾਂ ਦੀ ਜੈ ਜੈਕਾਰ ਕਰਦੀ ਹੈ। ਇਦਾਂ ਦੇ ਉਹ ਕੰਮ ਕਰਕੇ ਜੇ ਉਹ ਅਨਕ ਪ੍ਰਸਾਦ ਕਰਾਵੇ, ਭੇਟਾ ਕਰਦਾ ਗੁਰੂ ਸਾਹਿਬ ਨੂੰ ਅੱਗੇ ਜਾਂ ਮੂਰਤੀਆਂ ਦੇ ਅੱਗੇ ਪਦਾਰਥਾਂ ਦਾ ਪਕਵਾਨ ਬਣਾ ਕੇ, ਭੂਮਦਾਨ ਸੋਭਾ ਮੰਡਪ ਪਾਵੇ, ਭੂਮੀਆਂ ਦਾਨ, ਜ਼ਮੀਨਾਂ ਦਾਨ ਕਰਨ ਵਾਲਾ ਹੋਵੇ, ਇਦਾਂ ਦੇ ਵੱਡੇ ਵੱਡੇ ਰਾਜੇ ਦਾਨ ਕਰਨ ਵਾਲੇ ਹਨ। ਸੋਭਾ ਮੰਡਪ ਪਾਵੇ, ਤਰ੍ਹਾਂ ਤਰ੍ਹਾਂ ਦੀ ਸੋਭਾ ਕਰਾਉਣ ਵਾਸਤੇ, ਆਪਣੀ ਸੋਭਾ ਖੱਟਣ ਵਾਸਤੇ ਉਹ ਬਹੁਤ ਵੱਡੇ ਵੱਡੇ ਦਾਨ ਕਰਦਾ ਹੋਵੇ। ਆਪਣਾ ਬਿਗਾਰ ਬਿਰਾਨਾ ਸਾਂਢੈ, ਆਪਣਾ ਟਾਈਮ ਖਰਾਬ ਕਰਕੇ, ਆਪਣਾ ਟਾਈਮ ਦੀ ਬਰਬਾਦੀ ਕਰਕੇ ਦੂਜਿਆਂ ਦੇ ਭਲੇ ਦੇ ਕਰਮ ਕਰਦਾ ਹੋਵੇ, ਦੂਜਿਆਂ ਦੇ ਕੰਮ ਦੇ ਵਿੱਚ ਖੜਨ ਵਾਲਾ ਹੋਵੇ। ਆਪਣਾ ਟਾਈਮ ਭਾਵੇਂ ਖਰਾਬ ਹੋ ਜਾ, ਆਪਣੇ ਪੱਲਿਓਂ ਪੈਸੇ ਖਰਚ ਕੇ ਆਪਣਾ ਪੈਸਾ ਖਰਾਬ ਕਰਕੇ ਦੂਜਿਆਂ ਦਾ ਭਲੇ ਦਾ ਕਰਮ ਕਰਨ ਵਾਲਾ ਹੋਵੇ। ਆਪਣਾ ਬਿਗਾਰ ਬਿਰਾਨਾ ਸਾਂਢੈ, ਦੂਜਿਆਂ ਦਾ ਸਵਾਰਨ ਵਾਲਾ ਹੋਵੇ। ਦੇਖੋ ਰਵਿਦਾਸ ਮਹਾਰਾਜ ਕਹਿੰਦੇ ਕਰੈ ਨਿੰਦ ਬਹੁ ਜੋਨੀ ਹਾਂਡੈ, ਜੇ ਮੁਖ ਤੋਂ ਨਿੰਦਿਆ ਕਰਦਾ, ਕਿਸੇ ਨੂੰ ਮਾੜਾ ਕਹਿੰਦਾ, ਕਿਸੇ ਬਾਰੇ ਬਹੁਤ ਬੁਰਾ ਬੋਲਦਾ, ਬੁਰਾ ਸੋਚਦਾ, ਉਹ ਰਹਿੰਦੀ ਦੁਨੀਆ ਤੱਕ ਉਹਦਾ ਕਦੇ ਭਲਾ ਨਹੀਂ ਹੋਵੇਗਾ ਤੇ 84 ਲੱਖ ਜੂਨਾਂ ਦੇ ਵਿੱਚੋਂ ਭਟਕਦਾ ਰਹੇਗਾ, ਧੱਕੇ ਖਾਂਦਾ ਰਹੇਗਾ, ਕਦੇ ਵੀ ਉਹਦਾ ਛੁਟਕਾਰਾ ਨਹੀਂ ਹੋਵੇਗਾ। ਇਤਨੇ ਕਰਮ ਕਰਕੇ ਵੀ, ਇਤਨਾ ਦਾਨ ਪੁੰਨ ਕਰਕੇ ਵੀ, ਇਤਨੇ ਸ਼ੁਭ ਕਰਮ ਕਰਕੇ ਵੀ ਜੀ ਮੁਖੋਂ ਨਿੰਦਿਆ ਕਰਦਾ ਤੇ ਭਲਾ ਨਹੀਂ ਹੋਵੇਗਾ। ਅਖੀਰਲੇ ਸ਼ਬਦ, ਅਖੀਰਲੀਆਂ ਪੰਕਤੀਆਂ ਵਿੱਚ ਰਵਿਦਾਸ ਮਹਾਰਾਜ ਕਹਿੰਦੇ ਹਨ, ਨਿੰਦਾ ਕਹਾ ਕਰੋ ਸੰਸਾਰ, ਕਹਾ ਨਹੀਂ ਬਿੰਦੀ ਲਾ ਕੇ ਨਹੀਂ ਬੋਲਣਾ, ਕਹਾ ਦਾ ਅਰਥ ਹੁੰਦਾ ਕਿਉਂ ਨਿੰਦਿਆ ਕਰਦੇ ਹੈ ਸੰਸਾਰ ਦੇ ਲੋਗੋ, ਨਿੰਦਿਆ ਨਹੀਂ ਕਰਨੀ ਚਾਹੀਦੀ, ਕਿਉਂ ਕਿਸੇ ਦੀ ਬਦੀ ਵਕੀਲੀ ਕਰਦੇ ਹੋ, ਕਿਉਂ ਚੁਗਲੀਆਂ ਵਿੱਚ ਬੈਠੇ ਰਹਿੰਦੇ ਹੋ। ਨਿੰਦਕ ਕਾ ਪ੍ਰਗਟ ਪਹਾਰਾ, ਪਹਾੜ ਦਾ ਅਰਥ ਹੁੰਦਾ ਠੱਗ, ਉਹਦੀ ਦੁਕਾਨ ਹੀ ਇਹੀ ਹੈ। ਜਿਵੇਂ ਪਹਿਲਾਂ ਕਿਹਾ ਨਾ, ਉਹ ਨਿੰਦਿਆ ਨਾ ਕਰੇ, ਲੋਕੀ ਉਹਦੀ ਗੱਲ ਹੀ ਨਾ ਸੁਣਨ, ਉਹ ਨਿੰਦਿਆ ਕਰਕੇ ਕਥਾ ਨਾ ਕਰੇ, ਕਥਾ ਵਿੱਚ ਕਿਸੇ ਦੀ ਨਿੰਦਿਆ ਨਾ ਕਰੇ ਨਾ, ਐਸੇ ਪ੍ਰਚਾਰਕ ਹਨ ਤੇ ਉਹਦੀ ਗੱਲ ਹੀ ਨਾ ਕੋਈ ਸੁਣੇ, ਉਹਦੀ ਵੀਡੀਓ ਹੀ ਨਾ ਚੱਲੇ। ਉਹਨਾਂ ਦੀ ਵੀਡੀਓ ਤਾਂ ਹੀ ਚੱਲਦੀ ਹੈ ਜੇ ਉਹ ਨਿੰਦਿਆ ਕਰਦੇ ਕਿਸੇ ਦੀ। ਉੱਦਾਂ ਗੁਰਬਾਣੀ ਦੀ ਕਥਾ ਭਾਵੇਂ ਜਿੱਤੀ ਮਰਜ਼ੀ ਕਰੀ ਜਾਣ, ਕੋਈ ਨਹੀਂ ਸੁਣਦਾ ਉਹਨਾਂ ਦੀ। ਉਹਨਾਂ ਦਾ ਸੁਭਾਅ ਹੀ ਐਸਾ ਬਣ ਜਾਂਦਾ, ਉਹਨਾਂ ਦੀ ਦੁਕਾਨਦਾਰੀ ਬਣ ਜਾਂਦੀ ਹੈ, ਪ੍ਰਗਟ ਪਹਾਰਾ ਬਣ ਜਾਂਦਾ ਹੈ ਤੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਉਹ ਵੀ ਨਿੰਦਕ ਹੁੰਦੇ ਹਨ। ਉਹ ਵੀ ਨਿੰਦਿਆ ਦਾ ਰਸ ਲੈਣ ਵਾਸਤੇ ਨਿੰਦਿਆ ਕਰਨੀ, ਨਿੰਦਿਆ ਸੁਣਨੀ, ਉਹਨਾਂ ਨੂੰ ਰਸ ਪੈ ਜਾਂਦਾ ਹੈ। ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਦਾ ਐਸਾ ਸੁਭਾਅ ਬਣ ਜਾਂਦਾ ਹੈ, ਉਹਦੀ ਪਹਿਚਾਣ ਬਣ ਜਾਂਦੀ ਹੈ ਕਿ ਜਿੱਦਾਂ ਉਹ ਬੋਲਦਾ ਬਸ ਲੋਕੀ ਉਹਨੂੰ ਕਹਿੰਦੇ ਇਹ ਬੜਾ ਸੱਚਾ ਬੰਦਾ ਜੀ, ਇਹ ਤਾਂ ਮੂੰਹ ਤੇ ਗੱਲ ਕਰ ਦਿੰਦਾ, ਇਹਦੇ ਵਰਗਾ ਬੰਦਾ ਕੋਈ ਨਹੀਂ ਹੋਣਾ ਬਹਾਦਰ। ਤੇ ਮਹਾਰਾਜ ਉਹਨੂੰ ਕਹਿੰਦੇ ਨੇ ਕਿ ਉਹਦੇ ਵਰਗਾ ਪਾਪੀ ਕੋਈ ਨਹੀਂ ਦੁਨੀਆ ਦੇ, ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ, ਨਾ ਇਸ ਲੋਕ ਦੇ ਵਿੱਚ ਨਾ ਪਰਲੋਕ ਦੇ ਵਿੱਚ। ਨਿੰਦਕ ਸੋਧ ਸਾਧ ਵਿਚਾਰਿਆ, ਧੰਨ ਰਵਿਦਾਸ ਮਹਾਰਾਜ ਕਹਿੰਦੇ ਹਨ, ਭਗਤ ਜੀ ਕਹਿੰਦੇ ਮੈਂ ਸੋਧ ਸਾਧ ਕੇ ਇਹ ਵਿਚਾਰ ਕੇ ਚੰਗੀ ਤਰ੍ਹਾਂ ਇਹਦਾ ਤੱਤ ਕੱਢਿਆ ਕਿ ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ। ਰਵਿਦਾਸ ਮਹਾਰਾਜ ਕਹਿੰਦੇ ਉਹ ਪਾਪੀ ਨਿੰਦਕ ਨਰਕ ਦੇ ਵਿੱਚ ਉਹਨੂੰ ਜਾਣਾ ਪਵੇਗਾ, ਨਰਕਾਂ ਵਿੱਚ ਧੱਕੇ ਖਾਣ ਪੈਣਗੇ, ਉੱਥੇ ਨਰਕਾਂ ਦੇ ਵਿੱਚ ਉਸ ਨੂੰ ਟਿਕਾ ਨਹੀਂ ਮਿਲੇਗਾ, ਸ਼ਾਂਤੀ ਨਹੀਂ ਮਿਲੇਗੀ, ਉੱਥੇ ਵੀ ਜਮਦੂਤਾਂ ਦੀ ਮਾਰ ਉਹਨੂੰ ਪੈਂਦੀ ਰਹੇਗੀ, ਜਮਦੂਤਾਂ ਦੀ ਚੋਟਾਂ ਉਸ ਨੂੰ ਸਹਾਰਨੀਆਂ ਪੈਣਗੀਆਂ ਜਿਹੜਾ ਆਪਣੇ ਮੁਖ ਤੋਂ ਨਿੰਦਿਆ ਕਰਦਾ, ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ, ਭਗਤਾਂ ਦੀ ਨਿੰਦਿਆ ਕਰਦਾ। ਇੱਥੇ ਅਖੀਰ ਤੇ ਮਹਾਰਾਜ ਜੀ ਨੇ ਜੋੜ ਲਿਖਿਆ, ਜੋੜ 4 ਬੰਦਾਂ ਵਾਲਾ ਇੱਕ ਸ਼ਬਦ ਹੈ, ਅੱਗੇ 2 ਹੈ, 2 ਦਾ ਅਰਥ ਹੈ ਕਿ ਰਵਿਦਾਸ ਮਹਾਰਾਜ ਦੇ 2 ਸ਼ਬਦ ਹਨ, ਫਿਰ ਅੱਗੇ 11 ਸ਼ਬਦਾਂ, ਫਿਰ ਅੱਗੇ ਕਬੀਰ ਜੀ ਦੇ ਸ਼ਬਦ ਹਨ 7 ਸ਼ਬਦ, ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ, ਫਿਰ ਇੱਥੇ 2 ਸ਼ਬਦ ਜਿਹੜੇ ਹਨ
ਇਹ ਰਵਿਦਾਸ ਮਹਾਰਾਜ ਦੇ ਜੋੜ ਦੇ ਸਾਰੇ ਸ਼ਬਦਾਂ ਨੂੰ ਜੋੜ ਕਰਕੇ 39 ਸ਼ਬਦ ਬਣਦੇ ਹਨ। 49 ਸ਼ਬਦ, ਮਾਫ ਕਰਨਾ, 49 ਸ਼ਬਦਾਂ ਦਾ ਇਹ ਸੁਮੇਲ ਗੌਂਡ ਰਾਗ ਦੇ ਵਿੱਚ ਮਹਾਰਾਜ ਜੀ ਨੇ ਲਿਖ ਕਰਕੇ ਅੱਗੇ ਜੋੜ ਲਿਖਿਆ। ਇੱਥੇ ਸਾਰਾ ਰਾਗ ਸਮਾਪਤ ਹੋ ਜਾਂਦਾ ਹੈ। ਗੌਂਡ ਰਾਗ ਦੀ ਸਮਾਪਤੀ ਕਰਕੇ ਅਖੀਰਲਾ ਸ਼ਬਦ ਰਵਿਦਾਸ ਮਹਾਰਾਜ ਜੀ ਦਾ। ਇਹਦੇ ਵਿੱਚ ਉਪਦੇਸ਼ ਦਿੱਤਾ ਕਿ ਨਿੰਦਿਆ ਕਰਨ ਦੇ ਨਾਲ ਬੜਾ ਵੱਡਾ ਨੁਕਸਾਨ ਹੁੰਦਾ ਸਾਡਾ। ਜੇ ਕਿਤੇ ਅਸੀਂ ਇੱਕ ਪਾਠ ਸਾਰੀ ਦਿਹਾੜੀ ਜਪਜੀ ਸਾਹਿਬ ਦਾ ਕਰਦੇ ਹਾਂ ਨਾ, ਤੇ ਉਹ ਨਿੰਦਿਆ ਕਰਨ ਦੇ ਨਾਲ ਸਾਰੇ ਨਾਸ ਹੋ ਜਾਂਦੇ। ਉਹਦਾ ਮਿਲਣਾ ਜਿਹੜਾ ਫਲ ਹੁੰਦਾ ਨਾ, ਉਹ ਸਾਡਾ ਫਲ, ਸਾਨੂੰ ਫਲ ਨਹੀਂ ਮਿਲਦਾ, ਉਹਦੀ ਸਜ਼ਾ ਜ਼ਰੂਰ ਮਿਲਦੀ ਹੈ ਕਿ ਆਪਣੇ ਮੁਖ ਤੋਂ ਤੂੰ ਨਿੰਦਿਆ ਕੀਤੀ ਹੈ, ਕਿਸੇ ਦੀ ਬਦੀ ਵਖੀਲੀ ਕੀਤੀ ਹੈ, ਨਾ ਤੈਨੂੰ ਪਾਠ ਦਾ ਫਾਇਦਾ ਮਿਲੇਗਾ ਤੇ ਕੀਤੀ ਹੋਈ ਮਿਹਨਤ ਸਾਡੀ ਵਿਅਰਥ ਜਾਵੇਗੀ। ਕੱਢਿਆ ਹੋਇਆ ਟਾਈਮ, ਅੰਮ੍ਰਿਤ ਵੇਲੇ ਦਾ ਸਮਾਂ ਆਪਾਂ ਨੀਂਦ ਵੀ ਖੁਝਾਈ ਤੇ ਸਾਰਾ ਦਿਨ ਨਿੰਦਿਆ ਚੁਗਲੀ ਵਿੱਚ ਲੰਘਾ ਦਿੱਤਾ, ਉਹਦਾ ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ ਕੋਸ਼ਿਸ਼ ਕਰੀਏ ਜਿਤਨਾ ਵੀ ਹੋ ਸਕੇ ਕਿਸੇ ਦੀ ਉਸਤਤ ਕਰੀਏ, ਗੁਰੂ ਦੀ ਉਸਤਤ ਕਰੀਏ, ਸੰਗਤ ਦੀ ਉਸਤਤ ਕਰੀਏ, ਪਰਮੇਸ਼ਰ ਦੀ ਵਡਿਆਈ ਕਰੀਏ, ਪਰ ਕਿਸੇ ਦੀ ਨਿੰਦਿਆ ਨਾ ਕਰੀਏ। ਨਿੰਦਿਆ ਕਰਨ ਦੇ ਨਾਲ ਕੀ ਕੁਝ ਹੁੰਦਾ ਹੈ, ਇਹ ਰਵਿਦਾਸ ਮਹਾਰਾਜ ਨੇ ਇਸ ਬਾਣੀ ਦੇ ਵਿੱਚ, ਇਸ ਸ਼ਬਦ ਵਿੱਚ ਦੱਸਿਆ। ਮਹਾਰਾਜ ਸਾਨੂੰ ਕਿਰਪਾ ਕਰਨ, ਗੁਰਮੁਖਾਂ ਦੀ ਸੰਗਤ ਮਿਲਦੀ ਰਹੇ, ਚੰਗੇ ਗੁਰੂ ਸਿੱਖਾਂ ਦੀ ਸੰਗਤ ਕਰੀਏ, ਤਾਂ ਜੋ ਅਸੀਂ ਨਿੰਦਿਆ ਤੋਂ ਬਚ ਕੇ ਰਹੀਏ, ਮਾੜੇ ਕਰਮਾਂ ਤੋਂ ਬਚ ਕੇ ਰਹੀਏ, ਬਿਮਾਰੀਆਂ ਤੋਂ ਬਚ ਕੇ ਰਹੀਏ, ਆਪਣੇ ਆਪ ਨੂੰ ਗੁਰੂ ਦੀ ਮਰਿਆਦਾ ਵਿੱਚ ਰੱਖ ਕਰਕੇ, ਗੁਰੂ ਦੇ ਹੁਕਮ ਵਿੱਚ ਰੱਖ ਕਰਕੇ ਅਸੀਂ ਇਸ ਲੋਕ ਦੇ ਵਿੱਚ ਸੁਖੀ ਰਹਿ ਸਕਦੇ ਹਾਂ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਪਾਵਨ। ਆਓ ਹੁਣ ਆਨੰਦ ਸਾਹਿਬ ਦਾ ਜਾਪ ਤੇ ਫਿਰ ਅਰਦਾਸ ਵਿੱਚ ਸ਼ਾਮਲ ਹੋਈਏ ਜੀ। ਪਵਿੱਤਰ ਰਵਿਦਾਸ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਵੀ ਚੱਲ ਰਹੀ ਹੈ। ਉਹਨਾਂ ਸ਼ਬਦਾਂ ਦੇ ਵਿੱਚ ਆਪਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬੜੀ ਦੂਰ ਤੱਕ ਪਹੁੰਚ ਚੁੱਕੇ ਹਾਂ। 30-31 ਸ਼ਬਦ ਆਪਾਂ ਵਿਚਾਰ ਚੁੱਕੇ ਹਾਂ। ਤਕਰੀਬਨ 40 ਸ਼ਬਦ ਹਨ, ਜਿਨ੍ਹਾਂ ਵਿੱਚੋਂ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ ਉਹ ਸ਼ਬਦ ਦੀ ਵਿਚਾਰ ਕਰੀਏ। ਰਵਿਦਾਸ ਮਹਾਰਾਜ ਉਹਦੇ ਵਿੱਚ ਸਾਨੂੰ ਕੀ ਉਪਦੇਸ਼ ਦਿੰਦੇ ਹਨ। ਇੱਕ ਬੜਾ ਹੀ ਪ੍ਰੇਮੀ ਗੁਰਮੁਖ ਪਿਆਰਾ ਰਵਿਦਾਸ ਮਹਾਰਾਜ ਜੀ ਦਾ ਸੇਵਕ, ਉਹਨਾਂ ਦਾ ਸਤਿਕਾਰ ਕਰਨ ਵਾਲਾ, ਉਹਨਾਂ ਦੀ ਪੂਜਾ ਕਰਨ ਵਾਲਾ, ਉਹਨਾਂ ਦਾ ਸ਼ਿਸ਼ਟ ਬਣ ਕੇ ਜਿਹੜਾ ਰਹਿੰਦਾ ਸੀ, ਮਹਾਰਾਜ ਦੇ ਕੋਲ ਆਇਆ, ਕਹਿਣ ਲੱਗਾ, ਭਗਤ ਜੀ, ਹੁਣ ਉਹ ਆਪਣੀ ਭਾਸ਼ਾ ਵਿੱਚ ਦੇਵਤਾ ਜੀ ਕਹਿੰਦਾ, ਦੇਵਤਾ ਜੀ ਮੇਰੇ ਮਨ ਵਿੱਚ ਇੱਕ ਸਵਾਲ ਹੈ, ਸਾਡੇ ਅੰਦਰ ਸਹਿਮ ਕਿਉਂ ਬਣਿਆ ਰਹਿੰਦਾ, ਡਰ ਕਿਉਂ ਬਣਿਆ ਰਹਿੰਦਾ ਹੈ? ਬੜੀ ਤਰ੍ਹਾਂ ਦਾ ਡਰ ਹੈ, ਮੌਤ ਦਾ ਡਰ ਹੈ, ਵਿਕਾਰਾਂ ਦਾ ਡਰ ਹੈ, ਦੁੱਖਾਂ ਦਾ ਡਰ ਹੈ, ਚਿੰਤਾਵਾਂ ਦਾ, ਫਿਕਰਾਂ ਦਾ ਡਰ, ਕਿੰਨੇ ਡਰ ਸਾਡੇ ਅੰਦਰ ਸਹਿਮ ਬਣੇ ਹੋਏ ਹਨ। ਇਹ ਜਿਹੜੀ ਇੱਕ ਗੱਠ, ਇੱਕ ਗੰਢ ਖੁੱਲ੍ਹਦੀ ਹੈ ਡਰ ਦੀ, ਇੱਕ ਡਰ ਖਤਮ ਹੁੰਦਾ, ਦੂਜਾ ਡਰ ਸ਼ੁਰੂ ਹੋ ਜਾਂਦਾ ਹੈ। ਇਹ ਕਿਉਂ ਹੈ? ਐਸਾ ਕਿਉਂ ਅੰਦਰ ਅੰਦਰ? ਹਰੇਕ ਬੰਦਾ ਅੰਦਰੋਂ ਅੰਦਰੋਂ ਕਿਸੇ ਚੀਜ਼ ਤੋਂ ਡਰਦਾ ਰਹਿੰਦਾ ਹੈ, ਕਿਸੇ ਚੀਜ਼ ਤੋਂ ਸਹਿਮਿਆ ਹੋਇਆ ਹੈ। ਇਹ ਸ਼ੰਕੇ, ਇਹ ਸਹਿਮ ਕਿਵੇਂ ਖਤਮ ਹੋਣਗੇ? ਰਵਿਦਾਸ ਮਹਾਰਾਜ ਫਿਰ ਉਸ ਨੂੰ ਜਵਾਬ ਦਿੰਦੇ ਹਨ। ਰਾਮਕਲੀ ਬਾਣੀ ਰਵਿਦਾਸ ਜੀ ਕੀ। ਰਾਮਕਲੀ ਰਾਗ ਹੈ, ਪਿਛਲਾ ਰਾਗ ਸੀ ਗੌਂਡ ਰਾਗ, ਹੁਣ ਰਾਮਕਲੀ ਰਾਗ ਦੇ ਵਿੱਚ ਧੰਨ ਰਵਿਦਾਸ ਮਹਾਰਾਜ ਜੀ ਦਾ ਇੱਕੋ ਸ਼ਬਦ ਹੈ। ਰਾਮਕਲੀ ਰਾਗ ਹੈ ਤੇ ਬਾਣੀ ਰਵਿਦਾਸ ਮਹਾਰਾਜ ਜੀ ਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਗਤ ਜੀ ਨੂੰ ਸਤਿਕਾਰ ਦਿੰਦਿਆਂ ਹੋਇਆਂ ਮੰਗਲਾਚਰਨ ਲਾਇਆ, ਛੋਟਾ ਮੰਗਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਜੋ ਪਰਿਪੂਰਨ ਪਰਮਾਤਮਾ, ਸਰਬ ਵਿਆਪਕ, ਸਰਬ ਦਾ ਪ੍ਰਕਾਸ਼ਕ, ਸਾਰੇ ਜੀਆਂ ਨੂੰ ਦਾਨ ਦੇਣ ਵਾਲਾ, ਦਾਤਾਂ ਦੇਣ ਵਾਲਾ, ਉਹ ਇੱਕੋ ਹੀ ਇੱਕ ਹੈ। ਉਹਦੀ ਪ੍ਰਾਪਤੀ ਸੱਚੇ ਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਇਹ ਰਹਾਉ ਦੀ ਪੰਕਤੀ ਚ ਰਵਿਦਾਸ ਮਹਾਰਾਜ ਉਸ ਦੇ ਪ੍ਰਸ਼ਨ ਦੀ ਗੱਲ ਕਰਦੇ ਹਨ ਕਿ ਉਸਨੇ ਕੀ ਪ੍ਰਸ਼ਨ ਕੀਤਾ ਕਿ ਦੇਵ, ਇਹ ਦੇਵਤਾ ਜੀ, ਇਹ ਭਗਤ ਜੀ, ਮੈਂ ਇੱਕ ਸਵਾਲ ਕਰਨ ਲੱਗਾ। ਮਹਾਰਾਜ ਕਹਿੰਦੇ ਕਿ ਦੱਸੋ। ਉਹ ਕਹਿਣ ਲੱਗਾ, ਸੰਸੈ ਗਾਂਠ ਨਾ ਛੂਟੈ। ਸੰਸੈ ਦਾ ਅਰਥ ਹੈ ਸਹਿਸਾ, ਸਹਿਮ। ਅੰਦਰ ਬੜੀ ਤਰ੍ਹਾਂ ਦੇ ਸੰਸੇ ਬਣੇ ਪਏ ਹਨ, ਡਰ ਬਣੇ ਹਨ। ਮਹਾਰਾਜ, ਬੰਦਾ ਡਰਿਆ ਪਿਆ ਅੰਦਰੋਂ, ਮੌਤ ਤੋਂ, ਦੁੱਖਾਂ ਤੋਂ, ਚਿੰਤਾਵਾਂ ਤੋਂ, ਬਿਮਾਰੀਆਂ ਤੋਂ। ਅੱਜ ਕੱਲ੍ਹ ਜਿਹੜਾ ਮਾਹੌਲ ਚੱਲਦਾ ਹੈ ਕਰੋਨਾ ਮਹਾਮਾਰੀ ਦਾ, ਹਰੇਕ ਬੰਦਾ ਡਰਦਾ ਹੈ, ਹਰੇਕ ਬੰਦਾ ਸਹਿਮਿਆ ਹੋਇਆ, ਕਿਤੇ ਐਸਾ ਨਾ ਹੋਵੇ ਕਿ ਬਿਮਾਰੀ ਮੈਨੂੰ ਚੰਬੜ ਜਾਵੇ, ਐਸਾ ਨਾ ਹੋਵੇ ਕਿਸੇ ਕਾਰਨ ਕਰਕੇ ਮੈਂ ਬਿਮਾਰ ਹੋ ਜਾਵਾਂ। ਬਹੁਤ ਬੰਦਾ ਡਰਿਆ, ਹਰੇਕ ਜੀਵ ਡਰਦਾ ਪਿਆ। ਇਸੇ ਤਰ੍ਹਾਂ ਉਹ ਬੰਦਾ ਆ ਕੇ ਸਵਾਲ ਕਰਦਾ, ਮਹਾਰਾਜ, ਸੰਸਿਆਂ ਦੀ ਗੰਢ ਜਿਹੜੀ ਅੰਦਰ ਬਣੀ ਹੁੰਦੀ ਹੈ ਕਿਵੇਂ ਛੁੱਟੇ, ਕਿਵੇਂ ਖੁੱਲੇ? ਇੱਕ ਖੁੱਲਦੀ ਹੈ, ਦੂਜੀ ਫਿਰ ਗੰਢ ਬਣ ਜਾਂਦੀ ਹੈ। ਇੱਕ ਡਰ ਖਤਮ ਹੁੰਦਾ, ਦੂਜਾ ਡਰ ਫਿਰ ਸ਼ੁਰੂ ਹੋ ਜਾਂਦਾ ਹੈ। ਐਸਾ ਕਿਉਂ ਹੈ?
ਤੇ ਰਵਿਦਾਸ ਮਹਾਰਾਜ ਫਿਰ ਉਸ ਨੂੰ ਜਵਾਬ ਦਿੰਦੇ, ਦੇਵ ਸੰਸੈ ਗਾਂਠ ਨਾ ਛੂਟੈ। ਇਹ ਭਾਈ ਸੰਸਿਆਂ ਦੀ ਗੰਢ ਤਾਂ ਨਹੀਂ ਛੁੱਟਦੀ, ਕਿਉਂ? ਅੰਦਰ ਕੀ ਹੈ? ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੋਂ ਮਿਲ ਲੂਟੇ। ਕਾਮਾਂ ਦਾ ਇੱਕ ਜਿਹੜੇ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਮਾਇਆ ਦਾ ਮੋਹ। ਮਦ ਦਾ ਅਰਥ ਹੁੰਦਾ ਹੈ ਨਸ਼ਾ। ਇਹਨਾਂ ਮਾਇਆ ਦੇ ਮੋਹ ਦੇ ਨਸ਼ੇ ਵਿੱਚ, ਹੰਕਾਰ ਦੇ ਨਸ਼ੇ ਵਿੱਚ, ਵਿਕਾਰਾਂ ਦੇ ਨਸ਼ੇ ਵਿੱਚ, ਮਾਇਆ ਦੀ ਚਕਾਚੌਂਧ ਦੇ ਨਸ਼ੇ ਵਿੱਚ। ਮਤਸਰ ਦਾ ਅਰਥ ਹੁੰਦਾ ਹੈ ਮਸਤ ਹੋਇਆ ਜਿਹੜਾ ਜੀਵ ਹੈ, ਵਿਕਾਰਾਂ ਦੇ ਹੱਥੋਂ ਜਿਹੜਾ ਲੁੱਟਿਆ ਹੋਇਆ ਹੈ, ਉਸ ਦੀ ਹਾਲਤ ਬਿਆਨ ਕਰਦੇ ਹਨ। ਉਹਨੂੰ ਇਹਨਾਂ ਪੰਜਾਂ ਵਿਕਾਰਾਂ ਨੇ ਲੁੱਟਿਆ ਹੋਇਆ, ਸਾਰੇ ਪੰਜਾਂ ਵਿਕਾਰਾਂ ਨੇ ਰਲ ਮਿਲ ਕੇ ਇਸ ਨੂੰ ਲੁੱਟਿਆ ਹੋਇਆ। ਇਸ ਕਰਕੇ ਅੰਦਰ ਜਿਹੜਾ ਬੰਦਾ ਡਰਿਆ ਹੋਇਆ, ਇੱਕ ਵਾਰੀ ਲੁੱਟਿਆ ਜਾਵੇ, ਕਹਿੰਦੇ ਹਨ ਕਿ ਜਿਹੜਾ ਬੰਦਾ ਦੁੱਧ ਦਾ ਸੜਿਆ ਹੋਇਆ ਲੱਸੀ ਨੂੰ ਫੂਕਾ ਮਾਰ ਮਾਰ ਕੇ ਪੀਂਦਾ। ਇਹ ਕਹਾਵਤ ਹੈ। ਦੁੱਧ ਦੇ ਨਾਲ ਮੂੰਹ ਸੜ ਜਾਵੇ ਤੇ ਬੰਦਾ ਜਦੋਂ ਲੱਸੀ ਪੀਣ ਲੱਗਦਾ ਉਹਨੂੰ ਵੀ ਫੂਕਾ ਮਾਰਨ ਲੱਗ ਪੈਂਦਾ। ਲੱਸੀ ਨੇ ਥੋੜੇ ਮੂੰਹ ਸਾੜਨਾ। ਇੱਕ ਵਾਰੀ ਬੰਦਾ ਜਿਹੜਾ ਲੁੱਟਿਆ ਜਾਵੇ, ਹਰੇਕ ਗੱਲ ਤੋਂ ਉਹ ਸੋਚ ਸੋਚ ਕੇ ਕਿਸੇ ਦੇ ਭਰੋਸਾ ਨਹੀਂ ਕਰਦਾ। ਕੋਈ ਉਹਦਾ ਮਿੱਤਰ ਬਣ ਕੇ ਉਸ ਨੂੰ ਧੋਖਾ ਦੇ ਜਾਵੇ ਤੇ ਬੰਦਾ ਸਮਝ ਜਾਂਦਾ ਕਿ ਅੱਗੇ ਤੋਂ ਵੀ ਹਰੇਕ ਤੇ ਚੰਗੀ ਤਰ੍ਹਾਂ ਸੋਚ ਸਮਝ ਕੇ ਭਰੋਸਾ ਕਰਨਾ ਹੈ, ਕਿਸੇ ਤੇ ਇੱਕਦਮ ਭਰੋਸਾ ਨਹੀਂ ਕਰਨਾ। ਹਰੇਕ ਤੇ ਬੰਦਾ ਸ਼ੱਕ ਰੱਖਦਾ। ਇਸ ਕਰਕੇ ਉਹ ਡਰਿਆ ਰਹਿੰਦਾ ਹਰੇਕ ਬੰਦੇ ਤੋਂ। ਇੱਕ ਵਾਰੀ ਜਿਹੜਾ ਲੁੱਟਿਆ ਜਾਵੇ, ਇੱਕ ਵਾਰੀ ਜਿਹੜਾ ਬੰਦਾ ਖੁਆਰ ਹੋ ਜਾਵੇ ਕਿਸੇ ਤੋਂ। ਇਸੇ ਤਰ੍ਹਾਂ ਇਹ ਜੀਵ ਬੜੀ ਵਾਰ ਬੜੇ ਜਨਮਾਂ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਤੋਂ ਲੁੱਟਿਆ ਗਿਆ। ਇਸ ਕਰਕੇ ਇਹਦੇ ਅੰਦਰ ਸਹਿਸਾ ਹੈ, ਸੰਸ਼ੇ ਪੈਦਾ ਹੋਏ, ਡਰ ਪੈਦਾ ਹੋਏ ਹਨ। ਤੇ ਰਵਿਦਾਸ ਮਹਾਰਾਜ ਫਿਰ ਉਹਨਾਂ ਲੋਕਾਂ ਦੀ ਗੱਲ ਕਰਦੇ ਹਨ ਜਿਹੜੇ ਬਹੁਤ ਪਾਠ ਪੜ੍ਹਦੇ, ਪਾਠ ਸੁਣਦੇ, ਜਪ ਕਰਨ ਵਾਲੇ, ਤਪ ਕਰਨ ਵਾਲੇ ਰਿਸ਼ੀ ਮੁਨੀ। ਮਹਾਰਾਜ ਕਹਿੰਦੇ ਹਨ ਕਿ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ ਅਨਭਉ ਭਾਉ ਨਾ ਦਰਸੈ। ਬੜਾ ਪਾਠ ਸੁਣਿਆ ਜਾਂਦਾ ਹੈ, ਬਹੁਤ ਪਾਠ ਹੁੰਦੇ ਹਨ ਦੁਨੀਆ ਦੇ ਉੱਪਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਬਹੁਤ ਹੁੰਦੇ ਹਨ। ਬੜੀ ਬਾਣੀ ਸੁਣੀ ਜਾਂਦੀ ਘਰਾਂ ਦੇ ਵਿੱਚ। 24 ਘੰਟੇ ਸੁਖਮਨੀ ਸਾਹਿਬ ਦਾ ਪਾਠ ਚੱਲਦਾ, ਹਰ ਵੇਲੇ ਕੀਰਤਨ ਚੱਲਦਾ ਘਰਾਂ ਵਿੱਚ, ਟੀਵੀ ਦੇ ਵਿੱਚ। ਗੁਣੀ ਹੈ, ਗੁਣੀਆਂ ਦਾ ਭਾਵ ਕਿ ਕਈ ਵਿਚਾਰਵਾਨ ਗਿਆਨੀ ਵੀ ਹਨ ਜਿਹੜੇ ਬਾਣੀ ਨੂੰ ਵਿਚਾਰਨ ਵਾਲੇ, ਪੜ੍ਹਨ ਵਾਲੇ, ਵਿਚਾਰ ਕੇ ਅੱਗੇ ਸੁਣਾਉਣ ਵਾਲੇ, ਨਾਮ ਨੂੰ ਸੁਣਨ ਵਾਲੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਹੰਸਰਨਾਮੇ ਵਰਗੇ ਗ੍ਰੰਥ, ਸਹੰਸਰਨਾਮੇ ਵਰਗੇ ਪਾਠ ਪੜ੍ਹਦੇ ਹਨ, ਹਰ ਵੇਲੇ ਸੁਣਦੇ ਹਨ, ਪ੍ਰਮਾਤਮਾ ਦਾ ਇੱਕ ਨਾਮ ਨਹੀਂ ਕਈ ਨਾਮ ਹਨ, ਉਹਨਾਂ ਦਾ ਸਿਮਰਨ ਕਰਦੇ, ਪੜ੍ਹਦੇ ਹਨ, ਵਿਚਾਰਦੇ ਹਨ, ਨਾਮ ਵੀ ਜਪਦੇ ਹਨ। ਪਰ ਕੀ ਗੱਲ, ਅਨਭਉ ਭਾਉ ਨਾ ਦਰਸੈ। ਪਰ ਪ੍ਰੇਮਾ ਭਗਤੀ ਅੰਦਰ ਪੈਦਾ ਨਹੀਂ ਹੁੰਦੀ, ਪ੍ਰੇਮ ਨਹੀਂ ਪੈਦਾ ਹੁੰਦਾ ਪਰਮਾਤਮਾ ਦਾ। ਮਨੁੱਖਤਾ ਦੇ ਨਾਲ ਪਿਆਰ ਕਰਨ ਵਾਲੀ ਜਿਹੜੀ ਸ਼ੁਭ ਗੁਣ ਹਨ ਉਹ ਕਿਉਂ ਨਹੀਂ ਪੈਦਾ ਹੁੰਦੇ? ਹੁਣ ਪਾਠ ਵੀ ਪੜ੍ਹਦੇ, ਵਿਚਾਰਦੇ ਵੀ ਹਨ, ਨਾਮ ਵੀ ਜਪਦੇ, ਸਭ ਕੁਝ ਹੁੰਦਾ, ਪਰ ਇਹ ਕਾਰਨ ਕੀ ਹੈ? ਪ੍ਰੇਮਾ ਭਗਤੀ ਕਿਉਂ ਨਹੀਂ ਪੈਦਾ ਹੁੰਦੀ? ਪ੍ਰੇਮ ਨਹੀਂ ਕਿਉਂ ਅੰਦਰ ਪ੍ਰਾਪਤ ਹੁੰਦਾ? ਤੇ ਰਵਿਦਾਸ ਮਹਾਰਾਜ ਅੱਗੇ ਕਹਿੰਦੇ ਹਨ ਕਿ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ ਅਨਭਉ ਭਾਉ ਨਾ ਦਰਸੈ। ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰ ਸਹਿ ਨਾ ਪਰਸੈ। ਲੋਹਾ ਉਦੋਂ ਤੱਕ ਸੋਨਾ ਨਹੀਂ ਬਣ ਸਕਦਾ ਜਦੋਂ ਤੱਕ ਪਾਰਸ ਦੇ ਨਾਲ ਛੂੰਹਦਾ ਨਹੀਂ। ਹਿਰਨ ਦਾ ਅਰਥ ਹੁੰਦਾ ਹੈ ਇੱਕ ਸੁਨਹਿਰੀ ਹਿਰਨ ਹੁੰਦਾ ਹੈ, ਉਸ ਨੂੰ ਕਹਿੰਦੇ ਇਹ ਸੋਨੇ ਦਾ ਹਿਰਨ ਹੈ। ਜਦੋਂ ਰਾਵਣ ਆਇਆ ਨਾ ਸੀਤਾ ਦਾ ਹਰਨ ਕਰਨ ਵਾਸਤੇ, ਤੇ ਉਸ ਨੇ ਇੱਕ ਰੂਪ ਧਾਰਨ ਕੀਤਾ ਸੋਨੇ ਦਾ ਹਿਰਨ ਬਣ ਕੇ, ਸੁਨਹਿਰੀ ਗੋਲਡਨ ਰੰਗ ਦਾ ਹਿਰਨ ਬਣ ਕੇ ਅੱਗੋਂ ਲੰਘ ਗਿਆ ਝੁੱਗੀ ਦੇ ਸਾਹਮਣੇ। ਤੇ ਸੀਤਾ ਕਹਿਣ ਲੱਗੀ ਕਿ ਮੈਂ ਤਾਂ ਇਹੀ ਹਿਰਨ ਲੈਣਾ ਹੈ। ਰਾਮ ਕਹਿੰਦਾ ਜੰਗਲ ਵਿੱਚ ਬਥੇਰੇ ਹਿਰਨ ਹਨ। ਉਹ ਕਹਿੰਦੀ ਨਹੀਂ ਇਹੀ ਲੈਣਾ, ਸੋਨੇ ਰੰਗਾ, ਇਹੀ ਹਿਰਨ ਮੈਨੂੰ ਪਸੰਦ ਹੈ, ਇਹਨੂੰ ਲੈ ਕੇ ਆਓ ਫੜ ਕੇ। ਸੋਨੇ ਦਾ ਹਿਰਨ ਬਹੁਤ ਮੁਸ਼ਕਲ ਦੇ ਨਾਲ ਦਿਖਾਈ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਹਨ 12 ਵੰਨੀ ਦਾ, ਹਿਰਨ ਦੇ ਸਿਰ ਤੇ 12 ਸਿੰਘ ਹੁੰਦੇ ਆ ਨਾ, ਹਿਰਨ ਵਰਗਾ 12 ਵੰਨੀ ਦਾ ਸ਼ੁੱਧ ਸੋਨਾ ਜਿਹਨੂੰ ਮੰਨਿਆ ਜਾਂਦਾ ਹੈ। 12 ਵੰਨੀ ਦਾ ਸ਼ੁੱਧ ਸੋਨਾ ਉਦੋਂ ਬਣੇਗਾ, ਕੌਣ? ਲੋਹਾ। ਲੋਹਾ ਉਦੋਂ ਸੋਨਾ ਬਣੇਗਾ, ਸ਼ੁੱਧ ਸੋਨਾ ਉਦੋਂ ਬਣੇਗਾ ਜਦੋਂ ਪਾਰਸ ਦੇ ਨਾਲ ਛੂੰਹਦਾ ਹੈ। ਜਦੋਂ ਤੱਕ ਪਾਰਸ ਦੇ ਨਾਲ ਨਹੀਂ ਛੂੰਹਦਾ ਉਦੋਂ ਤੱਕ ਲੋਹਾ ਸੋਨਾ ਨਹੀਂ ਬਣ ਸਕਦਾ। ਜਦੋਂ ਤੱਕ ਇਹ ਵਿਕਾਰੀ ਮਨੁੱਖ, ਇਹ
ਕਾਮ ਕਰੋ ਲੋਭ ਹੰਕਾਰ ਦੇ ਨਾਲ ਜਕੜਿਆ ਹੋਇਆ ਮਨੁੱਖ ਇਹ ਮਨ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਨਹੀਂ ਛੂੰਹਦਾ, ਉਸ ਪ੍ਰੇਮਾ ਭਗਤੀ ਨੂੰ ਨਹੀਂ ਪਕੜਦਾ, ਉਦੋਂ ਤੱਕ ਇਹ ਲੋਹਾ ਰਵੇਗਾ। ਲੋਹਾ ਜਦੋਂ ਤੱਕ ਰਵੇਗਾ ਉਦੋਂ ਤੱਕ ਇਸ ਨੂੰ ਜੰਗਾਲ ਵੀ ਪੈਂਦਾ ਰਵੇਗਾ। ਜਦੋਂ ਤੱਕ ਇਸ ਨੂੰ ਜੰਗਾਲ ਪੈਂਦਾ ਰਵੇਗਾ ਉਦੋਂ ਤੱਕ ਇਹ ਗਲਦਾ ਵੀ ਰਵੇਗਾ, ਮਰਦਾ ਵੀ ਰਵੇਗਾ, ਸੜਦਾ ਵੀ ਰਵੇਗਾ। ਉਦੋਂ ਤੱਕ ਇਹ 84 ਲੱਖ ਜੂਨਾਂ ਤੋਂ ਮੁਕਤ ਨਹੀਂ ਹੋਵੇਗਾ। ਇਸ ਕਰਕੇ ਇਸ ਨੂੰ ਬੜੇ ਡਰ ਪਏ ਹਨ, ਸਹਿਮਿਆ ਹੋਇਆ ਹੈ। ਜਦੋਂ ਇਹ ਸੋਨਾ ਬਣ ਗਿਆ, ਸੋਨੇ ਨੂੰ ਕਾਹਦਾ ਡਰ? ਲੋਹੇ ਨੂੰ ਅੱਗ ਲੱਗਣ ਦਾ ਡਰ ਹੁੰਦਾ ਹੈ, ਲੋਹੇ ਨੂੰ ਪਾਣੀ ਤੋਂ ਡਰ ਹੁੰਦਾ ਹੈ, ਲੱਕੜ ਨੂੰ ਪਾਣੀ ਤੋਂ ਡਰ ਹੁੰਦਾ ਹੈ, ਲੱਕੜ ਨੂੰ ਜੜਨ ਦਾ ਡਰ ਹੁੰਦਾ ਹੈ, ਪਰ ਸੋਨੇ ਨੂੰ ਕਾਹਦਾ ਡਰ? ਸੁਨਿਆਰਾ ਜਦੋਂ ਸੋਨੇ ਨੂੰ ਸ਼ੁੱਧ ਕਰਦਾ ਹੈ ਨਾ, ਉਹ ਤਾਂ ਆਪ ਥੱਲੋਂ ਅੱਗ ਬਾਲਦਾ, ਉਹਨੂੰ ਪਤਾ ਸੋਨਾ ਨਹੀਂ ਸੜੇਗਾ, ਸੋਨਾ ਕਦੇ ਵੀ ਨਹੀਂ ਸੜਦਾ। ਇਸ ਕਰਕੇ ਸੋਨੇ ਨੂੰ ਕੋਈ ਸੜਨ ਦਾ ਡਰ ਨਹੀਂ ਹੁੰਦਾ। ਸੋਨਾ ਜਦੋਂ ਸ਼ੁੱਧ ਹੋ ਜਾਂਦਾ ਹੈ ਨਾ, ਤੇ ਉਹਨੂੰ ਮਰਨ ਦਾ ਡਰ ਨਹੀਂ, ਚਿੰਤਾਵਾਂ ਦਾ ਡਰ ਨਹੀਂ, ਦੁੱਖਾਂ ਦਾ ਡਰ ਨਹੀਂ, ਸਾਰੇ ਪਾਸੇ ਤੋਂ ਮੁਕਤ ਹੋ ਜਾਂਦਾ ਹੈ। ਲੋਹਾ ਕੰਚਨ ਹਿਰਨ ਹੋਏ ਕੈਸੇ, ਜਾਓ ਪਾਰਸ ਹੈ ਨਾ ਪਰਸੈ। ਜਦੋਂ ਤੱਕ ਲੋਹਾ ਪਾਰਸ ਨੂੰ ਨਹੀਂ ਛੂੰਹਦਾ ਉਦੋਂ ਤੱਕ ਸੋਨਾ ਨਹੀਂ ਬਣੇਗਾ। ਜਦੋਂ ਤੱਕ ਮਨੁੱਖ ਵਿਕਾਰਾਂ ਨੂੰ ਛੱਡ ਕੇ, ਵਿਕਾਰਾਂ ਦੀ ਮਸਤੀ ਨੂੰ ਛੱਡ ਕੇ, ਲੋਭ ਮੋਹ ਹੰਕਾਰ ਦਾ ਨਸ਼ਾ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਨਹੀਂ ਜੁੜਦਾ, ਉਦੋਂ ਤੱਕ ਇਹ ਸ਼ੁੱਧ ਨਹੀਂ ਹੋ ਸਕਦਾ। ਉਦੋਂ ਤੱਕ ਇਹਦੇ ਅੰਦਰ ਮੌਤ ਦਾ ਡਰ, ਵਿਕਾਰਾਂ ਦਾ ਡਰ ਬਰਕਰਾਰ ਰਹੇਗਾ, ਕਦੇ ਖਤਮ ਨਹੀਂ ਹੋਵੇਗਾ। ਇਸ ਕਰਕੇ ਦੇਵ ਸੰਸੈ ਗਾਂਠ ਤੋਂ ਛੁਟਿਆ। ਇਹ ਦੇਵਤਿਆ, ਇਹ ਭਾਈ, ਇਹ ਗੁਰਮੁਖ ਪਿਆਰਿਆ, ਇਸ ਕਰਕੇ ਅੰਦਰ ਸੰਸਿਆਂ ਦੀ ਗੰਢ, ਦੁੱਖਾਂ ਦੀ ਗੰਢ ਟੁੱਟਦੀ ਨਹੀਂ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚ ਹੋ ਮਿਲ ਲੂਟੇ। ਕਾਮਾਂ ਦਾ ਇੱਕ ਵਿਕਾਰਾਂ ਨੇ ਇਸ ਜੀਵਾਂ ਨੂੰ, ਇੱਕ ਨੂੰ ਥੋੜੇ, ਸਾਰੇ ਜੀਵਾਂ ਨੂੰ, ਜਿਤਨੇ ਵੀ ਜੀਵ ਹਨ, ਕੋਈ ਕਾਮੀ ਹੈ, ਕੋਈ ਕ੍ਰੋਧੀ ਹੈ, ਕੋਈ ਲੋਭੀ ਹੈ, ਕੋਈ ਮੋਹ ਦਾ, ਕੋਈ ਹੰਕਾਰੀ ਹੈ, ਕੋਈ ਈਰਖਾ ਦਵੈਸ਼ ਬਦੀ ਵਕੀਲੀ ਵਿੱਚ ਫਸਿਆ ਹੋਇਆ। ਹਰੇਕ ਜੀਵ ਲੁੱਟਿਆ ਹੋਇਆ, ਕਿਸੇ ਨਾ ਕਿਸੇ ਨੂੰ ਉਸ ਧੋਖੇ ਦਾ ਸ਼ਿਕਾਰ ਹੋਣਾ ਪਿਆ। ਰਹਾਓ ਵਿਸ਼ਰਾਮ ਦੇ ਕਰਕੇ ਅੱਗੇ ਰਵਿਦਾਸ ਮਹਾਰਾਜ ਕਹਿੰਦੇ ਹਨ। ਤੇ ਲੋਕਾਂ ਦਾ ਸੁਭਾਅ ਕੈਸਾ ਬਣਿਆ? ਕਿਹਨਾਂ ਦਾ? ਕੋਈ ਕਹਿੰਦਾ ਜੀ ਹਮ ਵੱਡ ਕਬ, ਕੋਈ ਕਹਿੰਦਾ ਮੈਂ ਬਹੁਤ ਵੱਡਾ ਕਵੀ ਹਾਂ ਜੀ। ਕਬ ਦਾ ਅਰਥ ਹੁੰਦਾ ਕਵੀ। ਕੋਈ ਕਹਿੰਦਾ ਕੁਲੀਨ ਹਮ ਪੰਡਿਤ, ਅਸੀਂ ਬੜੀ ਉੱਚੀ ਕੁਲ ਵਾਲੇ ਹਾਂ ਜੀ, ਅਸੀਂ ਬੜੇ ਉੱਚੇ ਪੰਡਿਤ ਹਾਂ ਜੀ, ਬੜੇ ਉੱਚੇ ਵਿਚਾਰਵਾਨ, ਬੜੇ ਉੱਚੇ ਗਿਆਨੀ ਆ। ਹਮ ਜੋਗੀ ਸੰਨਿਆਸੀ, ਹਰੇਕ ਬੰਦਾ ਹੰਕਾਰ ਦੇ ਵਿੱਚ ਹੈ। ਕੋਈ ਕਹਿੰਦਾ ਮੈਂ ਕਵੀ ਹਾਂ, ਕੋਈ ਕਹਿੰਦਾ ਉੱਚੀ ਕੁਲ ਵਾਲਾ, ਕੋਈ ਕਹਿੰਦਾ ਮੈਂ ਪੰਡਿਤ ਹਾਂ, ਕੋਈ ਕਹਿੰਦਾ ਮੈਂ ਜੋਗੀ ਹਾਂ, ਕੋਈ ਕਹਿੰਦਾ ਸੰਨਿਆਸੀ ਆ। ਇਹ ਹੰਕਾਰ ਨੇ, ਇਹ ਮਾਣ ਨੇ, ਇਸ ਨਸ਼ੇ ਨੇ ਸਾਰੇ ਜੀਵਾਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੈ। ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਇਹ ਜਿਹੜੀ ਬੁੱਧੀ ਹਰੇਕ ਜੀਵ ਨੂੰ ਮਿਲੀ ਹੋਈ ਨਾ, ਹਰੇਕ ਜੀਵ ਦੀ ਸੋਚਣੀ ਬਣੀ ਹੋਈ ਹੈ। ਕੋਈ ਕਹਿੰਦਾ ਮੈਂ ਬਹੁਤ ਵੱਡਾ ਗਿਆਨਵਾਨ ਗਿਆਨੀ ਆ, ਕੋਈ ਕਹਿੰਦਾ ਬਹੁਤ ਗੁਣੀ ਆ, ਗੁਣ ਬੜੇ ਮੇਰੇ ਵਿੱਚ, ਬੜੇ ਅੰਦਰ ਮੇਰੇ ਪ੍ਰਮਾਤਮਾ ਨੇ ਗੁਣ ਭਰੇ ਹਨ। ਕੋਈ ਬੜਾ ਆਪਣੇ ਆਪ ਨੂੰ ਕਹਿੰਦਾ ਸੂਰਮਾ ਮੈਂ, ਕੋਈ ਕਹਿੰਦਾ ਮੇਰੇ ਵਰਗਾ ਦਾਤਾ ਨਹੀਂ ਕੋਈ ਹੋਣਾ, ਕੋਈ ਕਹਿੰਦਾ ਮੇਰੇ ਵਰਗਾ ਦਾਨੀ ਨਹੀਂ ਹੋਣਾ। ਇਹ ਬੁੱਧ ਕਬਹਿ ਨਾ ਨਾਸੀ, ਇਹ ਬੁੱਧੀ ਕਦੇ ਵੀ ਕਿਸੇ ਦੇ ਨਾਸ ਨਹੀਂ ਹੁੰਦੀ, ਕਦੇ ਨਾ ਕਦੇ ਹੰਕਾਰ ਆ ਹੀ ਜਾਂਦਾ ਜਿਨ੍ਹਾਂ ਨੂੰ ਇਹ ਚੀਜ਼ਾਂ ਮਿਲੀਆਂ। ਰਵਿਦਾਸ ਮਹਾਰਾਜ ਕੀ ਕਹਿੰਦੇ ਹਨ? ਕਹੋ ਰਵਿਦਾਸ ਸਭੈ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ। ਜਿਵੇਂ ਝੱਲੇ ਮਨੁੱਖ ਘੁੰਮਦੇ ਹੋਣ, ਪਾਗਲਖਾਨੇ ਵਿੱਚ ਪਾਗਲ ਘੁੰਮਦੇ ਹੋਣ, ਪਾਗਲ ਕਦੇ ਨਹੀਂ ਕਹਿੰਦਾ ਮੈਂ ਪਾਗਲ। ਡਾਕਟਰ ਨੂੰ ਕਹਿੰਦਾ ਤੂੰ ਪਾਗਲ ਹੈ, ਤੂੰ ਕਿਉਂ ਘੁੰਮਦਾ ਪਾਗਲਖਾਨੇ ਵਿੱਚ, ਇੱਥੇ ਕਰਦਾ। ਪਾਗਲ ਡਾਕਟਰ ਨੂੰ ਪਾਗਲ ਸਮਝੇਗਾ, ਪਰ ਆਪ ਕਦੇ ਨਹੀਂ ਕਹਿੰਦਾ ਮੈਂ ਪਾਗਲ ਹਾਂ। ਇਸ ਕਰਕੇ ਮਨੁੱਖ ਹਰੇਕ ਬੰਦਾ ਝੱਲਿਆਂ ਦੇ ਵਾਂਗੂ ਘੁੰਮਦਾ, ਪਾਗਲਾਂ ਦੀ ਨਿਆਈ ਘੁੰਮਦਾ। ਜੇ ਇਹਦੇ ਸਾਹਮਣੇ ਗੁਰੂ ਵੀ ਆ ਜਾਵੇ ਨਾ, ਕਹਿੰਦੇ ਗੁਰੂ ਤਾਂ ਪਾਗਲ ਹੈ, ਮੈਨੂੰ ਸਮਝਾਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤਾਂ ਪਾਗਲ ਹੈ, ਭਗਤ ਤਾਂ ਵੀ ਬੋਲਦੇ ਰਹਿੰਦੇ ਹੈ, ਗੁਰਮੁਖ ਰੱਬ ਦੇ ਪਿਆਰੇ ਇਹ ਤਾਂ ਝੱਲੇ ਹੈ। ਇਹਨਾਂ ਨੂੰ ਕੀ ਪਤਾ ਦੁਨੀਆਦਾਰੀ ਦਾ, ਇਹਨਾਂ ਨੂੰ ਕੀ ਪਤਾ ਦੁਨੀਆਦਾਰੀ ਕਿਵੇਂ ਚੱਲਦੀ ਹੈ। ਸਾਨੂੰ ਪਤਾ, ਅਸੀਂ ਬੜੇ ਸਿਆਣੇ ਆ। ਭਗਤਾਂ ਨੂੰ, ਗੁਰਮੁਖ ਪਿਆਰਿਆਂ ਨੂੰ, ਗੁਰੂ ਨੂੰ ਵੀ ਉਹ ਪਾਗਲ ਸਮਝਦਾ ਹੈ ਜਿਹੜਾ ਇਹਨਾਂ ਵਿਕਾਰਾਂ ਦੀ ਗ੍ਰਿਫਤ ਵਿੱਚ ਹੈ। ਰਵਿਦਾਸ ਮਹਾਰਾਜ ਕਹਿੰਦੇ ਇਹਨਾਂ ਵਿਚਾਰਾਂ ਨੂੰ ਕੀ ਕਹਿਣਾ? ਤਾਂ ਵੱਡੇ ਵੱਡੇ ਰਿਸ਼ੀ ਮੁਨੀ ਪੀਰ, ਆਪਣੇ ਆਪ ਨੂੰ ਸਮਝਣ ਵਾਲੇ, ਬੜੇ ਬੜੇ ਜਤੀ ਸਤੀ ਆਪਣੇ ਆਪ ਨੂੰ ਕਹਾਣ ਵਾਲੇ, ਉਹ ਸਾਰੇ ਹੀ ਭੁੱਲੇ ਪਏ ਹਨ। ਬੌਰਿਆਂ ਦੇ ਵਾਂਗੂ ਗਲਤੀ ਖਾ ਖਾ ਕੇ ਹਰੇਕ ਵਾਰ ਵਿਕਾਰਾਂ ਦੇ ਹੱਥੋਂ ਲੁੱਟੇ ਜਾਂਦੇ ਹਨ।
ਕਹੋ ਰਵਿਦਾਸ ਸਭੈ ਨਹੀਂ ਸਮਝਸ। कैसे ਇੱਕ ਨੂੰ ਕੀ ਸਮਝਾਣਾ। ਰਵਿਦਾਸ ਮਹਾਰਾਜ ਕਹਿੰਦੇ ਉਸ ਭਗਤ ਨੂੰ, ਉਸ ਸੇਵਕ ਨੂੰ ਕਹਿੰਦੇ ਕੀ ਕਿਸੇ ਇੱਕ ਨੂੰ ਕੀ ਸਮਝਾਣਾ। ਇੱਥੇ ਤਾਂ ਸਾਰਾ ਜਗਤ ਝੱਲਿਆ ਵਾਂਗੂ ਘੁੰਮਦਾ ਫਿਰਦਾ, ਸਾਰਾ ਜਗਤ ਹੀ ਪਾਗਲ ਹੋਇਆ ਫਿਰਦਾ ਹੈ। ਪਰ ਸਾਨੂੰ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਮੇਰੇ ਗਰੀਬ ਦੇ ਉੱਪਰ, ਨਿਮਾਣੇ ਦੇ ਉੱਪਰ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ। ਮੋਹੇ ਆਧਾਰ ਨਾਮ ਨਾਰਾਇਣ। ਮੈਨੂੰ ਤਾਂ ਨਾਮ, ਪਰਮੇਸ਼ਰ ਦੇ ਨਾਮ ਦਾ ਆਸਰਾ ਹੈ, ਉਹਦੀ ਬੰਦਗੀ ਦਾ, ਉਹਦੀ ਭਗਤੀ ਦਾ ਆਸਰਾ ਹੈ, ਜਿਸ ਦਾ ਨਾਮ ਸਾਡੇ ਵਾਸਤੇ ਪ੍ਰਾਣ ਆਧਾਰ ਹੈ। ਪ੍ਰਾਣ ਰੂਪੀ, ਪ੍ਰਾਣਾ ਦੇ ਵਾਂਗੂ ਕੀਮਤੀ ਹੈ ਪਰਮਾਤਮਾ ਦਾ ਨਾਮ। ਜੀਵਨ ਪ੍ਰਾਨ ਧਨ ਮੋਰੇ। ਮੇਰੇ ਵਾਸਤੇ ਤਾਂ ਬਹੁਤ ਬੇਸ਼ਕੀਮਤਾ ਇਹ ਧਨ ਹੈ, ਬੜੀ ਮਹਿੰਗੀ ਪੂੰਜੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਇਸ ਕਰਕੇ ਅਸੀਂ ਸੰਸਿਆਂ ਤੋਂ ਮੁਕਤ ਹੋ ਗਏ, ਸਹਿਮ ਤੋਂ ਮੁਕਤ ਹੋ ਗਏ ਹਾਂ। ਕਿਸੇ ਵੀ ਡਰ ਤੋਂ, ਜਮਾਂ ਦਾ ਡਰ ਨਹੀਂ ਸਾਨੂੰ ਸਤਾਉਂਦਾ ਹੁਣ, ਨਾ ਹੁਣ ਵਿਕਾਰਾਂ ਦਾ ਡਰ ਹੈ, ਨਾ ਤਾਂ ਕਿਸੇ ਵੀ ਤਰ੍ਹਾਂ ਦਾ ਦੁੱਖ, ਗਰੀਬੀ ਦਾ ਦੁੱਖ, ਗਰੀਬੀ ਦਾ ਡਰ, ਇਹ ਵੀ ਖਤਮ ਹੋ ਗਿਆ। ਇਸ ਕਰਕੇ ਜਿਨ੍ਹਾਂ ਦੇ ਪੱਲੇ ਨਾਮ ਮਿਲ ਜਾਂਦਾ ਹੈ ਨਾ, ਜਿਨ੍ਹਾਂ ਨੂੰ ਬੰਦਗੀ ਮਿਲ ਜਾਂਦੀ, ਜਿਨ੍ਹਾਂ ਨੂੰ ਭਗਤੀ ਮਿਲ ਜਾਂਦੀ ਭਾਈ, ਉਹ ਸਾਰੇ ਡਰਾਂ ਤੋਂ ਮੁਕਤ ਹੋ ਜਾਂਦਾ ਹੈ। ਤੂੰ ਵੀ ਉਸ ਪਰਮਾਤਮਾ ਦੀ ਬੰਦਗੀ ਕਰਿਆ ਕਰ, ਪਰਮਾਤਮਾ ਦਾ ਨਾਮ ਜਪਿਆ ਕਰ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਿਆ ਨਹੀਂ ਜਾ ਸਕਦਾ, ਪਰ ਇਸ ਤੋਂ ਸਾਵਧਾਨ ਹੋਇਆ ਜਾ ਸਕਦਾ ਹੈ। ਇਹਨਾਂ ਵਿਕਾਰਾਂ ਤੋਂ ਸਾਵਧਾਨ ਹੋ ਕਰਕੇ ਅਰਦਾਸ ਕਰਕੇ ਪਰਮਾਤਮਾ ਦੇ ਚਰਨਾਂ 'ਚ, ਪਰਮਾਤਮਾ ਸਾਨੂੰ ਬੱਚਿਆਂ ਨੂੰ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖੋ, ਇਹਨਾਂ ਗੁਣਾਂ ਤੋਂ ਸਾਨੂੰ, ਇਹਨਾਂ ਦੇ ਹੰਕਾਰ ਤੋਂ ਬਚਾ ਕੇ ਰੱਖੋ। ਕਿਹੜੇ ਗੁਣ? ਜੇ ਕੋਈ ਕਹਿੰਦਾ ਨਾ ਹਮ ਬੜ ਕਬ ਕੁਲੀਨ, ਹਮ ਪੰਡਤ ਹਮ ਜੋਗੀ ਸੰਨਿਆਸੀ। ਕਿਸੇ ਵੀ ਤਰ੍ਹਾਂ ਦਾ ਤੇਰੇ ਅੰਦਰ ਗੁਣ ਹੈ ਨਾ, ਪਰ ਉਹਦਾ ਮਾਣ ਨਾ ਕਰ, ਉਹਦਾ ਹੰਕਾਰ ਨਾ ਕਰ, ਗੁਣ ਦਾ ਸ਼ੁਕਰ ਕਰ ਕਿ ਤੈਨੂੰ ਪਰਮਾਤਮਾ ਨੇ ਤੈਨੂੰ ਗੁਣ ਦਿੱਤੇ, ਉਹਦਾ ਸ਼ੁਕਰਾਨਾ ਕਰ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਰਵਿਦਾਸ ਮਹਾਰਾਜ ਦੇ ਇਸ ਸ਼ਬਦ ਦੇ ਨਾਲ ਆਪਾਂ ਇੱਥੋਂ ਤੱਕ ਪਹੁੰਚੇ ਹਾਂ, ਰਾਮਕਲੀ ਰਾਗ ਤੱਕ। ਮਹਾਰਾਜ ਕਿਰਪਾ ਕਰਨ, ਜਿਹੜੇ 8-9 ਸ਼ਬਦ ਰਹਿੰਦੇ ਹਨ ਉਸ ਦੀ ਵਿਚਾਰ ਮਹਾਰਾਜ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ੁੱਧ ਸਪਸ਼ਟ ਅਰਥ ਮਹਾਰਾਜ ਆਪ ਕਰਾਣ, ਤਾਂ ਜੋ ਸਾਨੂੰ ਸਮਝ ਪਵੇ ਕਿ ਰਵਿਦਾਸ ਮਹਾਰਾਜ ਦੀ ਬਾਣੀ ਸਾਨੂੰ ਕੀ ਕਹਿ ਰਹੀ ਹੈ। ਇਸ ਦੀ ਸਮਾਪਤੀ ਤੋਂ ਬਾਅਦ ਆਪਾਂ ਹੋਰ ਮਹਾਰਾਜ ਜੋ ਵਿਧਕ ਬਣਾਉਣਗੇ ਉਹਦੀ ਕਥਾ ਸ਼ੁਰੂ ਕਰਾਂਗੇ, ਤਾਂ ਜੋ ਸੰਗਤ ਜਿਹੜੀ ਸੁਣਦੀ ਹੈ ਉਹਨਾਂ ਦਾ ਵੀ, ਉਹਨਾਂ ਦੀ ਇਕਾਗਰਤਾ ਬਣੀ ਰਹੇ, ਉਹਨਾਂ ਨੂੰ ਸੁਣਨ ਵਾਸਤੇ ਕੋਈ ਸ਼ੁਭ ਗਿਆਨ ਮਹਾਰਾਜ ਦੀ ਬਾਣੀ ਵਿੱਚੋਂ ਪ੍ਰਾਪਤ ਹੋ ਸਕੇ, ਕਿਸੇ ਨੂੰ ਭਗਤੀ ਦੀ ਚੇਟ ਲੱਗ ਸਕੇ, ਕਿਸੇ ਨੂੰ ਨਾਮ ਜਪਣ ਦਾ ਸ਼ੌਂਕ ਪੈਦਾ ਹੋ ਸਕੇ। ਆਓ ਹੁਣ ਸਤਿਗੁਰੂ ਜੀ ਕਿਰਪਾ ਕਰਨ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਨੰਦ ਸਾਹਿਬ ਦਾ ਜਾਪ ਉਪਰੰਤ ਅਰਦਾਸ ਸ਼ਾਮਲ ਹੋਵੇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਦੀ ਕਿਰਪਾ ਸਦਕਾ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਰਹਿਮਤ ਦੇ ਸਦਕਾ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪੰਜ ਤੀਰਥ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚ ਕਰਕੇ ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਸਰਵਣ ਕਰ ਰਹੇ ਹਾਂ। ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਪੰਜ ਬਾਣੀਆਂ ਦਾ ਨਿਤਨੇਮ ਹੋਇਆ, ਆਸਾ ਦੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਇਲਾਹੀ ਬਾਣੀ ਦਾ ਸ਼ਬਦ ਆਪ ਜੀ ਨੇ ਕੀਰਤਨ ਦੇ ਰੂਪ ਵਿੱਚ ਸਰਵਣ ਕੀਤਾ। ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਕਰੀਏ, ਬਖਸ਼ਿਸ਼ ਪ੍ਰਾਪਤ ਕਰੀਏ, ਕਿਉਂਕਿ ਰੁੱਤਾਂ ਦੇ ਹਿਸਾਬ ਦੇ ਨਾਲ ਗ੍ਰੀਖਮ ਰੁੱਤ ਕੱਲ੍ਹ ਦੀ ਸ਼ੁਰੂ ਹੋਈ ਹੈ, ਗਰਮੀ ਦੀ ਰੁੱਤ ਸ਼ੁਰੂ ਹੋਈ ਹੈ, ਜਿਸ ਦੇ ਨਾਲ ਦਿਨ ਬਹੁਤ ਵੱਡਾ ਹੋ ਜਾਂਦਾ ਹੈ। ਤਕਰੀਬਨ 2-3 ਘੰਟੇ ਦਾ ਸਮੇਂ ਦਾ ਫਰਕ ਪੈ ਜਾਂਦਾ ਹੈ। ਘੰਟਾ ਡੇਢ ਘੰਟਾ ਸਵੇਰੇ ਸੂਰਜ ਪਹਿਲਾਂ ਨਿਕਲ ਆਉਂਦਾ ਹੈ ਸਰਦੀਆਂ ਦੇ ਹਿਸਾਬ ਦੇ ਨਾਲ, ਤੇ ਘੰਟਾ ਡੇਢ ਘੰਟਾ ਲੇਟ ਛੁਪਦਾ ਹੈ। ਜਿੱਥੇ ਆਪਾਂ ਤਕਰੀਬਨ ਸਿਆਲ ਦੇ ਦਿਨਾਂ ਦੇ ਵਿੱਚ 6:15 ਵਜੇ ਕੀਰਤਨ ਸ਼ੁਰੂ ਕਰਦੇ ਸਾਂ, ਹੁਣ 5:15 ਵਜੇ ਕੀਰਤਨ ਦੀ ਆਰੰਭਤਾ ਹੁੰਦੀ ਹੈ। ਇਸ ਹਿਸਾਬ ਦੇ ਨਾਲ ਸੂਰਜ ਛੇਤੀ ਨਿਕਲ ਪੈਂਦਾ ਹੈ, ਇਸ ਕਰਕੇ ਆਪਾਂ ਸਵੇਰ ਦੇ ਦੀਵਾਨ ਦਾ ਸਮਾਂ ਘਟਾਇਆ ਹੈ।
ਬਹੁਤੀ ਲੰਬੀ ਆਪਾਂ ਕਥਾ ਨਹੀਂ ਕਰਾਂਗੇ। ਜੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਿਚਾਰ ਚੱਲਦੀ ਪਈ ਹੈ, ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਜੋ ਆਪਾਂ ਕਈ ਰੋਜ਼ ਪਹਿਲਾਂ ਭਗਤ ਰਵਿਦਾਸ ਮਹਾਰਾਜ ਜੀ ਦੇ ਸ਼ਬਦਾਂ ਦੀ ਵਿਚਾਰ ਆਰੰਭ ਕੀਤੀ ਸੀ। ਭਗਤ ਰਵਿਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਕਿਉਂਕਿ ਭਗਤਾਂ ਦੀ ਬਾਣੀ ਨੂੰ ਵਿਚਾਰਨਾ ਬਹੁਤ ਉੱਚੀ ਅਵਸਥਾ ਦੀ ਗੱਲ ਇਹਦੇ ਵਿੱਚ ਕੀਤੀ ਹੁੰਦੀ ਹੈ, ਪਰ ਆਪਾਂ ਤਾਂ ਸਿਰਫ ਤੇ ਸਿਰਫ ਇਹਨਾਂ ਦੇ ਅਰਥ ਪੜ੍ਹਦੇ ਪਏ ਹਾਂ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਉਹਨਾਂ ਮਹਾਂਪੁਰਸ਼ਾਂ ਦੀ, ਉਹਨਾਂ ਮਹਾਨ ਆਤਮਾ ਦੀ ਜਿਹੜੀ ਅੰਦਰ ਦੀ ਅਵਸਥਾ ਹੈ, ਆਪਾਂ ਕਿਵੇਂ ਬਿਆਨ ਕਰ ਸਕਦੇ ਹਾਂ। ਸਾਡੇ ਅੰਦਰ ਤਾਂ ਕਾਮ ਛੁਪਿਆ ਹੋਇਆ ਹੈ, ਉਹਨਾਂ ਦੇ ਅੰਦਰ ਰਾਮ ਛੁਪਿਆ ਸੀ। ਉਹਨਾਂ ਦੇ ਅੰਦਰ ਪਰਮਾਤਮਾ ਹੈ, ਸਾਡੇ ਅੰਦਰ ਪਦਾਰਥ ਹਨ। ਉਹਨਾਂ ਦੇ ਅੰਦਰ ਨਿਮਰਤਾ ਹੈ, ਸਾਡੇ ਅੰਦਰ ਹੰਕਾਰ ਹੈ। ਪਰ ਫਿਰ ਵੀ ਕੋਸ਼ਿਸ਼ ਕਰਦੇ ਹਾਂ, ਇਹ ਮੰਗ ਕਰਦੇ ਹਾਂ, ਮਹਾਰਾਜ ਕਿਤੇ ਕਿਨਕਾ ਮਾਤਰ ਬੰਦਗੀ ਦਾ, ਭਗਤੀ ਦਾ, ਨਾਮ ਜਪਣ ਦਾ ਸਾਡੇ ਹਿਰਦੇ ਵਿੱਚ ਵੀ ਤੁਸੀਂ ਮਹਾਰਾਜ ਪਾਉਣ ਦੀ ਕਿਰਪਾਲਤਾ ਕਰਿਓ। ਭਗਤਾਂ ਦੀ ਬਾਣੀ ਨੂੰ ਵਿਚਾਰਦਿਆਂ ਹੋਇਆਂ ਸ਼ਾਇਦ ਕਿਤੇ ਸਾਡੇ ਹਿਰਦਿਆਂ ਵਿੱਚ ਵੀ ਉਹਨਾਂ ਦੀ ਬਖਸ਼ਿਸ਼ ਹੋ ਜਾਵੇ। ਆਓ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਤਕਰੀਬਨ ਆਪਾਂ 32 ਕੁ ਸ਼ਬਦ ਵਿਚਾਰ ਲਏ ਹਨ, ਜਿਨ੍ਹਾਂ ਵਿੱਚ 8 ਕੁ ਸ਼ਬਦ ਰਹਿੰਦੇ ਹਨ। ਇਸੇ ਤਰ੍ਹਾਂ ਸਹਿਜੇ ਸਹਿਜੇ ਚੱਲਦਿਆਂ ਹੋਇਆਂ ਆਪਾਂ ਉਹਨਾਂ ਸ਼ਬਦਾਂ ਦੀ ਵੀ ਵਿਚਾਰ ਕਰਨੀ ਹੈ, ਤੇ ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ। ਅੱਜ ਦੇ ਇਸ ਸ਼ਬਦ ਵਿੱਚ ਜੋ ਸਾਨੂੰ ਭਗਤ ਰਵਿਦਾਸ ਮਹਾਰਾਜ ਜੀ ਬਖਸ਼ਿਸ਼ ਕਰਕੇ ਦੱਸਦੇ ਪੈਣ ਕਿ ਪ੍ਰਮਾਤਮਾ ਕਿਵੇਂ ਆਪਣੇ ਭਗਤਾਂ ਦੇ ਉੱਪਰ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਇਹ ਦੁਨੀਆ ਦੇ ਲੋਕ ਨਹੀਂ ਸੋਚ ਸਕਦੇ। ਜਿਸ ਵੇਲੇ ਭਗਤ ਰਵਿਦਾਸ ਮਹਾਰਾਜ ਜੀ ਦੀ ਬੜੀ ਜੈ ਜੈਕਾਰ ਹੋ ਗਈ, ਪ੍ਰਤਾਪ ਵੱਧ ਗਿਆ, ਬਹੁਤ ਹੀ ਸ਼ੋਭਾ ਹੋਣ ਲੱਗ ਪਈ ਸਾਰੇ ਪਾਸੇ। ਤੇ ਰਾਜਸਥਾਨ ਦੇ ਵਿੱਚ ਇੱਕ ਰਾਜਾ ਹੈ, ਚਿਤੌੜਗੜ੍ਹ ਦਾ ਰਾਜਾ। ਚਿਤੌੜਗੜ੍ਹ ਕਿਲਾ ਉਦੈਪੁਰ ਦੇ ਕੋਲ, ਜਦੋਂ ਆਪਾਂ ਵਡੋਦਰਾ ਵੱਲ ਨੂੰ ਜਾਂਦੇ ਹਾਂ, ਰਸਤੇ ਵਿੱਚ ਚਿਤੌੜਗੜ੍ਹ ਕਿਲਾ ਆਉਂਦਾ ਹੈ। ਉੱਥੋਂ ਦਾ ਰਾਜਾ ਤੇ ਉਹਦੀ ਰਾਣੀ ਨੇ ਭਗਤ ਰਵਿਦਾਸ ਮਹਾਰਾਜ ਜੀ ਦਾ ਜਸ ਸੁਣਿਆ, ਬੜੀ ਮਹਿਮਾ ਸਰਵਣ ਕੀਤੀ ਆਪਣੇ ਕੰਨਾਂ ਦੇ ਨਾਲ। ਜਦੋਂ ਕਾਸ਼ੀ ਦੇ ਵਿੱਚ ਗਈ ਦਰਸ਼ਨ ਕਰਨ ਦੇ ਵਾਸਤੇ, ਜਦੋਂ ਉੱਥੇ ਤੀਰਥਾਂ ਦਾ ਇਸ਼ਨਾਨ ਕੀਤਾ, ਰਾਤ ਨੂੰ ਲੁਕ ਛਿਪ ਕੇ, ਸ਼ਾਮ ਨੂੰ ਆਪਣੀਆਂ ਦਾਸੀਆਂ ਦੇ ਨਾਲ ਲੁਕ ਛਿਪ ਕੇ ਰਵਿਦਾਸ ਮਹਾਰਾਜ ਦੇ ਦਰਸ਼ਨ ਕਰਕੇ ਆਈ ਤੇ ਉੱਥੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ। ਵਾਪਸ ਜਦੋਂ ਆਪਣੇ ਰਾਜ ਮਹਿਲਾਂ ਵਿੱਚ ਆਈ ਤੇ ਪੰਡਤਾਂ, ਪ੍ਰੋਹਿਤਾਂ ਨੇ, ਬ੍ਰਾਹਮਣਾਂ ਨੇ ਜਾ ਕਰਕੇ ਰਾਜੇ ਨੂੰ ਸ਼ਿਕਾਇਤ ਕੀਤੀ, ਰਾਜਨ ਤੇਰੀ ਰਾਣੀ ਨੇ ਤੇਰੇ ਖਾਨਦਾਨ ਦਾ ਅਤੇ ਸਾਡੇ ਬ੍ਰਾਹਮਣ ਖਾਨਦਾਨ ਦਾ ਨੱਕ ਵੜਾ ਦਿੱਤਾ ਹੈ। ਰਾਜਾ ਕਹਿਣ ਲੱਗਾ, ਐਸਾ ਕਿਹੜਾ ਇਸਨੇ ਕਰਮ ਕੀਤਾ ਹੈ, ਵਿਭਚਾਰੀ ਹੋ ਗਈ ਹੈ, ਜਾਂ ਇਸਨੇ ਕੋਈ ਗਲਤ ਕਰਮ ਕਰ ਦਿੱਤਾ ਜਿਹੜਾ ਇੱਕ ਇਸਤਰੀ ਨੂੰ, ਇੱਕ ਪਤਨੀ ਨੂੰ ਨਹੀਂ ਕਰਨਾ ਚਾਹੀਦਾ। ਰਾਜਾ ਹੋਰ ਕੁਝ ਮਨ ਵਿੱਚ ਸੋਚਦਾ, ਪਰ ਬ੍ਰਾਹਮਣ ਕਹਿਣ ਲੱਗੇ, ਇਸ ਤੋਂ ਵੀ ਵੱਡਾ ਕਰਮ ਮਾੜਾ ਇਸਨੇ ਕੀਤਾ ਹੈ। ਉਹ ਕਿਹੜਾ ਹੈ ਕਿ ਤੁਸੀਂ ਜਿਹੜੇ ਖੱਤਰੀ ਲੋਕ ਹੋ, ਉਹ ਬ੍ਰਾਹਮਣਾਂ ਨੂੰ ਤੁਸੀਂ ਆਪਣਾ ਗੁਰੂ ਸਮਝਦੇ ਹੋ, ਪਰ ਤੇਰੀ ਰਾਣੀ ਨੇ ਅੱਜ ਐਸਾ ਕੰਮ ਕੀਤਾ ਕਿ ਬ੍ਰਾਹਮਣਾਂ ਨੂੰ ਛੱਡ ਕੇ, ਆਪਣੇ ਖਾਨਦਾਨੀ ਕਰਮਾਂ ਨੂੰ ਛੱਡ ਕੇ, ਪੂਜਾ ਪਾਠ ਨੂੰ ਛੱਡ ਕਰਕੇ ਇੱਕ ਅਤ ਦੇ ਅਛੂਤ ਬੰਦੇ ਨੂੰ, ਜਿਹੜਾ ਬਹੁਤ ਨੀਵੀਂ ਜਾਤ ਦੇ ਵਿੱਚ ਨੀਵੇਂ ਕਰਮ ਕਰਨ ਵਾਲਾ ਹੈ, ਜੁੱਤੀਆਂ ਗੰਢਦਾ ਹੈ, ਮਾਸ, ਮਰੇ ਹੋਏ ਪਸ਼ੂਆਂ ਦਾ ਮਾਸ ਕੱਟਦਾ ਹੈ, ਨੀਵੀਂ ਜਾਤ ਦਾ, ਚਮਾਰ ਜਾਤੀ ਦਾ, ਉਸ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਰਾਣੀ ਨੂੰ ਜਦੋਂ ਰਾਜੇ ਨੇ ਪੁੱਛਿਆ ਕਿ ਇਹ ਸੱਚ ਬੋਲਦੇ ਹਨ, ਆਪਣੇ ਰਾਜ ਮਹਿਲਾਂ ਵਿੱਚ ਜਾ ਕੇ ਜਦੋਂ ਪੁੱਛਿਆ ਕਿ ਇਹ ਪੰਡਤ ਸੱਚ ਬੋਲਦੇ ਹਨ, ਰਾਣੀ ਕਹਿਣ ਲੱਗੀ, ਬਿਲਕੁਲ ਸੱਚ ਬੋਲਦੇ, ਜੋ ਇਹ ਇਹਨਾਂ ਨੇ ਕਿਹਾ ਸੱਚ ਹੈ। ਮੈਂ ਮੰਨਦੀ ਹਾਂ ਕਿ ਮੈਂ ਇੱਕ ਰਵਿਦਾਸ ਨੂੰ, ਇੱਕ ਨੀਵੀਂ ਜਾਤ ਦੇ ਬੰਦੇ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ, ਪਰ ਉਹ ਨੀਵੀਂ ਜਾਤ ਦੇ ਨਹੀਂ, ਉਹ ਬਹੁਤ ਉੱਚੀ ਅਵਸਥਾ ਦੇ ਮਾਲਕ ਹਨ, ਮੇਰੇ ਗੁਰੂ ਹਨ, ਮੈਂ ਉਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ। ਪਰ ਇਹ ਜਿਹੜੇ ਪੰਡਿਤ ਪ੍ਰੋਹਿਤ ਹਨ, ਬ੍ਰਾਹਮਣ ਹਨ, ਇਹ ਲਾਲਚੀ ਲੋਕ ਹੈ। ਇਹਨਾਂ ਵਿੱਚ ਪ੍ਰਭੂ ਦੀ ਪ੍ਰੀਤੀ ਨਹੀਂ, ਨਾ ਕਿਸੇ ਨੂੰ ਜੋੜ ਸਕਦੇ ਪ੍ਰਭੂ ਦੀ ਪ੍ਰੀਤੀ ਦੇ ਨਾਲ। ਉਹਨਾਂ ਦੀ ਅਵਸਥਾ ਬੜੀ ਉੱਚੀ ਹੈ, ਉਹਨਾਂ ਦੇ ਕੋਲ ਬੈਠਣ ਦੇ ਨਾਲ ਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੁੜ ਜਾਂਦੀ ਹੈ।
ਇਹਨਾਂ ਦੇ ਕੋਲ ਬੈਠਣ ਦੇ ਨਾਲ ਤਾਂ ਕੀ ਮਿਲਦਾ ਹੈ? ਇਹ ਤਾਂ ਪੈਸੇ ਦੇ ਲਾਲਚੀ ਲੋਕ ਹਨ। ਤੁਸੀਂ ਪਰਤਾ ਕੇ ਦੇਖ ਲਓ, ਇਹਨਾਂ ਦਾ ਇਮਤਿਹਾਨ ਲੈ ਲਓ। ਜਦੋਂ ਪੰਡਿਤ ਬਾਹਰ ਖੜੇ ਆਪਣੇ ਇਕੱਠ ਨੂੰ ਇਕੱਠਾ ਕਰਕੇ ਕਹਿਣ ਲੱਗੇ, ਰਾਜਾ ਕਹਿਣ ਲੱਗਾ ਕੋਈ ਨਾ, ਤੁਸੀਂ ਘਬਰਾਓ ਨਾ। ਰਾਣੀ ਵੀ ਨਾਲ ਕਹਿਣ ਲੱਗੀ ਤੁਸੀਂ ਘਬਰਾਓ ਨਾ, ਤੁਹਾਨੂੰ ਖੁੱਲ੍ਹਾ ਪੈਸਾ ਮਿਲੇਗਾ। ਕੀ ਤੁਹਾਨੂੰ ਚਾਹੀਦਾ? ਉਹ ਕਹਿਣ ਲੱਗੇ ਸਾਨੂੰ ਪੈਸਾ ਦਿਓ, ਸਾਨੂੰ ਦਕਸ਼ਨਾ ਦਿਓ, ਸਾਨੂੰ ਬਸਤਰ ਦਿਓ, ਸਾਨੂੰ ਭੋਜਨ ਛਕਾਓ, ਜਿਹੜੀਆਂ ਬਾਹਰੀ ਚੀਜ਼ਾਂ ਸਨ। ਰਾਜਾ ਅੰਦਰੋਂ ਅੰਦਰ ਹੱਸਣ ਲੱਗਾ, ਕਹਿੰਦਾ ਸਾਚੀ ਇਹ ਲਾਲਚੀ ਲੋਕ ਹੈ। ਰਾਣੀ ਵੀ ਕਹਿਣ ਲੱਗੀ ਮੈਂ ਤੁਹਾਨੂੰ ਕਿਹਾ ਸੀ ਨਾ ਲਾਲਚੀ ਹੈ, ਇਹਨਾਂ ਦੇ ਅੰਦਰ ਰੱਬ ਦੀ ਪ੍ਰਤੀਤੀ ਕੋਈ ਨਹੀਂ, ਬਸ ਪਦਾਰਥਾਂ ਦੀ ਭੁੱਖ ਹੈ। ਰਾਜਾ ਕਹਿਣ ਲੱਗਾ ਚਲੋ ਇੱਦਾਂ ਕਰੋ, ਅੱਜ ਤੁਸੀਂ ਜਾਓ, ਮੈਂ ਇੱਕ ਦਿਨ ਨੀਅਤ ਕਰਕੇ ਤੁਹਾਨੂੰ ਦੱਸਾਂਗਾ ਕਿ ਇੱਕ ਦਿਨ ਆਪਾਂ ਵੱਡਾ ਸਾਰਾ ਜੱਗ ਕਰਨਾ, ਉਹਦੇ ਵਿੱਚ ਤੁਹਾਨੂੰ ਭੋਜਨ ਵੀ ਛਕਾਇਆ ਜਾਵੇਗਾ, 36 ਪ੍ਰਕਾਰ ਦੇ ਭੋਜਨ ਛਕਾਵਾਂਗੇ, ਉਹ ਵੀ ਤੁਹਾਨੂੰ ਸੋਨੇ ਦੇ ਭਾਂਡਿਆਂ ਵਿੱਚ, ਸੋਹਣੇ ਸੋਹਣੇ ਬਸਤਰ ਦਿੱਤੇ ਜਾਣਗੇ, ਫਿਰ ਤੁਹਾਨੂੰ ਮਾਇਆ ਵੀ ਬਹੁਤ ਮਿਲੇਗੀ। ਠੀਕ ਹੈ। ਉਹ ਸਾਰੇ ਪੰਡਿਤ ਬ੍ਰਾਹਮਣ ਲੋਕ ਚਲੇ ਗਏ, ਕਹਿੰਦੇ ਵਾਹ ਹੁਣ ਰਾਜਾ ਜੱਗ ਕਰੇਗਾ। ਰਾਜਿਆਂ ਦਾ ਕੀਤਾ ਹੋਇਆ ਜੱਗ ਕੋਈ ਸਸਤਾ ਨਹੀਂ ਹੁੰਦਾ, ਬੜਾ ਮਹਿੰਗਾ ਹੁੰਦਾ, ਸੋਨੇ ਦੇ ਭਾਂਡਿਆਂ ਵਿੱਚ ਭੋਜਨ ਛਕਾਵੇਗਾ। ਰਾਜਨ ਨੇ ਜਦੋਂ ਇਹ ਗੱਲ ਕਹੀ ਤੇ ਸਾਰੇ ਪੰਡਿਤ ਬ੍ਰਾਹਮਣ ਚਲੇ ਗਏ। ਸਮਾਂ ਨਿਯਤ ਕੀਤਾ ਗਿਆ। ਰਾਣੀ ਕਹਿਣ ਲੱਗੀ ਮੈਂ ਆਪਣੇ ਗੁਰੂ ਜੀ ਨੂੰ ਵੀ ਸਦਾਂਗੀ, ਮੈਂ ਉਹਨਾਂ ਨੂੰ ਜ਼ਰੂਰ ਸੱਦਣਾ ਹੈ, ਬਾਕੀ ਭਾਵੇਂ ਆਉਣ ਨਾ ਆਉਣ, ਮੈਂ ਆਪਣੇ ਗੁਰੂ ਨੂੰ ਜ਼ਰੂਰ ਸੱਦਣਾ ਹੈ। ਜਿਸ ਕੰਮ ਦੇ ਵਿੱਚ ਮੇਰਾ ਗੁਰੂ ਨਹੀਂ, ਉਹ ਕੰਮ ਸਫਲ ਕਿਵੇਂ ਹੋ ਸਕਦਾ? ਰਾਜਾ ਮੰਨ ਗਿਆ। ਰਾਣੀ ਨੇ ਚਿੱਠੀ ਭੇਜੀ ਹੈ, ਨਾਲ ਆਪਣੇ ਦਾਸਰੇ ਭੇਜੇ, ਜਾਂ ਆਪ ਗਈ ਹੋਣੀ ਹੈ, ਇਹਦੇ ਵਿੱਚ ਕੋਈ ਬਹੁਤੀ ਦੁਬਿਧਾ ਨਹੀਂ। ਰਾਣੀ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਸਾਡੇ ਘਰ ਜੱਗ ਹੈ, ਸਾਡੇ ਮਹਿਲਾਂ ਵਿੱਚ ਤੁਸੀਂ ਚੱਲਣਾ ਕਰੋ। ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਰਾਣੀ ਪੁੱਤਰ, ਅਸੀਂ ਜੇ ਚਲੇ ਗਏ ਤੇ ਉੱਥੇ ਬ੍ਰਾਹਮਣ ਲੋਕ ਘਿਰਣਾ ਕਰਨਗੇ, ਸਾਡੇ ਨਾਲ ਈਰਖਾ ਕਰਨਗੇ, ਤੁਹਾਡੇ ਨਾਲ ਵੀ ਨਾਰਾਜ਼ ਹੋਣਗੇ, ਅਸੀਂ ਨਹੀਂ ਜਾ ਸਕਦੇ। ਤੁਸੀਂ ਇੰਜ ਕਰੋ, ਉਹਨਾਂ ਨੂੰ ਭੋਜਨ ਛਕਾ ਦਿਓ, ਸਾਡੀ ਖੁਸ਼ੀ ਹੀ ਖੁਸ਼ੀ ਹੈ, ਸਾਡਾ ਆਸ਼ੀਰਵਾਦ ਹੀ ਆਸ਼ੀਰਵਾਦ ਹੈ, ਅਸੀਂ ਨਹੀਂ ਆ ਸਕਦੇ। ਜੇ ਅਸੀਂ ਚਲੇ ਗਏ ਉੱਥੇ ਰੌਲਾ ਪਵੇਗਾ, ਕਿਉਂਕਿ ਉਹ ਬ੍ਰਾਹਮਣ ਲੋਕ ਸਾਡੇ ਨਾਲ ਘਿਰਣਾ ਕਰਦੇ ਹਨ, ਅਸੀਂ ਨਹੀਂ ਆ ਸਕਦੇ। ਬਾਰ-ਬਾਰ ਕਹਿਣ ਦੇ ਉੱਪਰ ਰਾਣੀ ਨੇ ਬੜੀਆਂ ਮਿੰਨਤਾਂ ਕੀਤੀਆਂ, ਬਹੁਤ ਤਰਲੇ ਪਾਏ, ਅਰਜ਼ੋਈਆਂ ਕੀਤੀਆਂ। ਅਖੀਰ ਰਵਿਦਾਸ ਮਹਾਰਾਜ ਜੀ ਮੰਨ ਗਏ, ਕਹਿਣ ਲੱਗੇ ਚਲੋ ਠੀਕ ਹੈ ਅਸੀਂ ਆਵਾਂਗੇ। ਦਿਨ ਨਿਯਤ ਕੀਤਾ ਗਿਆ, ਸਾਰੇ ਬ੍ਰਾਹਮਣ ਲੋਕ ਆਣੇ ਸ਼ੁਰੂ ਹੋ ਗਏ। ਵਿਛਾਈਆਂ ਕੀਤੀਆਂ ਹਨ, ਪਹਿਲਾ ਜੱਗ ਹੋਇਆ, ਪਾਠ ਪੂਜਾ ਹੋਏ। ਜਦੋਂ ਭੋਜਨ ਦਾ ਸਮਾਂ ਹੋਇਆ, ਲੰਗਰ ਦਾ ਸਮਾਂ ਹੋਇਆ, ਟਾਟ ਵਿਛਾਏ ਗਏ। ਜਦੋਂ ਸਾਰੇ ਪੰਡਿਤ ਬੈਠ ਗਏ ਹਨ, ਅੱਗੇ ਬਰਤਨ ਰੱਖੇ ਗਏ ਸੋਨੇ ਦੇ, ਉਹਨਾਂ ਵਿੱਚ ਭੋਜਨ ਪਾਇਆ ਗਿਆ। ਰਵਿਦਾਸ ਮਹਾਰਾਜ ਵੀ ਇੱਕ ਸਾਈਡ ਤੇ ਬੈਠੇ ਹਨ, ਇੱਕ ਪਾਸੇ ਬੈਠੇ। ਜਦੋਂ ਉਹਨਾਂ ਨੂੰ ਭੋਜਨ ਪਾਇਆ ਗਿਆ ਤੇ ਜਦੋਂ ਵੱਖਰਾ ਜਿਹਾ ਲਿਬਾਸ ਦੇਖਿਆ, ਬ੍ਰਾਹਮਣਾਂ ਤੋਂ ਇਲਾਵਾ ਹੋਰ ਤਰ੍ਹਾਂ ਦਾ ਲਿਬਾਸ ਪਹਿਨ ਕੇ ਜਦੋਂ ਰਵਿਦਾਸ ਮਹਾਰਾਜ ਜੀ ਬੈਠੇ ਹਨ, ਕਿਉਂਕਿ ਗਰੀਬ ਦੇ ਕੱਪੜੇ ਵੀ ਪੁਰਾਣੇ, ਗਰੀਬ ਜਿਹੜਾ ਹੈ ਉਹ ਬਹੁਤੇ ਮਹਿੰਗੇ ਕੱਪੜੇ ਨਹੀਂ ਪਾਉਂਦਾ। ਉਹਨਾਂ ਵੱਲ ਦੇਖ ਕਰਕੇ ਸਾਰੇ ਕਹਿਣ ਲੱਗੇ ਇਹ ਤਾਂ ਰਵਿਦਾਸ ਹੈ, ਇਹ ਸਾਡੇ ਵਿੱਚ ਕਿਵੇਂ ਬੈਠ ਗਿਆ? ਰੌਲਾ ਪੈ ਗਿਆ ਕਿ ਅਸੀਂ ਅਛੂਤ ਦੇ ਨਾਲ ਬੈਠ ਕੇ ਰੋਟੀ ਖਾਵਾਂਗੇ, ਅਸੀਂ ਇਸ ਸ਼ੂਦਰ ਦੇ ਨਾਲ ਬੈਠ ਕਰਕੇ ਪੂਜਾ ਕਰਾਂਗੇ, ਭੋਜਨ ਕਰਾਂਗੇ। ਸਾਰੇ ਬ੍ਰਾਹਮਣ ਉੱਠ ਕੇ ਬਾਹਰ ਚਲੇ ਗਏ, ਅਸੀਂ ਨਹੀਂ ਖਾਣਾ ਭੋਜਨ। ਥਾਲੀਆਂ ਵਿੱਚ ਭੋਜਨ ਪਿਆ, ਥਾਲੀਆਂ ਸਜੀਆਂ ਪਈਆਂ ਪ੍ਰਸ਼ਾਦੇ ਦੇ ਨਾਲ, ਪਰ ਰਾਜਾ ਬੜਾ ਨਿਰਾਸ਼ ਹੋਇਆ ਕਿ ਕੀ ਕੀਤਾ ਜਾਵੇ। ਰਾਣੀ ਕਹਿਣ ਲੱਗੀ ਇੱਦਾਂ ਨਹੀਂ ਹੋ ਸਕਦਾ, ਮੇਰੇ ਗੁਰੂ ਜੀ ਹਨ, ਤੁਸੀਂ ਇਹਨਾਂ ਦਾ ਅਪਮਾਨ ਨਾ ਕਰੋ। ਬ੍ਰਾਹਮਣ ਕਹਿਣ ਲੱਗਾ, ਵੱਡਾ ਬ੍ਰਾਹਮਣ ਜਿਹੜਾ ਸੀ, ਮੁਖੀ ਬ੍ਰਾਹਮਣ ਸੀ, ਰਾਜਨ, ਜਾਂ ਤਾਂ ਸਾਨੂੰ ਭੋਜਨ ਛਕਾ ਲੈ, ਜਾਂ ਇਸ ਅਛੂਤ ਨੂੰ ਭੋਜਨ ਛਕਾ ਲੈ, ਇਸ ਚਮਾਰ ਨੂੰ ਭੋਜਨ ਛਕਾ ਲੈ, ਅਸੀਂ ਬਾਅਦ ਵੀ ਛਕ ਲਵਾਂਗੇ। ਰਾਣੀ ਕਹਿਣ ਲੱਗੀ ਤੁਸੀਂ ਰੌਲਾ ਨਾ ਪਾਓ, ਅਸੀਂ ਕੋਈ ਹੱਲ ਲੱਭਦੇ ਹਾਂ। ਰਵਿਦਾਸ ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਕੀ ਕੀਤਾ ਜਾਵੇ? ਰਵਿਦਾਸ ਮਹਾਰਾਜ ਜੀ ਉੱਠ ਗਏ, ਕਹਿਣ ਲੱਗੇ ਪਹਿਲਾਂ ਇਹਨਾਂ ਨੂੰ ਭੋਜਨ ਛਕਾਓ, ਮੈਂ ਵੱਖਰਾ ਹੋ ਕੇ ਬਾਹਰ ਜਾ ਕੇ ਬੈਠ ਜਾਨਾ, ਜਦੋਂ ਇਹ ਭੋਜਨ ਛਕ ਲੈਣ ਫਿਰ ਮੈਂ ਛਕ ਲਵਾਂਗਾ। ਰਵਿਦਾਸ ਮਹਾਰਾਜ ਨੇ ਇੱਕ ਕਮਰੇ ਵਿੱਚ ਬਿਠਾਇਆ ਗਿਆ, ਉੱਥੇ ਸੇਵਕਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੀ ਬੜੀ ਸੇਵਾ ਕਰਨੀ ਹੈ। ਰਾਣੀ ਆਪ ਸੇਵਾ ਵਿੱਚ ਜੁਟ ਗਈ। ਬ੍ਰਾਹਮਣਾਂ ਨੇ ਭੋਜਨ ਛਕਣਾ ਸ਼ੁਰੂ ਕੀਤਾ। ਜਿਉਂ ਹੀ ਭੋਜਨ ਛਕਣਾ ਸ਼ੁਰੂ ਕੀਤਾ, ਇੰਜ ਪ੍ਰਤੀਤ ਹੋਇਆ, ਇੰਜ ਮਹਿਸੂਸ ਹੋਇਆ ਕਿ ਦੋ ਬ੍ਰਾਹਮਣਾਂ ਦੇ ਵਿਚਕਾਰ ਇੱਕ ਇੱਕ ਰਵਿਦਾਸ ਮੂਰਤ ਬੈਠੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਵਿਦਾਸ ਮਹਾਰਾਜ ਜੀ ਦੋ ਬ੍ਰਾਹਮਣਾਂ ਦੇ ਵਿਚਕਾਰ ਬੈਠੇ ਤੇ ਆਪਣੀ ਥਾਲੀ ਵਿੱਚ ਭੋਜਨ ਛਕਦੇ ਪਏ।
ਰੌਲਾ ਪੈ ਗਿਆ, ਰਵਿਦਾਸ ਫਿਰ ਆ ਗਿਆ। ਇੱਕ ਕਹਿੰਦਾ ਮੇਰੇ ਕੋਲ ਰਵਿਦਾਸ ਬੈਠਾ, ਦੂਜਾ ਕਹਿੰਦਾ ਉਹ ਤਾਂ ਮੇਰੇ ਕੋਲ ਬੈਠਾ ਹੈ, ਤੀਜਾ ਚੌਥਾ ਪੰਜਵਾਂ ਸਾਰੇ ਕਹਿਣ ਲੱਗੇ ਸਾਡੇ ਕੋਲ ਰਵਿਦਾਸ ਬੈਠਾ ਹੈ। ਮੁਖੀ ਬ੍ਰਾਹਮਣ ਸਮਝ ਗਿਆ ਕਿ ਇਹ ਕੋਈ ਅਚਰਜ ਕੌਤਕ ਹੈ। ਉਸ ਪਰਮਾਤਮਾ ਨੇ ਆਪਣੇ ਭਗਤ ਦੀ ਪੈਜ ਰੱਖੀ ਹੈ। ਭਗਤ ਪੂਰਾ ਹੈ, ਬੇਸ਼ੱਕ ਨੀਵੀਂ ਜਾਤ ਦਾ ਹੈ, ਪਰ ਉਹਦੇ ਅੰਦਰ ਬੰਦਗੀ ਬੋਲਦੀ ਹੈ। ਸਾਰੇ ਇਕੱਠੇ ਹੋਏ, ਭੋਜਨ ਛਕਿਆ। ਇਕੱਠੇ ਹੋ ਕਰਕੇ ਰਵਿਦਾਸ ਮਹਾਰਾਜ ਜਿਸ ਕਮਰੇ ਵਿੱਚ ਬੈਠੇ ਸਨ ਉੱਥੇ ਗਏ। ਕਹਿਣ ਲੱਗੇ ਰਵਿਦਾਸ ਮਹਾਰਾਜ ਜੀ ਸਾਨੂੰ ਮਾਫ ਕਰਿਓ, ਅਸੀਂ ਤੁਹਾਡਾ ਨਰਾਦਰ ਕੀਤਾ ਹੈ, ਤੁਹਾਡੀ ਬੇਅਦਬੀ ਕੀਤੀ ਹੈ, ਤੁਹਾਨੂੰ ਮਾੜੇ ਬਚਨ ਬੋਲੇ ਹਨ, ਅਸੀਂ ਬੜੇ ਭੁੱਲਣਹਾਰ ਜੀਵ ਹਾਂ, ਸਾਨੂੰ ਮਾਫ ਕਰ ਦਿਓ। ਕੋਈ ਖੇਡ ਸਮਝ ਨਾ ਆਈ, ਕੀ ਬਣ ਕੀ ਗਿਆ। ਰਵਿਦਾਸ ਮਹਾਰਾਜ ਨੂੰ ਜਦੋਂ ਸਾਰੀ ਖੇਡ ਦੱਸੀ ਗਈ ਤੇ ਹੁਣ ਰਵਿਦਾਸ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਤਰਲਾ ਲੈ ਕੇ ਅੱਖਾਂ ਵਿੱਚ ਅਥਰੂ ਭਰ ਕੇ ਬੜੇ ਮਾਣ ਦੇ ਨਾਲ ਇਹ ਸ਼ਬਦ ਉਚਾਰਨ ਕਰਦੇ ਹਨ। ਉੱਥੇ ਕਹਿਣ ਲੱਗੇ ਹੇ ਪਰਮਾਤਮਾ ਤੂੰ ਇਦਾਂ ਵੀ ਕਰ ਲੈਣਾ, ਇਦਾਂ ਦੀ ਬਖਸ਼ਿਸ਼ ਵੀ ਕਰ ਲੈਣਾ। ਮੈਂ ਤਾਂ ਹੈਰਾਨ ਹੈ ਤੇਰੇ ਇਸ ਕੌਤਕ ਦੇ ਉੱਪਰ, ਜਿਹੜਾ ਕੌਤਕ ਤੂੰ ਅੱਜ ਵਰਤਾਇਆ ਹੈ। ਕਿਹੜਾ ਕੌਤਕ? ਉਹ ਰਵਿਦਾਸ ਮਹਾਰਾਜ ਆਪਣੀ ਬਾਣੀ ਵਿੱਚ ਦੱਸਦੇ ਹਨ। ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਹੈ। ਰਵਿਦਾਸ ਮਹਾਰਾਜ ਦੀ ਬਾਣੀ ਉਚਾਰਨ ਕਰਦਿਆਂ ਹੋਇਆਂ ਦੋ ਸ਼ਬਦ ਹਨ ਇਸ ਰਾਗ ਦੇ ਵਿੱਚ ਰਵਿਦਾਸ ਮਹਾਰਾਜ ਜੀ ਦੇ, ਤੇ ਉਹ ਪਰਿਪੂਰਨ ਪਰਮਾਤਮਾ ਪਰਮੇਸ਼ਰ ਸਰਵ ਵਿਆਪਕ ਸਰਵ ਸ਼ਕਤੀਮਾਨ ਜਿਹੜਾ ਇੱਕੋ ਹੀ ਇੱਕ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ। ਸਤਿਗੁਰ ਪ੍ਰਸਾਦ, ਸੱਚੇ ਗੁਰਾਂ ਦੀ ਕਿਰਪਾ ਸਦਕਾ ਉਸ ਦੀ ਪ੍ਰਾਪਤੀ ਹੁੰਦੀ ਹੈ। ਹੁਣ ਰਵਿਦਾਸ ਮਹਾਰਾਜ ਜੀ ਨੇ ਜਿਵੇਂ ਉਸ ਪਰਮਾਤਮਾ ਦੇ ਨਾਲ ਗੱਲਾਂ ਕੀਤੀਆਂ, ਜਿਹੜਾ ਉੱਥੇ ਗੀਤ ਗਾਇਆ ਹੈ, ਬਾਕੀ ਬ੍ਰਾਹਮਣ ਲੋਕ ਵੀ ਕੋਲ ਬੈਠ ਕਰਕੇ ਉਸ ਸ਼ਬਦ ਨੂੰ ਸੁਣਦੇ ਪਏ ਹਨ। ਰਾਣੀ ਝਾਲਾਬਾਈ ਤੇ ਉਹਦਾ ਰਾਜਾ, ਉਹਦਾ ਪਤੀ, ਉਹ ਵੀ ਕੋਲ ਬੈਠ ਕੇ ਸ਼ਬਦ ਸਰਵਣ ਕਰਦਾ ਪਿਆ। ਐਸੀ ਲਾਲ ਤੁਝ ਬਿਨ ਕੌਣ ਕਰੇ। ਲਾਲ ਦਾ ਅਰਥ ਹੁੰਦਾ ਹੈ ਹੇ ਪਿਆਰੇ, ਹੇ ਮੇਰੇ ਪ੍ਰੀਤਮ, ਹੇ ਮੇਰੇ ਬਹੁਤ ਹੀ ਮਨਮੋਹਕ, ਸਾਰਿਆਂ ਨੂੰ ਪਿਆਰ ਕਰਨ ਵਾਲਾ ਲਾਲ, ਲਾਡਲਾ, ਸਾਰਿਆਂ ਨੂੰ ਲਾਡ ਲਡਾਉਣ ਵਾਲਾ, ਸਾਰਿਆਂ ਨੂੰ ਪਿਆਰ ਕਰਨ ਵਾਲਾ, ਹੇ ਬਹੁਤ ਹੀ ਅਤ ਦੇ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ। ਇਹੋ ਜੀ ਪ੍ਰਤੀਤੀ, ਇਹੋ ਜਿਹਾ ਪਿਆਰ ਦਿਖਾਉਣ ਵਾਲਾ ਕੌਣ ਹੋ ਸਕਦਾ ਹੈ? ਇਹੋ ਜਿਹਾ ਪਿਆਰ ਦੇਣ ਵਾਲਾ, ਇਹੋ ਜਿਹਾ ਸਤਿਕਾਰ ਦੇਣ ਵਾਲਾ ਤੁਹਾਡੇ ਤੋਂ ਬਿਨਾਂ ਕੌਣ ਹੋ ਸਕਦਾ ਹੈ? ਤੇਰੇ ਤੋਂ ਬਿਨਾਂ ਕੋਈ ਐਸੀ ਕਿਰਪਾ ਨਹੀਂ ਕਰ ਸਕਦਾ ਜਿਹੜੀ ਕਿਰਪਾ ਅੱਜ ਕੀਤੀ ਹੈ। ਮੈਂ ਸੁਣਿਆ ਸੀ ਕਬੀਰ ਦੇ ਕਾਰਜ ਤੂੰ ਸਾਰੇ ਹਨ। ਕਬੀਰ ਜੀ ਕਹਿੰਦੇ ਹਨ, ਕਬੀਰ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਕਬੀਰ ਦੇ ਕਾਰਜ ਤੁਸੀਂ ਸਵਾਰੇ ਸੀ, ਮੈਂ ਸੁਣਿਆ ਸੀ, ਪਰ ਮੈਂ ਤਾਂ ਅੱਜ ਪ੍ਰਤੱਖ ਦੇਖ ਲਿਆ। ਜਿਨ੍ਹਾਂ ਗਰੀਬਾਂ ਨੂੰ ਕੋਈ ਨਹੀਂ ਸਹਾਰਦਾ ਮਹਾਰਾਜ, ਤੁਸੀਂ ਉਹਨਾਂ ਤੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਕੀ ਕਰਦੇ ਹੋ? ਗਰੀਬ ਨਿਵਾਜ ਗੁਸਈਆ ਮੇਰਾ। ਮੇਰਾ ਜਿਹੜਾ ਮਾਲਕ ਹੈ, ਗੁਸਈ ਦਾ ਅਰਥ ਹੁੰਦਾ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ, ਸਾਰੀ ਧਰਤੀ ਦਾ ਮਾਲਕ। ਇਹ ਸੱਚੇ ਪਾਤਸ਼ਾਹ ਤੁਸੀਂ ਮੇਰੇ ਵੀ ਮਾਲਕ ਹੋ। ਕਿਰਪਾ ਕੀਤੀ ਜਿਨ੍ਹਾਂ ਗਰੀਬਾਂ ਨੂੰ ਕੋਈ ਝੱਲਦਾ ਨਹੀਂ, ਕੋਈ ਆਪਣੇ ਕੋਲ ਨਹੀਂ ਬਿਠਾਉਂਦਾ, ਉਹਨਾਂ ਦੇ ਸਿਰ ਦੇ ਉੱਪਰ ਤੁਸੀਂ ਮਹਾਰਾਜ ਛਤਰ ਚਲਾ ਦਿੰਦੇ ਹੋ। ਉਹਨਾਂ ਦੇ ਸਿਰ ਦੇ ਉੱਪਰ ਤੁਸੀਂ ਮਹਾਰਾਜ ਫੁੱਲਾਂ ਦੀ ਵਰਖਾ ਕਰਾ ਦਿੰਦੇ ਹੋ। ਉਹਨਾਂ ਦੇ ਉੱਪਰ ਮਹਾਰਾਜ ਤੁਸੀਂ ਜੈ ਜੈਕਾਰ ਦੇ ਝੰਡੇ ਝੁਲਾ ਦਿੰਦੇ ਹੋ। ਇਹ ਕੌਤਕ ਮੈਂ ਅੱਜ ਅੱਖੀਂ ਦੇਖਿਆ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਵਾਹ ਕਮਾਲ ਹੈ ਪਰਮੇਸ਼ਰ ਤੇਰੇ ਕੌਤਕ, ਤੇਰੀ ਮਹਿਮਾ। ਮੈਂ ਇਹਨਾਂ ਨੂੰ ਕਿਵੇਂ ਗੁਣ ਗਾ ਗਾ ਕੇ ਤੇਰੇ ਗੁਣ ਗਾਵਾਂ ਮਹਾਰਾਜ। ਗਰੀਬਾਂ ਦੇ ਉੱਪਰ, ਨਿਮਾਣਿਆਂ ਦੇ ਉੱਪਰ ਜਦੋਂ ਤੂੰ ਕਿਰਪਾ ਕਰਦਾ, ਸੋਨੇ ਦੇ ਛਤਰ ਝੁਲਾ ਦਿੰਦਾ। ਸੱਚਮੁੱਚ ਉਦੋਂ ਰਾਜਨ ਨੇ, ਰਾਣੀ ਝਾਲਾਬਾਈ ਨੇ ਸੋਨੇ ਦਾ ਛਤਰ ਮੰਗਾ ਕਰਕੇ ਰਵਿਦਾਸ ਮਹਾਰਾਜ ਦੇ ਉੱਪਰ ਉਹ ਛਤਰ ਝੁਲਾਇਆ। ਸੋਹਣਾ ਸਿੰਘਾਸਨ ਬਿਠਾ ਕਰਕੇ ਉੱਤੇ ਰਵਿਦਾਸ ਮਹਾਰਾਜ ਨੂੰ ਬਿਰਾਜਮਾਨ ਕਰਾਇਆ। ਇਸੇ ਤਰ੍ਹਾਂ ਮਹਾਰਾਜ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਗੱਲਾਂ ਬਾਤਾਂ ਕਰਦਿਆਂ ਹੋਇਆਂ, ਇਹ ਗੱਲਾਂ ਕਰਦਿਆਂ ਹੋਇਆਂ ਗੀਤ ਗਾਉਂਦੇ ਪਏ ਹਨ। ਰਹਾਓ ਵਿਸ਼ਰਾਮ ਦੇ ਕੇ ਅੱਗੇ ਕਹਿੰਦੇ ਹਨ, ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੁਹੀਂ ਟਰੈ। ਜਾ ਕੀ ਛੋਤ, ਜਿਹਦੀ ਛੋਤ ਲੱਗਣ ਦੇ ਨਾਲ
ਜਿਹਦਾ ਪਰਛਾਵਾਂ ਪੈਣ ਦੇ ਨਾਲ ਕਹਿੰਦੇ ਇਹ ਚੀਜ਼ ਭਿੱਟੀ ਗਈ ਹੈ। ਮੇਰਾ ਪਰਛਾਵਾਂ ਜਿਸ ਉੱਪਰ ਪੈ ਜਾਵੇ ਉਹ ਕਹਿੰਦਾ ਮੈਂ ਭਿੱਟਿਆ ਗਿਆ, ਮੇਰਾ ਭੋਜਨ ਭਿੱਟਿਆ ਗਿਆ, ਇਹ ਥਾਂ ਭਿੱਟੀ ਗਈ, ਇਹ ਥਾਂ ਭ੍ਰਿਸ਼ਟ ਹੋ ਗਈ ਹੈ, ਅਪਵਿੱਤਰ ਹੋ ਗਈ ਹੈ। ਜਿਹਦੀ ਛਾਇਆ ਪੈਣ ਦੇ ਨਾਲ ਦੇਖੋ ਇਤਨਾ ਲੋਕ ਕਹਿੰਦੇ ਨੁਕਸਾਨ ਹੋ ਗਿਆ ਸਾਡਾ। ਉਸ ਰਵਿਦਾਸ ਦੇ ਉੱਪਰ ਮਹਾਰਾਜ ਤੁਸੀਂ ਕਿਰਪਾ ਕੀਤੀ, ਤੁਸੀਂ ਉਹਦੇ ਉੱਪਰ ਢਲ ਗਏ, ਤੁਸੀਂ ਉਹਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਉਹਦੀ ਛਾਂ ਕੀਤੀ ਹੈ। ਗੁਰੂ ਨਾਨਕ ਦੇ ਉੱਪਰ ਸੂਰਜ ਜਦੋਂ ਧੁੱਪ ਪਾ ਰਿਹਾ ਤੇ ਸੱਪ ਆ ਕੇ ਛਾਂ ਕਰਦਾ। ਸੱਪ ਕਹਿੰਦਾ ਜੇ ਸੂਰਜ ਤਾਕਤਵਰ ਹੈ ਪਰ ਮੇਰਾ ਗੁਰੂ ਜਿਹੜਾ ਇੱਥੇ ਪ੍ਰਮਾਤਮਾ ਨੇ ਇਹ ਰੂਪ ਧਾਰਨ ਕੀਤਾ ਹੈ ਨਾ ਗੁਰੂ ਨਾਨਕ ਦਾ, ਇਹਦੇ ਮੂੰਹ ਤੇ ਧੁੱਪ ਨਹੀਂ ਪੈਣੀ ਚਾਹੀਦੀ, ਮੇਰੇ ਹਿੱਸੇ ਦੇ ਵਿੱਚ ਜਿਹੜੀ ਸੇਵਾ ਆਈ ਹੈ ਕਿਉਂ ਨਾ ਹੋਵੇ ਇਸ ਮੁਖੜੇ ਦੇ ਉੱਪਰ ਮੈਂ ਸੇਵਾ ਕਰ ਲਵਾਂ, ਛਾਂ ਕਰ ਦੇਵਾਂ। ਉਹ ਛਾਂ ਵੀ ਉਧਰ ਗੁਰੂ ਨਾਨਕ ਵੱਲ ਝੁੱਕ ਗਈ। ਵੱਡੇ ਤੋਂ ਵੱਡਾ ਜ਼ਹਿਰੀਲਾ ਸੱਪ ਵੀ ਉਸ ਗੁਰੂ ਨਾਨਕ ਦੇ ਉੱਪਰ ਝੁੱਕ ਗਿਆ ਸੇਵਾ ਕਰਨ ਦੇ ਵਾਸਤੇ। ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀਂ ਢਰੈ, ਜਿਨ੍ਹਾਂ ਦੀ ਛਾਇਆ ਪੈਣ ਦੇ ਨਾਲ ਕਹਿੰਦੇ ਸਾਡਾ ਸਭ ਕੁਝ ਭ੍ਰਿਸ਼ਟ ਹੋ ਗਿਆ, ਭਿੱਟਿਆ ਗਿਆ, ਉਹਦੇ ਸਿਰ ਦੇ ਉੱਪਰ ਮਾਲਕ ਪਰਮੇਸ਼ਰ ਤੂੰ ਆਪਣਾ ਮਿਹਰ ਭਰਿਆ ਹੱਥ ਛਤਰ ਛਾਇਆ ਕਰ ਦਿੰਦਾ, ਢਲ ਜਾਂਦਾ ਉਹਦੇ ਉੱਪਰ ਐਸੀ ਛਾਂ ਕਰ ਦਿੰਦਾ ਤੇ ਉਸ ਨੂੰ ਦੁਨੀਆ ਦੀ ਕੋਈ ਵੀ ਪਰਵਾਹ ਨਹੀਂ ਰਹਿੰਦੀ। ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨੀਵਿਆਂ ਤੋਂ ਉੱਚਾ ਕਰਨ ਵਾਲਾ, ਨੀਵੇਂ ਮਨੁੱਖਾਂ ਨੂੰ, ਗਰੀਬਾਂ ਨੂੰ, ਨਿਮਾਣਿਆਂ ਨੂੰ ਤਖਤਾਂ ਤੇ ਬਿਠਾਉਣ ਵਾਲਾ, ਅੱਤ ਦੇ ਗਰੀਬਾਂ ਨੂੰ ਮਹਾਰਾਜ ਸਨਮਾਨ ਦੇਣ ਵਾਲਾ, ਮਾਣ ਦੇਣ ਵਾਲਾ, ਇੱਜ਼ਤ ਕਰਾਉਣ ਵਾਲਾ ਮੇਰਾ ਗੋਬਿੰਦ, ਧਰਤੀ ਦਾ ਮਾਲਕ। हे ਪਰਮੇਸ਼ਰ ਤੂੰ ਕੈਸਾ ਕੌਤਕ ਕੀਤਾ, ਕਾਹੂ ਤੇ ਨਾ ਡਰੈ। ਰਾਜਾ ਤਾਂ ਡਰਦਾ ਸੀ ਨਾ, ਰਾਜਾ ਕਹਿੰਦਾ ਸੀ ਜੇ ਮੈਂ ਰਵਿਦਾਸ ਮਹਾਰਾਜ ਨੂੰ ਸਤਿਕਾਰ ਦਿੱਤਾ ਤੇ ਪੰਡਤ ਮੈਨੂੰ ਸ਼ਰਾਪ ਦੇਣਗੇ, ਇਹ ਬ੍ਰਾਹਮਣ ਨਾਰਾਜ਼ ਹੋ ਜਾਣਗੇ, ਇਹ ਬ੍ਰਾਹਮਣ ਗੁੱਸੇ ਹੋ ਕਰਕੇ ਮੇਰਾ ਕੋਈ ਨੁਕਸਾਨ ਨਾ ਕਰ ਦੇਣ, ਮੈਨੂੰ ਕੋਈ ਸ਼ਰਾਪ ਦਾ ਨਾ ਦੇ ਦੇਣ। ਉਹ ਰਾਜਾ ਡਰਦਾ ਸੀ, ਪਰ ਉਹ ਪਰਮਾਤਮਾ ਥੋੜ੍ਹਾ ਡਰਦਾ ਕਿਸੇ ਤੋਂ। ਜਦੋਂ ਆਪਣੇ ਭਗਤਾਂ ਨੂੰ ਸਨਮਾਨ ਦਿੰਦਾ ਹੈ ਕਿਸੇ ਤੋਂ ਡਰਦਾ ਨਹੀਂ। ਉਹ ਨੀਚ ਹੈ ਊਚ ਕਰੇ ਮੇਰਾ ਗੋਬਿੰਦ, ਨੀਵਿਆਂ ਤੋਂ ਅੱਤ ਦੇ ਨੀਵਿਆਂ ਨੂੰ ਉੱਚਾ ਬਣਾਉਣ ਵੇਲੇ ਮਿੰਟ ਨਹੀਂ ਲਾਉਂਦਾ। ਉਹ ਇੱਕ ਖਿੰਨ ਵਿੱਚ ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਅਖੀਰ ਤੇ ਕਹਿੰਦੇ ਹਨ ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਨ ਤਰੈ। ਉਹਨਾਂ ਬ੍ਰਾਹਮਣਾਂ ਨੂੰ, ਉਸ ਰਾਜੇ ਨੂੰ, ਰਾਣੀ ਝਾਲਾਬਾਈ ਨੂੰ ਇਹ ਪੁਰਾਣੀ ਸਾਖੀਆਂ ਸੁਣਾਉਂਦਿਆਂ ਹੋਏ ਰਵਿਦਾਸ ਮਹਾਰਾਜ ਜੀ ਕਹਿੰਦੇ ਦੇਖੋ ਨਾਮਦੇਵ ਦੀ ਜੀਵਨੀ ਸੁਣੀ ਤੁਸੀਂ, ਨਾਮਦੇਵ ਦੀ ਜਿਹੜੀ ਉਹਦੀ ਹਾਲਤ ਸੀ, ਕਿੰਨੀ ਗਰੀਬੀ ਹਾਲਤ ਵਿੱਚ ਸੀ, ਅੱਤ ਦਾ ਗਰੀਬ ਨਿਮਾਣਾ ਨਾਮਦੇਵ। ਦੇਖੋ ਉਸ ਦੇ ਕਿੰਨੀ ਵੱਡੀ ਕਿਰਪਾ ਹੋਈ। ਕਬੀਰ ਜੀ ਹੋਏ ਹਨ, ਉਹਨਾਂ ਦੀਆਂ ਸਾਖੀਆਂ ਸੁਣੀਆਂ ਤੁਸੀਂ, ਉਹਨਾਂ ਦਾ ਜੀਵਨ ਸੁਣਿਆ। ਉਹ ਵੀ ਨੀਵੇਂ ਸਨ, ਨੀਵੀਂ ਜਾਤ ਦੇ ਸਨ। ਸ਼ੀਂਬੇ ਨਾਮਦੇਵ, ਜੁਲਾਹਿਆਂ ਦੇ ਵਿੱਚੋਂ ਕਬੀਰ ਜੀ, ਤਲੋਚਨ ਭਗਤ। ਇਹ ਨਹੀਂ ਕਿ ਗਰੀਬਾਂ ਨੂੰ ਇੱਥੇ ਮਾਣ ਮਿਲਦਾ ਹੈ, ਜਿਹੜਾ ਨਿਮਰਤਾ ਧਾਰਨ ਕਰਕੇ ਆਵੇ ਤਲੋਚਨ ਭਗਤ। ਉਹ ਬ੍ਰਾਹਮਣ ਸੀ, ਉਹ ਪੰਡਤ ਸੀ। ਤੁਸੀਂ ਕਿਉਂ ਮਾਣ ਕਰਦੇ ਆ ਬ੍ਰਾਹਮਣੋ? ਤੁਹਾਡੇ ਵਿੱਚੋਂ ਹੀ ਹੋਏ ਹਨ ਤਲੋਚਨ ਭਗਤ ਜੀ, ਉਹ ਪੰਡਤ ਹੋਏ ਹਨ, ਬ੍ਰਾਹਮਣ ਹੋਏ ਹਨ। ਉਹਨਾਂ ਨੂੰ ਵੀ ਇਸ ਪਰਮਾਤਮਾ ਨੇ ਕਿਰਪਾ ਕਰਕੇ ਬਹੁਤ ਉੱਚਾ ਚੱਕਿਆ। ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਨ ਤਰੈ। ਸਦਨਾ ਕਸਾਈ ਦਾ ਕੰਮ ਕਰਦਾ ਸੀ, ਜੀਵਾਂ ਦੀ ਹੱਤਿਆ ਕਰਨੀ, ਬੱਕਰੇ ਵੱਢਣੇ, ਮੁਰਗਾ ਮਾਰਨਾ, ਕੱਟ ਕੇ ਉਹਨੂੰ ਵੇਚਣਾ, ਐਸਾ ਕਰਮ ਕਰਦਾ ਸੀ ਕਸਾਈ। ਸੈਨ ਬੁੱਤਕਾਰੀਆਂ ਕਰਦਾ। ਬੁੱਤਕਾਰੀਆਂ ਦਾ ਅਰਥ ਹੈ ਸੇਵਾ ਕਰਨੀ ਲੋਕਾਂ ਦੀ, ਕਿਸੇ ਦੀ ਮਾਲਿਸ਼ ਕਰਨੀ, ਕਿਸੇ ਦੇ ਲੱਤਾਂ ਬਾਹਾਂ ਘੁੱਟਣੀਆਂ, ਜਾਂ ਕਿਸੇ ਨੂੰ ਜਾ ਕੇ ਇਸ਼ਨਾਨ ਕਰਾਉਣਾ, ਇੱਦਾਂ ਦੇ ਕੰਮ ਕਰਨਾ। ਉਹ ਅੱਤ ਦੇ ਗਰੀਬਾਂ ਨੂੰ, ਅੱਤ ਦੇ ਨਿਮਾਣਿਆਂ ਨੂੰ ਉਸ ਪਰਮੇਸ਼ਰ ਨੇ ਬੜਾ ਉੱਚਾ ਚੱਕਿਆ। ਭਗਤੀ ਦੇ ਕਰਕੇ, ਨਾਮ ਦੇ ਕਰਕੇ ਉਹਨਾਂ ਦੀ ਜੈ ਜੈਕਾਰ ਹੁਣ ਤੱਕ ਹੋ ਰਹੀ ਹੈ। ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਨ ਤਰੈ। ਕਹਿ ਰਵਿਦਾਸ ਸੁਨੋ ਰੇ ਸੰਤੋ। ਉਹ ਸੰਤਾਂ ਨੂੰ, ਸਾਰੇ ਮਹਾਤਮਾ ਨੂੰ ਜਿੰਨੇ ਬੈਠੇ ਸਨ ਬ੍ਰਾਹਮਣ ਲੋਕ, ਉਹਨਾਂ ਨੇ ਕਹਿੰਦੇ ਹੇ ਸੰਤ ਜਨੋ, ਹੇ ਬ੍ਰਾਹਮਣ ਲੋਕੋ, ਮੈਂ ਤੁਹਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦਾ ਕਿ ਹਰ ਜੀਉ ਤੇ ਸਭੈ ਸਰੈ।
ਸਭ ਕੁਝ ਸਰਦਾ ਉਹਦੇ ਕੋਲ। ਉਸ ਪਰਿਪੂਰਨ ਪਰਮਾਤਮਾ ਦੇ ਸਮਰੱਥ ਉਹਦੇ ਹੱਥ ਵਾ ਸਭ ਕੁਝ ਹੈ। ਉਹ ਕਿਸੇ ਤੋਂ ਡਰਦਾ ਨਹੀਂ। ਕਿਸੇ ਨੂੰ ਉੱਚੇ ਸਿੰਘਾਸਨ ਤੇ ਬਿਠਾਣਾ ਤੇ ਵੱਡੇ ਲੋਕਾਂ ਤੋਂ ਡਰਦਾ ਨਹੀਂ ਕਿ ਉਹਨਾਂ ਦੇ ਬਰਾਬਰ ਕਿਉਂ ਬਿਠਾ ਦਿੱਤਾ ਕਿਸੇ ਗਰੀਬ ਨੂੰ। ਉਹ ਜਦੋਂ ਕਿਸੇ ਨੂੰ ਮਾਣ ਦਿੰਦਾ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਸੇ ਤੋਂ ਸਲਾਹ ਨਹੀਂ ਲੈਂਦਾ ਕਿ ਇਸ ਬੰਦੇ ਨੂੰ ਆਪਾਂ ਮਾਣ ਦੇ ਦਈਏ, ਇਸ ਬੰਦੇ ਨੂੰ ਸਤਿਕਾਰ ਦੇ ਦਈਏ। ਕਿਸੇ ਤੋਂ ਸਲਾਹ ਨਹੀਂ ਲੈਂਦਾ। ਉਹ ਜੋ ਕੁਝ ਕਰਦਾ ਆਪਣੀ ਮਰਜ਼ੀ ਦੇ ਨਾਲ ਕਰਦਾ। ਹਰ ਜੀਉ ਤੇ ਸਭੈ ਸਰੈ, ਸਭ ਕੁਝ ਕਰਨ ਦੇ ਸਮਰੱਥ ਹੈ ਉਹ। ਉਸ ਮਾਲਕ ਦੇ ਨਾਲ ਪ੍ਰੇਮ ਕਰਿਆ ਕਰੀਏ ਤੇ ਨਿਮਰਤਾ ਵਿੱਚ ਰਹਿ ਕਰਕੇ ਸਾਰੇ ਜੀਵਾਂ ਦੇ ਨਾਲ ਪਿਆਰ ਕਰਿਆ ਕਰੀਏ। ਇਹ ਨਾ ਕਹੀਏ ਕਿ ਇਹ ਨੀਵਾਂ ਹੈ, ਇਹ ਫਲਾਨੀ ਜਾਤ ਦਾ ਹੈ। ਮਹਾਰਾਜ ਜੀ ਨੇ ਉਦੋਂ ਤਾਂ ਉਪਦੇਸ਼ ਦੇ ਦਿੱਤਾ, ਪਰ ਬ੍ਰਾਹਮਣ ਲੋਕ ਕੋਈ ਸਮਝ ਗਿਆ ਹੋਵੇਗਾ ਇੱਕ ਅੱਧ, ਪਰ ਸਾਰੇ ਥੋੜ੍ਹੇ ਸਮਝੇ ਹੋਣਗੇ। ਕੋਈ ਘਿਰਣਾ ਕਰਕੇ ਉੱਠ ਕੇ ਚਲਾ ਗਿਆ ਤੇ ਕੋਈ ਨਿਮਰਤਾ ਦੇ ਵਿੱਚ ਬੈਠ ਕੇ ਰਵਿਦਾਸ ਮਹਾਰਾਜ ਜੀ ਦੇ ਨਾਲ ਪਿਆਰ ਕਰਕੇ ਉਹਨਾਂ ਦੇ ਕੋਲ ਬੈਠਾ ਬਚਨ ਸੁਣਦਾ ਹੋਵੇਗਾ। ਜਿਹੜਾ ਸੁਣਦਾ ਰਿਹਾ ਭਗਤਾਂ ਨੂੰ, ਜਿਹੜਾ ਸੁਣ ਲੈਂਦਾ ਹੈ, ਸਮਝ ਲੈਂਦਾ ਹੈ, ਉਹਦੀ ਜੈ ਜੈਕਾਰ ਹੋ ਜਾਂਦੀ ਹੈ। ਜਿਹੜਾ ਭਗਤਾਂ ਦਾ ਸਤਿਕਾਰ ਨਹੀਂ ਕਰਦਾ, ਰੱਬ ਦੇ ਪਿਆਰਿਆਂ ਦੀ ਗੱਲ ਨਹੀਂ ਸੁਣਦਾ, ਉਹ ਸਾਰੀ ਜ਼ਿੰਦਗੀ ਖੁਆਰ ਹੁੰਦਾ ਰਹਿੰਦਾ, 84 ਲੱਖ ਜੂਨਾਂ ਵਿੱਚ ਭਟਕਦਾ ਰਹਿੰਦਾ, ਸਦਾ ਹੀ ਉਹਦਾ ਜਨਮ ਮਰਨ ਦੁਖਦਾਈ ਰਹਿੰਦਾ। ਅਗਲਾ ਸ਼ਬਦ ਆਪਾਂ ਕੱਲ੍ਹ ਵਿਚਾਰਾਂਗੇ, ਕਿਉਂਕਿ ਅੱਜ ਦੀ ਵਿਚਾਰ ਲੰਬੇਰੀ ਹੋ ਗਈ ਹੈ। ਅਗਲੇ ਸ਼ਬਦ ਵਿੱਚ ਜਿਹੜਾ ਉਪਦੇਸ਼ ਹੈ ਉਹ ਆਪਾਂ ਪਹਿਲਾਂ ਵਿਚਾਰਿਆ। ਸੋਰਠ ਰਾਗ ਦੇ ਵਿੱਚੋਂ ਸ਼ਬਦ ਆਇਆ ਸੀ, ਉਸੇ ਦੇ ਨਾਲ ਮਿਲਦਾ ਜੁਲਦਾ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ, ਕਿਉਂਕਿ ਇੱਕੋ ਹੀ ਸ਼ਬਦ ਦੋ ਵਾਰੀ ਰਵਿਦਾਸ ਮਹਾਰਾਜ ਨੇ ਉਚਾਰਨ ਕੀਤਾ ਹੈ। ਜਿਵੇਂ ਸੋਦਰ ਉਚਾਰਨ ਕੀਤੀ ਨਾ ਮਹਾਰਾਜ ਜੀ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ 3 ਵਾਰੀ ਸੋਦਰ ਉਚਾਰਨ ਕੀਤੇ, ਜਪਜੀ ਸਾਹਿਬ ਦੇ ਵਿੱਚ, ਫਿਰ ਰਹਿਰਾਸ ਸਾਹਿਬ ਜਦੋਂ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਫਿਰ ਜਦੋਂ ਆਸਾ ਰਾਗ ਸ਼ੁਰੂ ਹੁੰਦਾ ਹੈ, 3 ਵਾਰੀ ਸੋਦਰ ਦਾ ਰੂਪ ਆਉਂਦਾ। ਇਸੇ ਤਰ੍ਹਾਂ ਰਵਿਦਾਸ ਮਹਾਰਾਜ ਜੀ ਨੇ ਇਹ ਦੋ ਸ਼ਬਦ ਇੱਕੋ ਹੀ ਹੈ, ਇਹ 2 ਵਾਰੀ ਉਚਾਰਨ ਕੀਤਾ। ਥੋੜ੍ਹਾ ਥੋੜ੍ਹਾ ਭੇਦਭਾਵ ਕਰਕੇ ਇਹਨੂੰ ਆਪਾਂ ਕੱਲ੍ਹ ਵਿਚਾਰਾਂਗੇ। ਅੱਜ ਦੀ ਵਿਚਾਰ ਵਿੱਚ ਆਪਾਂ ਇਹੀ ਜੋ ਸਰਵਣ ਕੀਤਾ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਉਹ ਮਾਲਕ ਪਰਮੇਸ਼ਰ ਜਦੋਂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਵੱਡੇ ਤੋਂ ਵੱਡੇ ਅੱਤ ਦੇ ਹੰਕਾਰੀਆਂ ਨੂੰ ਉਸ ਦੇ ਚਰਨਾਂ ਵਿੱਚ ਝੁਕਾ ਦਿੰਦਾ ਹੈ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਨੂੰ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਆਓ ਹੁਣ ਆਨੰਦ ਸਾਹਿਬ ਦਾ ਜਾਪ ਉਪਰੰਤ ਖਿਮਾ ਦੇ ਜਾਚਕ ਜੁੜੀਏ। ਭਗਤ ਰਵਿਦਾਸ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਉਹਦੇ ਵਿੱਚ ਆਪਾਂ ਤਕਰੀਬਨ 32-33 ਸ਼ਬਦ ਵਿਚਾਰੇ ਹਨ। ਇੱਕ ਸ਼ਬਦ ਆਉਂਦਾ ਹੈ ਸੋਰਠ ਰਾਗ ਦੇ ਵਿੱਚ, ਉਹ ਸੋਰਠ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਭਗਤ ਜੀ ਦਾ ਸ਼ਬਦ ਦੂਸਰੀ ਵਾਰ ਫਿਰ ਮਾਰੂ ਰਾਗ ਵਿੱਚ ਆਉਂਦਾ ਹੈ। ਹਾਲਾਂਕਿ ਦੇਖੋ ਕਈਆਂ ਦੀ ਵਿਚਾਰ ਐਸੀ, ਕਈਆਂ ਨੇ ਕਿਤਾਬਾਂ ਲਿਖੀਆਂ, ਕਹਿੰਦੇ ਕਿ ਅਰਜਨ ਦੇਵ ਨੇ, ਉਹ ਗੁਰੂ ਨਹੀਂ ਲਿਖਦੇ, ਸਤਿਕਾਰ ਦੇ ਨਾਲ ਨਹੀਂ ਲਿਖਦੇ, ਕਹਿੰਦੇ ਅਰਜਨ ਦੇਵ ਨੇ ਜਾਣ ਬੁੱਝ ਕੇ ਰਵਿਦਾਸ ਮਹਾਰਾਜ ਜੀ ਨੂੰ ਨੀਵਾਂ ਦਿਖਾਇਆ। ਰਵਿਦਾਸ ਮਹਾਰਾਜ ਦੀ ਬਾਣੀ ਨੂੰ ਤੋੜ ਮਰੋੜ ਕੇ ਇੱਦਾਂ ਲਿਖਿਆ, ਬਾਰ-ਬਾਰ ਜਿਵੇਂ ਚਮਾਰ ਲਿਖਿਆ, ਕਹਿ ਰਵਿਦਾਸ ਖਲਾਸ ਚਮਾਰਾ, ਇਹ ਬਾਰ-ਬਾਰ ਉਹਨਾਂ ਨੇ ਜਾਤ ਲਿਖੀ ਉਹਦੀ। ਅਰਜਨ ਦੇਵ ਨੇ ਇਨਸਾਫ ਨਹੀਂ ਕੀਤਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਚਾਹਣ ਕਿ ਕਹਿਣ ਕਿ ਪਹਿਲਾਂ ਸ਼ਬਦ ਆ ਗਿਆ ਸੋਰਠ ਰਾਗ ਦੇ ਵਿੱਚ, ਹੁਣ ਲੋੜ ਕੀ ਹੈ, ਐਵੇਂ ਪੇਜ ਭਰੀ ਜਾਣੇ, ਐਵੇਂ ਸਾਈ ਖਰਾਬ ਕਰੀ, ਐਵੇਂ ਸਮਾਂ ਖਰਾਬ ਕਰਨਾ। ਇੱਕ ਵਾਰੀ ਸ਼ਬਦ ਆ ਤਾਂ ਗਿਆ, ਅਰਥ ਉਹੀ ਹੈ, ਪਰ ਸ਼ਬਦ ਦੁਬਾਰਾ ਰਵਿਦਾਸ ਮਹਾਰਾਜ ਨੇ ਲਿਖਿਆ, ਉਚਾਰਨ ਕੀਤਾ, ਕਿਸੇ ਨੂੰ ਦੁਬਾਰਾ ਉਪਦੇਸ਼ ਦਿੰਦੇ ਹੋਣਗੇ, ਇਹ ਉਹਨਾਂ ਦੀ ਮੌਜ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸੇ ਸ਼ਬਦ ਨੂੰ ਦੁਬਾਰਾ ਲਿਖਿਆ ਜੋ ਹੋ ਬਹੂ ਰਵਿਦਾਸ ਮਹਾਰਾਜ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ। ਮਾਰੂ ਰਾਗ ਵਿੱਚ ਇਹ ਸ਼ਬਦ ਹੈ। ਧੰਨ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ, ਸੁਖ ਸਾਗਰ ਸੁਰਤਰ ਚਿੰਤਾ ਮਨ। ਪਹਿਲਾਂ ਆਪਾਂ ਇਹਦਾ ਭੇਦ ਜਾਣਾਂਗੇ, ਭੇਦ ਕੀ ਹੈ। ਸੋਰਠ ਰਾਗ ਵਿੱਚ ਕਹਿੰਦੇ ਸੁਖ ਸਾਗਰ ਸੁਰਤਰ ਚਿੰਤਾ ਮਨ, ਉੱਥੇ ਕਹਿੰਦੇ, ਹੁਣ ਮਾਰੂ ਰਾਗ ਵਿੱਚ ਕਹਿੰਦੇ ਸੁਖ ਸਾਗਰ ਸੁਰਤਰ ਚਿੰਤਾ ਮਨ, ਕੋਈ ਭੇਦ ਨਹੀਂ ਹੈ। ਅਗਲੀ ਲਾਈਨ ਵਿੱਚ ਕਹਿਣਗੇ ਕਾਮ ਧੇਨ ਬਸ ਜਾ ਕੇ, ਸੋਰਠ ਰਾਗ ਵਿੱਚ ਇੱਦਾਂ ਕਹਿੰਦੇ ਹਨ, ਤੇ ਮਾਰੂ ਰਾਗ ਵਿੱਚ ਕਹਿੰਦੇ ਹਨ ਕਾਮ ਧੈਨ ਬਸ ਜਾ ਕੇ ਰੇ। ਉੱਥੇ ਕਾਮ ਧੇਨ ਹੈ, ਜਾ ਕੇ ਇਕੱਲਾ, ਇੱਥੇ ਕਾਮ ਧੈਨ ਬਸ ਜਾ ਕੇ ਰੇ, ਇਹ ਭੇਦ ਦਿੱਤਾ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਵ ਨਿਧ ਕਰ ਤਲ ਤਾਕੇ। ਹੁਣ ਮਾਰੂ ਰਾਗ ਵਿੱਚ ਕਹਿੰਦੇ ਹਨ ਚਾਰ ਪਦਾਰਥ ਅਸ਼ਟ ਮਹਾ ਸਿੱਧ,
ਨਵ ਨਿਦ ਕਰ ਤਲ ਤਾਂਕੈ, ਉੱਥੇ ਤਾਂਕੇ ਇੱਥੇ ਤਾਂਕੈ, ਇਤਨਾ ਕੁ ਭੇਦ ਹੈ ਬਸ। ਹਰ 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 ਨਾ ਜਪਹਿ ਰਸਨਾ, ਹੁਣ ਮਾਰੂ ਰਾਗ ਚ ਕਹਿੰਦੇ ਹਨ ਹਰ 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 ਨਾ ਜਪਸ ਰਸਨਾ, ਉੱਥੇ ਜਪ ਹੈ ਇੱਥੇ ਜਪਸ, ਬਸ ਇਤਨਾ ਕੁ ਭੇਦ ਹੈ। ਸੋਠ ਰਾਗ ਦੀ ਅਗਲੀ ਪੰਕਤੀ ਕਹਿੰਦੇ ਹਨ ਅਵਰ ਸਭ ਤਿਆਗ ਬਚਨ ਰਚਨਾ ਰਹਾਉ, ਮਾਰੂ ਰਾਗ ਵਿੱਚ ਕਹਿੰਦੇ ਨੇ ਅਵਰ ਸਭ ਛਾੜ ਬਚਨ ਰਚਨਾ ਰਹਾਉ, ਉੱਥੇ ਤਿਆਗ ਹੈ ਇੱਥੇ ਛਾੜ ਹੈ। ਅਗਲੀ ਪੰਕਤੀ ਸੋਠ ਰਾਗ ਦੀ ਕਹਿੰਦੇ ਹਨ ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ, ਹੁਣ ਮਾਰੂ ਰਾਗ ਵਿੱਚ ਕਹਿੰਦੇ ਹਨ ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ, ਉੱਥੇ ਅੱਖਰ ਹੈ ਇੱਥੇ ਅਛਰ ਹੈ। ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ, ਉੱਥੇ ਵਿਚਾਰ ਹੈ ਬੱਬੇ ਦੇ ਸਿਹਾਰੀ ਹੈ। ਇੱਥੇ ਕੀ ਕਹਿੰਦੇ ਹਨ ਮਾਰੂ ਰਾਗ ਵਿੱਚ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ। ਮਾਰੂ ਰਾਗ ਤੋਂ ਬਾਅਦ ਅੱਗੇ ਸੋਠ ਰਾਗ ਦੇ ਵਿੱਚ ਫਿਰ ਅਗਲੀ ਪੰਕਤੀ ਜਿਹੜੀ ਅਖੀਰਲੀ ਪੰਕਤੀ ਉਹਦੇ ਵਿੱਚ ਕਹਿੰਦੇ ਨੇ ਸਹਿਜ ਸਮਾਦ ਉਪਾਦ ਰਹਿਤ ਪੁਨ ਵੱਡਾ ਭਾਗ ਲਿਵ ਲਾਗੀ। ਹੁਣ ਮਾਰੂ ਰਾਗ ਵਿੱਚ ਕੀ ਕਹਿੰਦੇ ਹਨ ਸਹਿਜ ਸਮਾਦ ਉਪਾਦ ਰਹਿਤ ਹੋਏ, ਉੱਥੇ ਫੁਨ ਹੈ ਇੱਥੇ ਹੋਏ ਹੈ। ਵੱਡੇ ਭਾਗ ਲਿਵ ਲਾਗੀ, ਉੱਥੇ ਵੱਡਾ ਇੱਥੇ ਵੱਡੇ, ਬਸ ਇਤਨਾ ਕੁ ਭੇਦ ਹੈ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਪਹਿ ਭਾਗੀ। ਸੋਠ ਰਾਗ ਵਿੱਚ ਇਹ ਪੰਕਤੀਆਂ ਹਨ ਤੇ ਮਾਰੂ ਰਾਗ ਵਿੱਚ ਕੀ ਕਹਿੰਦੇ ਕਹਿ ਰਵਿਦਾਸ ਉਦਾਸ ਦਾਸ ਮਤ। ਸੋਠ ਵਿੱਚ ਕਹਿੰਦੇ ਹਨ ਪ੍ਰਗਾਸ ਹਿਰਦੈ ਧਰ, ਮਾਰੂ ਵਿੱਚ ਕਹਿੰਦੇ ਨੇ ਉਦਾਸ ਦਾਸ ਮਤ। ਜਨਮ ਮਰਨ ਪਹਿ ਭਾਗੀ, ਜਨਮ ਮਰਨ ਪਹਿ ਭਾਗੀ, ਦੋਨਾਂ ਵਿੱਚ ਇੱਕੋ ਹੀ ਅਰਥ ਹੈ, ਇੱਕੋ ਹੀ ਤਰ੍ਹਾਂ ਦੀ ਲੈਣ ਹੈ। ਇਹ ਭੇਦ ਰਵਿਦਾਸ ਮਹਾਰਾਜ ਨੇ ਆਪਣੀ ਮੌਜ ਦੇ ਨਾਲ ਕਦੇ ਕਿਸੇ ਨੂੰ ਉਪਦੇਸ਼ ਦਿੱਤਾ ਕਦੇ ਕਿਸੇ ਨੂੰ ਉਪਦੇਸ਼ ਦਿੱਤਾ। ਇੱਦਾਂ ਉਹਨਾਂ ਨੇ ਇਹ ਦੋ ਸ਼ਬਦ ਇੱਕੋ ਹੀ ਸ਼ਬਦ ਹੈ ਦੋ ਵਾਰੀ ਆਇਆ, ਥੋੜਾ ਭੇਦ ਪਾ ਕੇ ਅੱਖਰਾਂ ਦਾ ਭੇਦ ਹੈ ਪਰ ਅਰਥਾਂ ਦਾ ਕੋਈ ਭੇਦ ਨਹੀਂ ਹੈ। ਮਹਾਰਾਜ ਕਹਿੰਦੇ ਹਨ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੈਨ ਬਸ ਜਾ ਘੇਰੇ। ਸੁੱਖਾਂ ਦਾ ਸਾਗਰ ਸਾਰੀਆਂ ਬਖਸ਼ਿਸ਼ਾਂ ਦਾ ਘਰ, ਜਿਵੇਂ ਸਮੁੰਦਰ ਵਿੱਚ ਅਨੇਕਾਂ ਤਰ੍ਹਾਂ ਦਾ ਖਜ਼ਾਨਾ ਹੈ। ਦੇਵਤਿਆਂ ਨੇ ਤੇ ਰਾਖਸ਼ਾਂ ਨੇ ਜਦੋਂ ਸਮੁੰਦਰ ਰਿੜਕਿਆ ਹੈ ਨਾ ਤੇ ਉਹਦੇ ਵਿੱਚ 14 ਰਤਨ ਨਿਕਲੇ, ਤਰ੍ਹਾਂ ਤਰ੍ਹਾਂ ਦੇ ਉਹ ਪਦਾਰਥ ਨਿਕਲੇ, ਤਰ੍ਹਾਂ ਤਰ੍ਹਾਂ ਦਾ ਖਜ਼ਾਨਾ ਨਿਕਲਿਆ। ਸੁਰਤਰ, ਸੁਰਤਰ ਦਾ ਅਰਥ ਹੁੰਦਾ ਸੋ ਦੇਵਤੇ, ਸੁਰ ਜਿਹਨੂੰ ਆਪਾਂ ਕਹਿੰਦੇ ਸੁਰ ਦੇਵਤਿਆਂ ਨੂੰ ਕਹਿੰਦੇ ਹਨ। ਤਰ ਦਾ ਅਰਥ ਹੁੰਦਾ ਹੈ ਤਰਵਰ, ਦਰਖਤ ਜਿਹਨੂੰ ਕਹਿੰਦੇ। ਸਵਰਗਾਂ ਦੇ ਵਿੱਚ ਇੱਕ ਦਰਖਤ ਹੈ ਜਿਹਨੂੰ ਕਹਿੰਦੇ ਕਲਪ ਬ੍ਰਿਸ਼ ਹੈ, ਜਿਹਨੂੰ ਉਹ ਸਵਰਗਾਂ ਦਾ ਰੁੱਖ ਕਿਹਾ ਜਾਂਦਾ ਹੈ। ਉਹਦੀ ਛਾਂ ਹੇਠ ਬੈਠ ਕੇ ਉਹਦੇ ਥੱਲੇ ਖੜ ਕੇ ਜੋ ਵੀ ਮੰਗ ਲਓ ਕਹਿੰਦੇ ਮਿਲ ਜਾਂਦਾ ਹੈ। ਸੁੱਖਾਂ ਦਾ ਸਾਗਰ ਤੇ ਸੁੱਖਾਂ ਦਾ ਉਹ ਦਰਖਤ। ਚਿੰਤਾਮਨ, ਇੱਕ ਚਿੰਤਾਮਣੀ ਹੁੰਦੀ ਹੈ ਜਿਹੜੀ ਸਾਰੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲੀ ਹੈ ਤੇ ਸਾਰੀ ਚਿਤਵਨੀਆਂ ਨੂੰ ਪੂਰਾ ਕਰਨ ਵਾਲੀ। ਕਾਮ ਧੈਨ ਬਸ ਜਾ ਕੇ ਰੇ, ਕਾਮ ਧਿਨ ਗਊ ਹੈ ਕਹਿੰਦੇ। ਕਾਮ ਧਿਨ ਗਊ ਦੇ ਕੋਲ ਜੋ ਵੀ ਮੰਗ ਲਓ ਹਰੇਕ ਤਰ੍ਹਾਂ ਦਾ ਭੋਜਨ, ਹਰੇਕ ਤਰ੍ਹਾਂ ਦਾ ਪਦਾਰਥ ਦੇਣ ਵਾਸਤੇ ਉਹ ਸਮਰੱਥਾ ਰੱਖਦੀ ਹੈ। ਪਰ ਸੁੱਖਾਂ ਦਾ ਸਾਗਰ, ਸੁਰਤਰ ਤੇ ਚਿੰਤਾਮਣੀ, ਕਾਮ ਧਿਨ ਗਊ, ਇਹਨਾਂ ਦੇ ਆਪਣੇ ਵੱਸ ਕੋਈ ਸ਼ਕਤੀ ਨਹੀਂ। ਇਹ ਤਾਂ ਪ੍ਰਮਾਤਮਾ ਦੀ ਮਰਜ਼ੀ ਦੇ ਨਾਲ ਦਿੰਦੇ ਹਨ। ਪ੍ਰਮਾਤਮਾ ਦਾ ਹੁਕਮ ਹੁੰਦਾ ਕਿ ਇਹ ਜੀਵ ਨੂੰ ਦੇ ਦਿੱਤੇ ਤਾਂ ਦਿੰਦੇ ਹਨ, ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਕੁਝ ਨਹੀਂ ਦਿੰਦੇ ਉਹ। ਚਾਰ ਪਦਾਰਥ ਅਸ਼ਟ ਮਹਾਸਿਧ ਨਵ ਨਿਦ ਕਰ ਤਲ ਤਾਕੈ। ਜਿਹਦੇ ਉੱਪਰ ਬਖਸ਼ਿਸ਼ ਹੋ ਜਾਵੇ, ਜਿਹਨੂੰ ਆਪਣਾ ਭਗਤ ਬਣਾ ਲੈਂਦੇ ਹਨ ਉਹ ਪ੍ਰਮਾਤਮਾ ਜੀ, ਜਿਹਦੇ ਉੱਪਰ ਰਹਿਮਤ ਕਰਦੇ ਹਨ, ਉਹਦੇ ਪਿੱਛੇ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼, ਇਹ ਚਾਰ ਪਦਵੀਆਂ, ਚਾਰ ਇਹ ਦਾਤਾਂ ਉਸ ਨੂੰ ਮਿਲ ਜਾਂਦੀਆਂ ਹਨ। ਅਸ਼ਟ ਮਹਾਸਿਧ, 9 ਨਿਧੀਆਂ 18 ਸਿੱਧੀਆਂ 12 ਰਿੱਧੀਆਂ, ਹਰੇਕ ਤਰ੍ਹਾਂ ਦਾ ਖਜ਼ਾਨਾ, ਹਰੇਕ ਤਰ੍ਹਾਂ ਦੀ ਸ਼ਕਤੀ ਉਹਦੇ ਅੰਦਰ ਆ ਜਾਂਦੀ ਹੈ। ਨਵ ਨਿਧ ਕਰ ਤਲ ਤੱਕ, 9 ਨਿਧੀਆਂ ਉਹਦੇ ਹੱਥ ਤੇ ਜੰਮ ਜਾਂਦੀਆਂ ਹਨ। ਹੱਥ ਮਲਦਾ
ਕਿਸੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਹੈ, ਕਿਸੇ ਨੂੰ ਆਸ਼ੀਰਵਾਦ ਦਿੰਦਾ ਤੇ ਉਸ ਜਿਹਦੇ ਉੱਪਰ ਸੀਸ ਦੇ ਉੱਪਰ ਹੱਥ ਰੱਖਿਆ ਉਹਦੇ ਉੱਪਰ ਵੀ ਬਖਸ਼ਿਸ਼ਾਂ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਭਗਤ ਜਨ, ਉਹ ਰੱਬ ਦਾ ਪਿਆਰਾ, ਕਿਉਂਕਿ ਪ੍ਰਮਾਤਮਾ ਨੇ ਉਹਦੀ ਤਲੀ ਦੇ ਉੱਪਰ ਇਤਨਾ ਸਤ ਭਰ ਦਿੱਤਾ ਹੈ, इतनी बख्शिश भर दी है, ਉਹਦੀ ਜ਼ੁਬਾਨ ਦੇ ਉੱਪਰ इतनी सता भर दी है, जो भी बचन करदा है नानक दास मुख ते जो बोलै इहां उहां सच होवै। अगली पंक्ति च कहंदे हन, हर 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 न जपस रसना, ऐ मेरे मन ऐ मेरी रसना, उस सारिਆਂ ਨੂੰ हरे भरन करन वाले परमेश्वर ਨੂੰ, ਉਹ परमात्मा ਜਿਹੜਾ ਸਾਰਿਆਂ ਦੇ दुख हरन वाला है, ਉਹ ਜਿਹੜਾ परमात्मा ਸਾਰਿਆਂ ਦੇ ऐब चुरा करके गुनाह चुरा करके ਉਹਨਾਂ ਨੂੰ ਸੁੱਖਾਂ ਦੇ ਨਾਲ ਭਰਨ ਵਾਲਾ ਹੈ, ਉਸ ਦਾ ਸਿਮਰਨ ਕਿਉਂ ਨਹੀਂ ਕਰਦੀ ਹੈ ਮੇਰੀ ਰਸਨਾ। ਅਵਰ ਸਭ ਛਾੜ ਬਚਨ ਰਚਨਾ, ਉਸ परमात्मा ਦੀ ਬਣਾਈ ਹੋਈ ਜਿਤਨੀ ਵੀ ਰਚਨਾ ਇਹ ਝੂਠੀ ਹੈ। ਜੋ ਵੀ ਦਿਖਾਈ ਦੇਣ ਵਾਲੀ ਚੀਜ਼ ਹੈ ਇਹਨਾਂ ਵਿੱਚ ਰਚਨ ਦੀ ਖੇਚਲ ਨਾ ਕਰ। ਉਸ परमात्मा ਦੀ ਰਚੀ ਹੋਈ ਖੇਡ ਦੇ ਵਿੱਚ ਇਹਦੇ ਵਿੱਚ ਉਪਰਾਮਤਾ ਲੱਭਣੀ ਹੈ। ਉਪਰਾਮ ਹੋ ਕਰਕੇ ਇਹਦੇ ਵਿੱਚ ਨਿਰਲੇਪ ਹੋ ਕਰਕੇ परमात्मा ਦੇ ਨਾਮ ਵਿੱਚ ਰਚਨਾ ਹੈ। परमात्मा ਦੇ ਨਾਮ ਦੇ ਵਿੱਚ ਲੀਨ ਹੋਣਾ ਕਰ। ਰਚਨਾ ਦਾ ਅਰਥ ਹੈ ਲੀਨ ਹੋਣਾ, ਰਚਨ ਕਰਨਾ, ਲਿਵ ਲੀਨ ਹੋ ਜਾਣਾ। ਦੁਨਿਆਵੀ ਝੂਠੀ ਚੀਜ਼ਾਂ ਦੇ ਪਿੱਛੇ ਹਟ ਕੇ ਸਿਰਫ ਤੇ ਸਿਰਫ परमात्मा ਦੇ ਨਾਮ ਦੇ ਵਿੱਚ ਲੀਨ ਹੋਣ ਵਾਸਤੇ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ। हर 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 ना जपस रसना, अवर सब छाड़ बचन रचना रहाओ। रचना अर्थात हुंदा रचनावां, दुनियावी कवितावां, दुनियावी गीत, दुनियावी गंदे बोलां नूं छड़ करके इन्हां रचनावां तो पिछे हट करके गुरबाणी दी असली जिहड़ी रचना है, सच्ची बाणी की रचना दे विच जुड़ना कर। बाणी तेरे नाल निभण वाली चीज़ है, तुर की बाणी आई तेने सगली चिंत मिटाई रहाओ। अगे कहंदे हन विश्राम दे करके, नाना खियान पुराण वेद विद, 34 अक्षर माही। नाना खियान अनेक तरह दीयां व्याख्या दीयां किताबां व्याख्यान कीते जिन्हां ने कथावां कीतियां हन, कथा कीती, कथा लिखी है, ਜਾਂ ਪੁਰਾਣ ਉਚਾਰਨ ਕੀਤੇ ਹਨ, ਕੁਰਾਨ ਉਚਾਰਨ ਕੀਤੇ ਹਨ, ਵੇਦ ਉਚਾਰਨ ਕੀਤੇ। ਇਹਨਾਂ ਸਾਰਿਆਂ ਨੂੰ ਉਚਾਰਨ ਵਾਸਤੇ ਕੀ ਚਾਹੀਦਾ ਸੀ? ਅੱਖਰ ਚਾਹੀਦੇ ਸਨ। 34 ਅੱਖਰ ਮਾਹੀ, ਸਭ ਕੁਝ ਇਹਨਾਂ ਅੱਖਰਾਂ ਦੇ ਵਿੱਚ ਹੈ। 34 ਅੱਖਰ ਹਿੰਦੂ ਧਰਮ ਕਾ ਖਾਗਾ ਉਹ ਵਰਤਦੇ, ਸੰਸਕ੍ਰਿਤ ਵਿੱਚ ਵਰਤੇ ਜਾਂਦੇ ਹਨ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀ ਕੀਤਾ? एक राड़ा अखर सी, कहते ये राड़ा किसी पासे लगता नहीं। महाराज ने इस अखर नूं भी 35वां अखर बना करके इसनूं सफला किया। कहते हाँ राड़ा राड़ मिटै संग साधु, करम धर्म तत नाम अराधु। राड़े अखर नूं महाराज ने वडियाई दी। गुरु ग्रंथ साहिब दे विच 35 अखरा बना दिता। हुण आपां सिख पंजाबी लोग 35 अखरी पढ़ते हैं। ब्यास विचार कहियो परमार्थ, राम नाम सरनाही। पर ऋषि ਜਿਹੜੇ ਬਿਆਸ ऋषि ਹੋਏ ਆ ਨਾ, ਉਹਨਾਂ ਨੇ ਜਦੋਂ ਖੋਜ ਕੀਤੀ, ਵੇਦਾਂ ਦੇ ਅਰਥ ਕੀਤੇ, ਉਹਨਾਂ ਨੇ ਪਤਾ ਕੀ ਕਿਹਾ? ਸਾਰੇ ਵੇਦਾਂ ਨੂੰ ਉਚਾਰਨ, ਉਹਨਾਂ ਦੀ ਅਰਥ ਕਰਕੇ, ਉਹਨਾਂ ਦੀ ਕਥਾ ਕਰਕੇ ਇਹੀ ਕਿਹਾ ਕਿ ਭਾਈ ਜਦੋਂ ਤੱਕ ਰਾਮ ਦਾ ਨਾਮ ਨਹੀਂ ਜਪਦੇ ਨਾ, ਰਾਮ ਦੇ ਨਾਮ ਦੇ ਸਦਰਸ ਕੋਈ ਵੀ ਗਿਆਨ ਹਾਸਲ ਕਰਨਾ ਕਹਿੰਦੇ ਵਿਅਰਥ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਮ ਦਾ ਨਾਮ ਜਪਣਾ ਵਸ ਜ਼ਰੂਰੀ ਹੈ। जितना मर्जी ज्ञान इकट्ठा कर लीए, जितनी मर्जी कथा सुन लीए, पढ़ लीए, कर लीए, सब तो उत्तम चीज़ है राम का नाम का सिमरन करना। यही उस दरगाह तक नाल निभण वाली चीज़ है। ब्यास विचार कहे परमार्थ, राम नाम सरनाही। रविदास महाराज जी कहते ब्यास ऋषि ने भी यही गल की हमायत की है कि नाम जपना अवश्य जरूरी है। नाम तो बिना साडी मुक्ति नहीं हो सकती। सोधत सोधत सोध विचारा, बिन हर भजन नहीं छुटकारा। अखीरली पंक्ति च रविदास महाराज जी कहते हैं, सहज समाद उपाद रहत होए, बड़े भाग लिव लागी। बड़ियां भागां दे नाल जिन्हां दी लिव दुनियावी झगड़े झमेलिया तू, उपादार हुंदा दुनियावी झगड़े झमेलिया तू, कदे किसी नाल बहसबाजी होगी, कदे किसी नाल तू तू मैं मैं होगी, कदे किसी दे नाल होर गल ते बहस मुआला हो जाता है। उन्हां चीज़ां तो उपर उठ करके जिहड़ा नाम विच जुड़ जाता है ना,
ਵੱਡਿਆਂ ਭਾਗਾਂ ਵਾਲਿਆਂ ਦੀ ਲਿਵ ਉਸ ਨਾਮ ਵਿੱਚ ਜੁੜ ਜਾਂਦੀ ਹੈ ਤੇ ਉਹਨਾਂ ਦੀ ਸਮਾਧੀ ਸਹਿਜ ਅਵਸਥਾ ਵਿੱਚ ਲੱਗ ਜਾਂਦੀ ਹੈ। ਸਹਿਜ ਸੁਭਾਵਕ ਹੀ ਉਹਨਾਂ ਦੀ ਸਮਾਧੀ ਹਰ ਵੇਲੇ ਨਿਰਵਿਕਲਪ ਸਮਾਧੀ ਜਿਹਨੂੰ ਕਹਿੰਦੇ ਹਨ। ਸਮਾਧੀ ਲਾਣੀ ਨਹੀਂ ਪੈਂਦੀ ਉਹਨਾਂ ਨੂੰ, ਉਹ ਹਰ ਵੇਲੇ ਸਮਾਧੀ ਵਿੱਚ ਰਹਿੰਦੇ ਹਨ। ਆਪਾਂ ਨੂੰ ਨੇਤਰ ਬੰਦ ਕਰਨੇ ਪੈਂਦੇ, ਆਪਣੀ ਸੁਰਤ ਜੋੜਨੀ ਪੈਂਦੀ ਹੈ ਨਾਮ ਜਪਣ ਵੇਲੇ, ਪਰ ਉਹਨਾਂ ਦਾ ਹਰ ਵੇਲੇ ਸਮਾਧੀ ਦੇ ਵਿੱਚ ਮਨ ਜੁੜਿਆ ਰਹਿੰਦਾ ਹੈ। ਸਹਿਜ ਸਮਾਧ ਉਪਾਦ ਰਹਿਤ ਹੋਏ, ਜਿਹੜੇ ਦੁਨੀਆ ਦੇ ਝਗੜੇ ਝਮੇਲਿਆਂ ਤੋਂ ਉਪਰਾਮ ਹੋ ਜਾਂਦੇ, ਉੱਪਰ ਉੱਠ ਜਾਂਦੇ, ਵੱਡਿਆਂ ਭਾਗਾਂ ਵਾਲੇ ਨਾਮ ਜਪਣਾ ਸ਼ੁਰੂ ਕਰ ਦਿੰਦੇ ਤੇ ਉਹਨਾਂ ਦੀ ਸਮਾਧੀ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਹਰ ਵੇਲੇ ਲੱਗੀ ਰਹਿੰਦੀ ਹੈ। ਕਹਿ ਰਵਿਦਾਸ ਉਦਾਸ ਦਾਸ ਮਤ, ਜਨਮ ਮਰਨ ਭੈ ਭਾਗੀ। ਧੰਨ ਰਵਿਦਾਸ ਮਹਾਰਾਜ, ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ, ਕਥਨ ਕਰਦੇ ਆਪਣੀ ਰਸਨਾ ਤੋਂ, ਸੰਸਾਰ ਦੇ ਪਦਾਰਥਾਂ ਤੋਂ, ਸੰਸਾਰ ਦੇ ਝਗੜੇ ਝਮੇਲਿਆਂ ਤੋਂ ਉੱਪਰ ਉੱਠ ਕਰਕੇ, ਇਹਨਾਂ ਚੀਜ਼ਾਂ ਤੋਂ ਉਪਰਾਮ ਹੋ ਕਰਕੇ, ਦੁਨੀਆ ਦੀ ਬਨਾਵਟ ਤੋਂ ਪਰੇ ਹੋ ਕਰਕੇ ਰਵਿਦਾਸ ਕਹਿੰਦੇ ਮੈਂ ਇਹਨਾਂ ਤੋਂ ਉਪਰਾਮ ਹੋ ਗਿਆ, ਇਹਨਾਂ ਤੋਂ ਨਿਰਲੇਪ ਹੋ ਗਿਆ। ਪਰਿਵਾਰ ਵਿੱਚ ਰਹਿੰਦਾ ਹੋਇਆ ਪਰਿਵਾਰ ਦੇ ਦੁੱਖਾਂ ਸੁੱਖਾਂ ਤੋਂ ਨਿਰਲੇਪ ਹੋ ਕਰਕੇ ਪਰਮਾਤਮਾ ਦੀ ਬੰਦਗੀ ਕਰਨੀ ਸ਼ੁਰੂ ਕੀਤੀ ਹੈ, ਭਗਤੀ ਕਰਨੀ ਸ਼ੁਰੂ ਕੀਤੀ ਹੈ। ਜਿਹੜੀ ਬੰਦਗੀ, ਜਿਹੜੀ ਭਗਤੀ ਜਨਮ ਤੇ ਮਰਨ ਦਾ ਭੈ ਦੂਰ ਕਰਨ ਵਾਲੀ ਹੈ, ਜਨਮ ਮਰਨ ਦਾ ਡਰ ਖਤਮ ਕਰਨ ਵਾਲੀ ਹੈ ਪਰਮਾਤਮਾ ਦੀ ਬੰਦਗੀ। ਕਿਸੇ ਵੀ ਤਰ੍ਹਾਂ ਦਾ ਡਰ ਹਿਰਦੇ ਵਿੱਚ ਰਹਿੰਦਾ ਨਹੀਂ। ਇਸ ਕਰਕੇ ਮੈਂ ਉਸ ਬੰਦਗੀ ਨੂੰ ਪਕੜਨਾ ਕੀਤਾ ਹੈ ਜਿਹੜੀ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਸਹਾਇਤਾ ਕਰਨ ਵਾਲੀ ਹੈ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ ਸਾਡੇ ਸਭਨਾਂ ਦੇ ਉੱਪਰ। ਨਾਮ ਦੀ ਦਾਤ, ਬੰਦਗੀ ਦੀ ਦਾਤ ਸਾਡੀ ਝੋਲੀ ਵਿੱਚ ਪਾਵਨ, ਸਾਨੂੰ ਤੰਦਰੁਸਤੀ ਬਖਸ਼ਿਸ਼ ਕਰਨ, ਸਾਰੀ ਮਨੁੱਖਤਾ ਨੂੰ ਤੰਦਰੁਸਤੀ ਬਖਸ਼ਿਸ਼ ਕਰਨ। ਅਰਦਾਸ ਕਰੀਏ ਮਹਾਰਾਜ, ਜੋ ਸਮਾਂ ਚੱਲ ਰਿਹਾ ਕਰੋਨਾ ਮਹਾਮਾਰੀ ਦਾ, ਇਸ ਤੋਂ ਸਾਰੀ ਦੁਨੀਆ ਨੂੰ ਨਿਜਾਤ ਦਿਵਾਓ ਮਹਾਰਾਜ ਜੀ। ਕਿਰਪਾ ਕਰਕੇ ਸਾਰਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰੋ, ਸਾਰਿਆਂ ਨੂੰ ਮਹਾਰਾਜ ਨਵਾਂ ਜੀਵਨ ਦਾਨ ਬਖਸ਼ਿਸ਼ ਕਰੋ। ਸਾਰੇ ਆਪਣੇ ਘਰਾਂ ਵਿੱਚ ਸੁਖੀ, ਸਾਰੇ ਆਪਣੇ ਘਰਾਂ ਵਿੱਚ ਤੰਦਰੁਸਤੀ ਦੇ ਨਾਲ ਜੀਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹਨਾਂ ਬਚਨਾਂ ਦੇ ਨਾਲ ਖਿਮਾ ਦੇ ਜਾਚਕ ਹਾਂ, ਖਿਮਾ ਦੇਣੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਹੁਣ ਆਨੰਦ ਸਾਹਿਬ ਦਾ ਜਾਪ ਫਿਰ ਅਰਦਾਸ ਵਿੱਚ ਸ਼ਾਮਲ ਹੋਈਏ ਜੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਵਡਭਾਗੇ ਹੋ। ਸਾਹਿਬ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਗੁਰੂ ਸੰਗਤ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਕਰ ਰਹੇ ਹੋ। ਸਤਿਗੁਰ ਜੀ ਦੀ ਕਿਰਪਾ ਸਦਕਾ ਪੰਜ ਬਾਣੀਆਂ ਦੇ ਨਿਤਨੇਮ ਤੋਂ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਜੋ ਆਪਾਂ ਆਰੰਭ ਕੀਤਾ ਸੀ, ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਸਮਾਪਤੀ ਹੋਈ ਹੈ। ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ ਸਾਡੇ ਉੱਪਰ। ਜੋ ਆਪਾਂ ਕਈ ਰੋਜ਼ ਪਹਿਲਾਂ ਸਤਿਗੁਰਾਂ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਭਗਤਾਂ ਦੀ ਬਾਣੀ ਆਰੰਭ ਕੀਤੀ ਸੀ। ਭਗਤ ਰਵਿਦਾਸ ਜੀ ਸ਼੍ਰੋਮਣੀ ਭਗਤਾਂ ਦੇ ਵਿੱਚੋਂ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ। ਉਸ ਤੋਂ ਬਾਅਦ ਬਾਬਾ ਫਰੀਦ ਜੀ, ਬਾਬਾ ਨਾਮਦੇਵ ਜੀ, ਬਾਬਾ ਰਵਿਦਾਸ ਜੀ, ਅਨੇਕਾਂ ਭਗਤਾਂ ਨੇ ਆਪਣੇ ਤੌਰ ਤੇ ਗੁਰਬਾਣੀ ਵਿੱਚ ਹਿੱਸਾ ਪਾ ਕਰਕੇ ਮਨੁੱਖਤਾ ਦੇ ਭਲੇ ਵਾਸਤੇ ਜੋ ਉਪਦੇਸ਼ ਦਿੱਤੇ ਹਨ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਸਾਰੇ ਬਚਨਾਂ ਨੂੰ, ਸਾਰੀ ਬਾਣੀ ਨੂੰ ਇਕੱਤਰ ਕਰਕੇ ਇੱਕ ਪਾਵਨ ਪਵਿੱਤਰ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੇ ਹਨ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਪ੍ਰਾਪਤ ਕਰੀਏ। ਧੰਨ ਧੰਨ ਬਾਬਾ ਰਵਿਦਾਸ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਸਮਾਪਤੀ ਦੇ ਉੱਪਰ ਆਪਾਂ ਪਹੁੰਚ ਚੁੱਕੇ ਹਾਂ।
ਤਕਰੀਬਨ 33-34 ਸ਼ਬਦ ਹੋ ਚੁੱਕੇ ਹਨ ਤੇ ਭਗਤ ਰਵਿਦਾਸ ਮਹਾਰਾਜ ਜੀ ਦੀ ਬਾਣੀ ਕੇਦਾਰਾ ਰਾਗ ਦੇ ਵਿੱਚ ਪਹੁੰਚ ਚੁੱਕੀ ਹੈ। ਕੇਦਾਰਾ ਰਾਗ ਦੇ ਵਿੱਚ ਰਵਿਦਾਸ ਮਹਾਰਾਜ ਜੀ ਦਾ ਇੱਕੋ ਇੱਕ ਸ਼ਬਦ ਹੈ। ਉਸ ਦੇ ਵਿੱਚ ਰਵਿਦਾਸ ਮਹਾਰਾਜ ਜੀ ਭਗਤੀ ਦੀ ਵਡਿਆਈ ਕਰਦਿਆਂ ਹੋਇਆਂ, ਕਿਉਂਕਿ ਮੈਂ ਕੱਲ ਵੀ ਕਿਹਾ ਸੀ ਕਿ ਦਿਨ ਵੱਡੇ ਹੋਏ ਗਏ ਹਨ, ਸੂਰਜ ਛੇਤੀ ਨਿਕਲ ਆਉਂਦਾ ਹੈ ਤੇ ਕਥਾ ਦੇ ਵਿੱਚ ਆਪਾਂ ਥੋੜਾ ਜਿਹਾ ਬਦਲਾਵ ਲਿਆਂਦਾ, ਥੋੜੀ ਘੱਟ ਕਥਾ ਕਰਨ ਦਾ ਸਮਾਂ ਘੱਟ ਹੈ। ਆਪਾਂ ਸਿਰਫ ਅੱਜ ਰਵਿਦਾਸ ਮਹਾਰਾਜ ਦੇ ਸ਼ਬਦ ਵਿਚਾਰਾਂਗੇ। ਮਹਾਰਾਜ ਕਿਰਪਾ ਕਰਨ, ਫਿਰ ਅੱਗੇ ਜੋ ਸਤਿਗੁਰੂ ਜੀ ਫੁਰਨਾ ਬਣਾਉਣ, ਫਿਰ ਆਪਾਂ ਬਾਣੀ ਦੀ ਵਿਚਾਰ ਆਰੰਭ ਕਰਾਂਗੇ। ਰਾਗ ਕੇਦਾਰਾ ਦੇ ਵਿੱਚ ਭਗਤ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਬਾਣੀ ਦੀ ਵਿਚਾਰ ਸਾਡੇ ਅੱਗੇ ਰੱਖਦਿਆਂ ਹੋਇਆਂ ਕਿ ਭਗਤ ਰਵਿਦਾਸ ਮਹਾਰਾਜ ਜੀ ਨੇ ਜੋ ਬੰਦਗੀ ਕਮਾਈ ਹੈ ਉਹਦੀ ਵਡਿਆਈ ਕਰਦੇ ਹਨ। ਦੁਨੀਆ ਦੇ ਉੱਪਰ ਜੋ ਵੀ ਬੰਦਾ ਕਾਰੀਗਰ ਹੈ, ਕਾਰੋਬਾਰ ਕਰਦਾ ਹੈ, ਰਾਜ ਮਿਸਤਰੀ ਹੈ ਨਾ, ਰਾਜ ਮਿਸਤਰੀ ਆਪਣੇ ਕੰਮ ਨੂੰ ਬੜਾ ਵਧੀਆ ਕਹਿੰਦਾ, ਮੇਰਾ ਕੰਮ ਸਭ ਤੋਂ ਵਧੀਆ। ਵਧੀਆ ਕਹਿਣ ਦੇ ਬਾਵਜੂਦ ਉਹ ਇਹ ਵੀ ਕਹਿੰਦਾ ਮੇਰਾ ਕੰਮ ਸਭ ਤੋਂ ਔਖਾ ਵੀ ਹੈ ਬਹੁਤ, ਮੈਨੂੰ ਤਾਂ ਮੌਜਾਂ ਹੀ ਮੌਜਾਂ ਵਾ, ਮੇਰਾ ਕੰਮ ਤਾਂ ਬਹੁਤ ਵਧੀਆ, ਪਰ ਇਹ ਕੰਮ ਧੁੱਪੇ ਕਰਨਾ ਪੈਂਦਾ, ਬੜਾ ਔਖਾ ਕੰਮ ਹੈ ਜੀ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ, ਇੱਟਾਂ ਦੇ ਨਾਲ ਇੱਟਾਂ ਹੋਣਾ ਪੈਂਦਾ ਹੈ, ਸਾਰਾ ਦਿਨ ਇੱਟਾਂ ਭੰਨੀ ਜਾਓ, ਬਹੁਤ ਔਖਾ ਕੰਮ ਹੈ ਜੀ, ਪਰ ਹੈ ਕੰਮ ਬੜਾ ਵਧੀਆ। ਲੱਕੜ ਦਾ ਕੰਮ ਕਰਨ ਵਾਲਾ ਜਿਹੜਾ ਮਿਸਤਰੀ ਹੈ ਉਹ ਵੀ ਕਹੇਗਾ ਮੇਰਾ ਕੰਮ ਬੜਾ ਮੌਜਦਾਰ ਹੈ, ਮੇਰਾ ਕੰਮ ਬੜਾ ਮਜ਼ੇਦਾਰ ਹੈ, ਮੇਰਾ ਕੰਮ ਬਹੁਤ ਵਧੀਆ ਹੈ, ਪਰ ਇਸ ਕੰਮ ਨੂੰ ਕਰਨ ਵਾਸਤੇ ਲੱਕੜ ਦਾ ਬੂਰਾ ਆਪਣੇ ਉੱਪਰ ਪਵਾਓ, ਬੜੀ ਮਿਹਨਤ ਕਰਨੀ ਪੈਂਦੀ ਹੈ, ਬਹੁਤ ਇਹਦੇ ਵਿੱਚ ਮਿਹਨਤ ਹੈ। ਉਹ ਆਪਣੇ ਆਪ ਦੇ ਕੰਮ ਨੂੰ ਜੇ ਵਧੀਆ ਕਹਿੰਦਾ ਨਾ ਤੇ ਉਹ ਉਸ ਨੂੰ ਔਖਾ ਵੀ ਕਹਿੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ ਸਭ ਤੋਂ ਔਖਾ ਕੰਮ ਪਤਾ ਕਿਹੜਾ ਹੈ? ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਸਭ ਤੋਂ ਔਖਾ ਸੱਚੇ ਨਾਮ ਨੂੰ ਜਪਣਾ, ਇਹ ਸਭ ਤੋਂ ਔਖਾ ਕੰਮ ਹੈ। ਰਵਿਦਾਸ ਮਹਾਰਾਜ ਜੀ ਵੀ ਇੱਥੇ ਗੱਲ ਕਰਦੇ ਕਿ ਭਾਈ ਦੁਨੀਆ ਦੇ ਸਾਰੇ ਕੰਮਾਂ ਦੇ ਵਿੱਚੋਂ ਸਭ ਤੋਂ ਔਖਾ ਕੰਮ ਹੈ ਭਗਤੀ ਕਰਨਾ। ਪਰ ਇਹ ਭਗਤੀ ਜਿਨ੍ਹਾਂ ਨੂੰ ਕਰਨੀ ਆ ਜਾਂਦੀ ਹੈ ਨਾ ਤੇ ਉਹਨਾਂ ਨੂੰ ਮੌਜਾਂ ਬਹੁਤ ਲੱਗ ਜਾਂਦੀਆਂ ਹਨ, ਉਹਨਾਂ ਦਾ ਭਲਾ ਹੀ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਬਦਲਾਵ ਆਉਂਦਾ ਹੈ, ਦੁਨੀਆ ਉਹਨਾਂ ਨੂੰ ਦੇਖ ਕੇ ਨਮਸਕਾਰਾਂ ਕਰਦੀ ਹੈ, ਉਹਨਾਂ ਦਾ ਜੀਵਨ ਦੇਖ ਕਰਕੇ। ਆਓ ਸ਼ਬਦ ਛੋਟਾ ਹੈ, ਇਹਦੇ ਵਿੱਚ ਰਵਿਦਾਸ ਮਹਾਰਾਜ ਜੀ ਨੇ ਉਦਾਹਰਨਾਂ ਬਹੁਤ ਦਿੱਤੀਆਂ ਹਨ। ਆਓ ਇਸ ਦੀ ਵਿਚਾਰ ਆਰੰਭ ਕਰੀਏ। ਭਗਤ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮਸਕਾਰ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਗ ਕੇਦਾਰਾ, ਕੇਦਾਰਾ ਰਾਗ ਹੈ, ਬਾਣੀ ਰਵਿਦਾਸ ਜੀਓ ਕੀ। ਰਵਿਦਾਸ ਮਹਾਰਾਜ ਦੀ ਬਾਣੀ ਹੈ, ਸ਼੍ਰੋਮਣੀ ਭਗਤਾਂ ਦੇ ਵਿੱਚੋਂ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਜੋ ਅਦੁੱਤੀ ਮਾਲਕ ਪਰਮੇਸ਼ਰ ਸਰਬ ਦਾ ਪ੍ਰਕਾਸ਼ਕ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਸੰਭਾਲ ਕਰਨ ਵਾਲਾ, ਸਾਰਿਆਂ ਦਾ ਨਾਸ਼ ਕਰਨ ਵਾਲਾ, ਉਹ ਪਰਿਪੂਰਨ ਪਰਮਾਤਮਾ ਹੈ। ਉਸ ਤੋਂ ਬਿਨਾਂ ਨਾ ਕੋਈ ਦੁਨੀਆ ਨੂੰ ਪੈਦਾ ਕਰਦਾ ਹੈ, ਨਾ ਦੁਨੀਆ ਦੀ ਪਾਲਣ ਪੋਸ਼ਣ ਕਰਦਾ ਹੈ, ਨਾ ਤਾਂ ਦੁਨੀਆ ਨੂੰ ਮਾਰਨ ਦੀ ਕੋਈ ਸਮਰੱਥਾ ਰੱਖਦਾ ਹੈ, ਕੋਈ ਦੁਨੀਆ ਨੂੰ ਮਾਰ ਨਹੀਂ ਸਕਦਾ। ਉਹੀ ਪਰਮੇਸ਼ਰ ਸਾਰਿਆਂ ਦਾ ਮਾਤਾ ਪਿਤਾ ਹੈ। ਉਸ ਦੀ ਕਿਰਪਾ ਦੇ ਨਾਲ ਹੀ ਆਪਾਂ ਤੁਰੇ ਫਿਰਦੇ ਹਾਂ। ਤੇ ਉਹ ਕਿਵੇਂ ਮਿਲਦਾ ਹੈ? ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੋਵੇਗੀ। ਅੱਗੇ ਫਿਰ ਉਦਾਹਰਨ ਦਿੰਦੇ ਹਨ। ਉਸ ਸਮੇਂ ਬ੍ਰਾਹਮਣਾਂ ਨੇ ਮਨੁੱਖਤਾ ਦਾ ਬੜਾ ਜੀਵਣਾ ਹਰਾਮ ਕੀਤਾ ਸੀ। ਬ੍ਰਾਹਮਣਾਂ ਨੇ ਸ਼ੂਦਰਾਂ ਦੇ ਨਾਲ ਬੜਾ ਧਰੋ ਕਮਾਇਆ। ਨੀਵੀਆਂ ਜਾਤਾਂ ਵਾਲਿਆਂ ਨੂੰ, ਜਿਹੜੇ ਹੱਥੀਂ ਕਿਰਤ ਕਰਦੇ ਸਨ, ਉਹਨਾਂ ਨੂੰ ਇਤਨਾ ਧਰਕਾਰ ਕੀਤਾ, ਬਹੁਤ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਸੀ। ਜੇ ਕਿਤੇ ਸ਼ੂਦਰ ਨੇ ਲੰਘਣਾ ਹੁੰਦਾ ਤੇ ਉਹਦੇ ਪਿਛਲੇ ਪਾਸੇ ਇੱਕ ਝਾੜੂ ਬੰਨਿਆ ਹੁੰਦਾ ਸੀ ਲੱਕ ਦੇ ਨਾਲ, ਕਿ ਤੂੰ ਤੁਰਿਆ ਜਾਂਦਾ ਹੈ ਨਾ, ਤੇਰੇ ਪੈਰਾਂ ਦੀ ਜਿਹੜੀ ਪੈੜ ਮਿੱਟੀ ਤੇ ਜੰਮਦੀ ਹੈ ਉਹ ਵੀ ਨਹੀਂ ਜੰਮਣੀ ਚਾਹੀਦੀ, ਉਹ ਵੀ ਨਹੀਂ ਛੱਪਣੀ ਚਾਹੀਦੀ, ਤੇ ਉਹ ਝਾੜੂ ਦੇ ਨਾਲ ਸਾਫ਼ ਹੋ ਜਾਣੀ ਚਾਹੀਦੀ ਨਾਲੇ ਨਾਲ। ਤੇ ਜਦੋਂ ਕਿਤੇ ਵੱਡੇ ਬੰਦੇ ਨੇ, ਬ੍ਰਾਹਮਣ ਨੇ ਲੰਘਣਾ, ਜਾਂ ਕਿਸੇ ਰਾਜਸੀ ਬੰਦੇ ਨੇ, ਰਾਜੀ ਨੇ ਲੰਘਣਾ,
ਉਹਨੇ ਥੁੱਕਣਾ ਹੋਵੇ, ਕਹਿੰਦਾ ਓਏ ਸ਼ੂਦਰਾ ਹੱਥ ਕਰ ਆਪਣਾ, ਤੇਰੇ ਹੱਥਾਂ ਵਿੱਚ ਮੈਂ ਥੁੱਕਣਾ ਤੇ ਪਰੇ ਜਾ ਕੇ ਸੁੱਟ ਕੇ ਆਣਾ। ਇਤਨਾ ਜਲੀਲ ਕੀਤਾ ਜਾਂਦਾ ਸੀ। ਰਵਿਦਾਸ ਮਹਾਰਾਜ ਨੇ ਫਿਰ ਉਹਨਾਂ ਦੇ ਉੱਪਰ ਚੋਟ ਕੀਤੀ ਕਿ ਤੁਸੀਂ ਬੰਦਗੀ ਤਾਂ ਕਰਦੇ ਨਹੀਂ, ਆਪਣੇ ਆਪ ਨੂੰ ਬੜਾ ਪਵਿੱਤਰ ਸਮਝਦੇ ਹੋ, ਆਪਣੇ ਆਪ ਨੂੰ ਬੜਾ ਸਰਵੋਤਮ ਸਮਝਦੇ ਹੋ, ਸ਼੍ਰੋਮਣੀ ਸਮਝਦੇ ਹੋ, ਬੰਦਗੀ ਤੁਹਾਡੇ ਪੱਲੇ ਨਹੀਂ, ਤੇ ਇਹ ਬੰਦਗੀ ਪੱਲੇ ਨਹੀਂ ਤੇ ਤੁਸੀਂ ਸ਼ੂਦਰਤਾ ਕੀ, ਤੁਸੀਂ ਤਾਂ ਬ੍ਰਾਹਮਣਤਾ ਕੀ, ਤੁਸੀਂ ਤਾਂ ਸ਼ੂਦਰਾਂ ਤੋਂ ਵੀ ਥੱਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਸਮਾਨ ਹੋ। ਉਹ ਕੌਣ ਹੁੰਦੇ ਹਨ? ਉਹ ਦੱਸਣਗੇ ਕਿ ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਖਟ ਕਰਮ ਕੁਲ ਸੰਯੁਗਤ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਟ ਕਰਮ 6 ਕਰਮ ਬ੍ਰਾਹਮਣ ਕਰਦਾ ਸੀ। ਕਿਹੜੇ ਕਰਮ ਕਰਨੇ? ਉਹਨੇ ਪੂਜਾ ਕਰਨੀ ਤੇ ਪੂਜਾ ਕਰਾਣੀ, ਫਿਰ ਵਿਦਿਆ ਪੜਾਉਣੀ ਤੇ ਵਿਦਿਆ ਆਪ ਪੜ੍ਹਨੀ, ਫਿਰ ਦਾਨ ਲੈਣਾ ਤੇ ਦਾਨ ਦੇਣਾ। ਇਹ ਸਿਰਫ ਤੇ ਸਿਰਫ ਬ੍ਰਾਹਮਣ ਕਰ ਸਕਦਾ ਸੀ, ਨਾ ਖੱਤਰੀ ਕਰ ਸਕਦਾ ਹੈ। ਖੱਤਰੀ ਪੂਜਾ ਨਹੀਂ ਕਰ ਸਕਦਾ, ਖੱਤਰੀ ਵਿਦਿਆ ਨਹੀਂ ਪੜ੍ਹਾ ਸਕਦਾ, ਤੇ ਖੱਤਰੀ ਦਾਨ ਨਹੀਂ ਲੈ ਸਕਦਾ। ਦਾਨ ਦੇ ਸਕਦਾ ਬਸ, ਉਹ ਵਿਦਿਆ ਪੜ੍ਹ ਸਕਦਾ ਹੈ, ਉਹ ਪੂਜਾ ਕਰਾ ਸਕਦਾ ਹੈ। ਵੈਸ਼ ਉਹ ਵੀ ਇਸ ਕੰਮ ਤੋਂ ਪਰੇ ਰੱਖਿਆ ਸੀ, ਤੇ ਸ਼ੂਦਰ ਨੂੰ ਤਾਂ ਇਹਦੇ ਕੰਮਾਂ ਦੇ ਨੇੜੇ ਵੀ ਨਹੀਂ ਆਣ ਦਿੱਤਾ ਜਾਂਦਾ ਸੀ। ਬ੍ਰਾਹਮਣ ਇਹ 6 ਕਰਮ ਕਰਦਾ ਸੀ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਪੂਜਾ ਕਰਨੀ, ਪੂਜਾ ਕਰਾਣੀ, ਦਾਨ ਲੈਣਾ, ਦਾਨ ਦੇਣਾ, ਇਹ ਕੰਮ ਕਰਦਾ ਸੀ। ਤੇ ਰਵਿਦਾਸ ਮਹਾਰਾਜ ਜੀ ਉਹਦੇ ਉੱਪਰ ਚੋਟ ਕਰਦੇ ਹਨ ਕਿ ਤੂੰ ਇਹ 6 ਕਰਮ ਤਾਂ ਕਰਦਾ ਹੈ, ਉੱਚੀ ਕੁਲ ਵੀ ਹੈ, ਕੁਲ ਸੰਯੁਕਤ ਹੈ, ਉੱਚੀ ਕੁਲ ਦੇ ਸਹਿਤ ਹੈ, ਉੱਚੀ ਕੁਲ ਦੇ ਵਿੱਚ ਤੂੰ ਪੈਦਾ ਹੋਇਆ ਹੈ, ਪਰ ਜੇ ਪੱਲੇ ਕੀ ਨਹੀਂ ਹੈ? ਹਰ ਭਗਤ ਹਿਰਦੈ ਨਾਹੇ, ਹਰੀ ਦੀ ਭਗਤੀ ਤੇਰੇ ਪੱਲੇ ਨਹੀਂ ਹੈ, ਪ੍ਰੇਮਾ ਭਗਤੀ ਤੇਰੇ ਪੱਲੇ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਬਚਨ ਹੈ ਕਿ ਅਤ ਸੁੰਦਰ, ਅਤ ਦਾ ਕੋਈ ਸੁੰਦਰ ਹੋਵੇ, ਸੋਹਣਾ ਸੁਨੱਖਾ ਹੋਵੇ, ਕੁਲੀਨ ਚਤੁਰ, ਕੁਲੀਨ ਦਾ ਅਰਥ ਹੁੰਦਾ ਉੱਚੀ ਕੁਲ ਦਾ ਮਾਲਕ, ਉੱਚੀ ਕੁਲ ਵਿੱਚ ਹੋਵੇ, ਉੱਚੀ ਕੁਲ ਵਿੱਚ ਪੈਦਾ ਹੋਇਆ ਹੋਵੇ। ਚਤੁਰ ਦਾ ਭਾਵ ਕਿ ਬਹੁਤ ਚਲਾਕ ਚਤੁਰ ਹੋਵੇ। ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ, ਮੁਖੋਂ ਬਹੁਤ ਗਿਆਨਵਾਨ ਦੀਆਂ ਗੱਲਾਂ ਕਰਦਾ ਹੋਵੇ, ਗਿਆਨ ਦੀਆਂ ਗੱਲਾਂ ਦਾ ਧਨਾਤਾ ਹੋਵੇ। ਗਿਆਨ ਮੁਖ ਗਿਆਨੀ ਧਨਵੰਤ, ਪੱਲੇ ਜੇਬਾਂ ਦੇ ਵਿੱਚ, ਬੈਂਕਾਂ ਦੇ ਵਿੱਚ ਖਜ਼ਾਨੇ ਭਰੇ ਹੋਣ ਪੈਸੇ ਦੇ ਨਾਲ, ਧਨਵੰਤ ਹੋਵੇ। ਤੇ ਮਹਾਰਾਜ ਕਹਿੰਦੇ ਇੱਕ ਚੀਜ਼ ਪੱਲੇ ਨਹੀਂ, ਹਿਰਦੇ ਵਿੱਚ ਇੱਕ ਚੀਜ਼ ਨਹੀਂ ਹੈ ਨਾ, ਤੇ ਉਸ ਤੋਂ ਬਿਨਾਂ ਕੀ ਹੈ? ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜੇ ਪ੍ਰਭੂ ਦੀ ਪ੍ਰੀਤੀ ਪੱਲੇ ਨਹੀਂ ਹੈ ਤਾਂ ਮਿਰਤਕ ਹੈ, ਇਹ ਮੁਰਦਾ ਤੁਰਿਆ ਫਿਰਦਾ ਹੈ, ਇਹ ਕੋਈ ਬੰਦਾ ਨਹੀਂ ਹੈ। ਬਾਬਾ ਫਰੀਦ ਜੀ ਕਹਿੰਦੇ ਹਨ ਕਿ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਬਿਰਹਾ ਉਹ ਬੜਮੁੱਲੀ ਦਾਤ ਹੈ ਜਿਹੜੀ ਵੈਰਾਗ, ਪ੍ਰਭੂ ਦੇ ਵਿਰਾਗ ਦੀ ਦਾਤ, ਪ੍ਰਭੂ ਦੇ ਪ੍ਰੇਮ ਦੀ ਦਾਤ, ਜਿਨ੍ਹਾਂ ਨੂੰ ਲੱਗ ਜਾਂਦਾ ਨਾ ਵੈਰਾਗ, ਮਹਾਰਾਜ ਕਹਿੰਦੇ ਉਹ ਸੁਲਤਾਨ ਹਨ। ਬਿਰਹਾ ਤੂੰ ਸੁਲਤਾਨ, ਜਿਨ੍ਹਾਂ ਦੇ ਅੰਦਰ ਤੂੰ ਬਸ ਜਾਂਦਾ ਨਾ ਇਹ ਵੈਰਾਗ, ਉਹਨਾਂ ਨੂੰ ਤੂੰ ਸੁਲਤਾਨ ਬਣਾ ਦੇਣਾ, ਦੁਨੀਆ ਦੀ ਮਾਲਕ ਬਣਾ ਦੇਣਾ। ਫਰੀਦਾ ਜਿਤ ਤਨ ਬਿਰਹੁ ਨਾ ਉਪਜੈ। ਫਰੀਦ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਬਿਰਹੁ ਨ ਪੈਦਾ ਹੁੰਦਾ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਵੈਰਾਗ ਪੈਦਾ ਨਹੀਂ ਹੁੰਦਾ, ਸੋ ਤਨ ਜਾਣ ਮਸਾਨ, ਉਹਨਾਂ ਨੂੰ ਮਸਾਨ ਦੀ ਮਿੱਟੀ ਸਮਝਣਾ ਚਾਹੀਦਾ, ਸ਼ਮਸ਼ਾਨ ਘਾਟ ਦੀ ਮਿੱਟੀ ਸਮਝਣਾ ਚਾਹੀਦਾ, ਹੋਰ ਉਹਨਾਂ ਦੇ ਪੱਲੇ ਕੱਖ ਨਹੀਂ ਹੈ। ਇੱਥੇ ਰਵਿਦਾਸ ਮਹਾਰਾਜ ਉਸ ਬ੍ਰਾਹਮਣ ਨੂੰ ਗੱਲ ਕਹਿੰਦੇ ਹਨ ਕਿ ਖਟ ਕਰਮ ਕੁਲ ਸੰਯੁਕਤ ਹੈ। ਖਟ ਕਰਮ ਕਰਦਾ, 6 ਕਰਮ ਕਰਦਾ, ਸ਼ੁਭ ਕਰਮ ਕਰਦਾ, ਉੱਚੀ ਕੁਲ ਦੇ ਵਿੱਚ ਪੈਦਾ ਹੋਇਆ, ਪਰ ਹਿਰਦੇ ਵਿੱਚ ਭਗਤੀ ਨਹੀਂ। ਚਰਨਾਰ ਬਿੰਦ ਨਾ ਕਥਾ ਭਾਵੈ, ਉਸ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਦੀ ਪ੍ਰੇਮਾ ਭਗਤੀ ਦੀ ਕਥਾ ਤੈਨੂੰ ਚੰਗੀ ਨਹੀਂ ਲੱਗਦੀ। ਦੂਜਿਆਂ ਨੂੰ ਕਥਾ ਸੁਣਾਉਂਦਾ, ਆਪ ਤੈਨੂੰ ਕਥਾ ਚੰਗੀ ਨਹੀਂ ਲੱਗਦੀ, ਆਪ ਤੂੰ ਭਗਤੀ ਨਹੀਂ ਕਰਦਾ। ਜੇ ਕਿਸੇ ਨੂੰ ਪਰਮਾਤਮਾ ਦੀ ਗੱਲ ਚੰਗੀ ਨਹੀਂ ਲੱਗਦੀ ਨਾ, ਜੇ ਕੋਈ ਕਹਿੰਦਾ ਨਾ ਪਰਮਾਤਮਾ ਦੇ ਜਿਤਨੇ ਵੀ ਜੀਵ ਪੈਦਾ ਕੀਤੇ ਨੇ ਸਾਰਿਆਂ ਨੂੰ ਇੱਕ ਸਮਾਨ ਆਦਰ ਦੇਣਾ ਚਾਹੀਦਾ ਹੈ, ਤੇ ਉਹ ਗੱਲ ਕਿਸੇ ਨੂੰ ਚੰਗੀ ਨਹੀਂ ਲੱਗਦੀ। ਜੇ ਬ੍ਰਾਹਮਣ ਨੂੰ ਇਹ ਬੰਦਗੀ ਨਹੀਂ ਕਰਦਾ, ਦਾਨ ਲੈਂਦਾ, ਦਾਨ ਦਿੰਦਾ, ਵਿਦਿਆ ਪੜ੍ਹਾਉਂਦਾ, ਵਿਦਿਆ ਪੜ੍ਹਦਾ, ਪੂਜਾ ਕਰਦਾ, ਪੂਜਾ ਕਰਾਂਦਾ, ਪਰ ਹਿਰਦੇ ਵਿੱਚ ਭਗਤੀ ਨਹੀਂ, ਮਨੁੱਖਤਾ ਦੇ ਨਾਲ ਪਿਆਰ ਨਹੀਂ, ਪਰਮਾਤਮਾ ਦੇ ਚਰਨ ਕਮਲਾਂ ਦੀ ਪ੍ਰੇਮਾ ਭਗਤੀ ਨਹੀਂ ਤੇਰੇ ਹਿਰਦੇ ਵਿੱਚ, ਕਥਾ ਤੈਨੂੰ ਚੰਗੀ ਨਹੀਂ ਲੱਗਦੀ, ਉਹ ਗੱਲ ਤੈਨੂੰ ਚੰਗੀ ਨਹੀਂ ਲੱਗਦੀ ਕਿ ਸਾਰਿਆਂ ਦਾ ਸਤਿਕਾਰ ਕਰੀਏ, ਸਾਰੀ ਮਨੁੱਖਤਾ ਨੂੰ ਇੱਕ ਸਮਾਨ ਆਦਰ ਦਈਏ। ਜੇ ਤੈਨੂੰ ਗੱਲ ਚੰਗੀ ਨਹੀਂ ਲੱਗਦੀ, ਫਿਰ ਤੈਨੂੰ
ਪਤਾਕਾ ਦੀ ਤਸ਼ਬੀਹ ਕੀਤੀ ਜਾਂਦੀ ਹੈ। ਰਵਿਦਾਸ ਮਹਾਰਾਜ ਜੀ ਕਹਿੰਦੇ ਸੁਪਚ ਤੁਲ ਸਮਾਨ। ਸੁਪਚ ਦਾ ਅਰਥ ਹੁੰਦਾ ਹੈ ਚੰਡਾਲ ਲੋਕ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੇ ਪਤਾ ਕੀ ਖਾਣਾ ਹੈ? ਕੁੱਤਿਆਂ ਦਾ ਸ਼ਿਕਾਰ ਕਰਕੇ ਖਾਂਦੇ ਹਨ, ਉਹ ਬਿੱਲਿਆਂ ਦਾ ਸ਼ਿਕਾਰ ਕਰਕੇ ਖਾਂਦੇ ਹਨ, ਛੋਟੇ ਮੋਟੇ ਚੂਹਿਆਂ ਦਾ ਸ਼ਿਕਾਰ ਕਰਕੇ ਖਾਂਦੇ ਹਨ। ਇਤਨੇ ਨੀਚ ਲੋਕ। ਉਹਨਾਂ ਨੂੰ ਘਰਾਂ ਵਿੱਚ ਰਹਿਣ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ। ਚੰਡਾਲ ਲੋਕ, ਅੱਤ ਦਾ ਉਹਨਾਂ ਦਾ ਗੰਦਾ ਖਾਣਾ, ਉਹਨਾਂ ਦਾ ਨੀਚ ਕੁਲਾਂ ਵਿੱਚ ਰਹਿ ਕੇ ਉਹਨਾਂ ਦਾ ਜਿਉਣਾ ਵੀ ਨੀਚ ਰਹਿੰਦਾ ਸੀ। ਬਹੁਤ ਗੰਦਗੀ ਵਿੱਚ ਰਹਿੰਦੇ, ਗੰਦਾ ਖਾਣਾ, ਗੰਦਾ ਜਿਉਣਾ ਉਹਨਾਂ ਦਾ, ਉਹਨਾਂ ਨੂੰ ਚੰਡਾਲ ਕਿਹਾ ਜਾਂਦਾ। ਹੁਣ ਵੀ ਕਿਤੇ ਰਹਿੰਦੇ ਹੋਣਗੇ, ਇਹਦੇ ਬਾਰੇ ਮੈਨੂੰ ਪਤਾ ਨਹੀਂ। ਚੰਡਾਲ ਲੋਕ, ਉਹਨਾਂ ਦੇ ਸਮਾਨ ਕਹਿੰਦੇ ਤੇਰੀ ਤਸ਼ਬੀਹ ਦਿੱਤੀ ਜਾਂਦੀ ਹੈ। ਤੂੰ ਤਾਂ ਸ਼ੂਦਰਾਂ ਤੋਂ ਵੀ ਥੱਲੇ ਹੈ, ਤੂੰ ਤਾਂ ਖੱਤਰੀ ਬ੍ਰਾਹਮਣ ਵੈਸ ਉਹਨਾਂ ਤੋਂ ਵੀ ਪਰੇ ਹੈ। ਤੈਨੂੰ ਤਾਂ ਬ੍ਰਾਹਮਣ ਨਹੀਂ ਕਹਿਣਾ ਚਾਹੀਦਾ, ਤੂੰ ਤਾਂ ਸ਼ੂਦਰਾਂ ਤੋਂ ਥੱਲੇ ਚੰਡਾਲ ਦੇ ਬਰਾਬਰ ਹੈ। ਜੇ ਤੈਨੂੰ ਪਰਮਾਤਮਾ ਦੀ ਪ੍ਰੇਮਾ ਭਗਤੀ ਦੀ ਚੇਟਕ ਨਹੀਂ ਲੱਗੀ, ਤੈਨੂੰ ਮਨੁੱਖਤਾ ਦੇ ਨਾਲ ਪਿਆਰ ਨਹੀਂ ਕਰਨਾ ਹੁੰਦਾ। ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹਿ। ਚਰਨਾਰ ਬਿੰਦ ਨਾ ਕਥਾ ਭਾਵੈ, ਸੁਪਚ ਤੁਲ ਸਮਾਨ। ਅੱਗੇ ਰਵਿਦਾਸ ਮਹਾਰਾਜ ਜੀ ਫਿਰ ਰਹਾਉ ਦੀ ਪੰਕਤੀ ਵਿੱਚ ਉਦਾਹਰਨ ਦਿੰਦੇ ਕਿਹਦੀ? ਰੇ ਚਿਤ ਚੇਤ ਚੇਤ ਅਚੇਤ, ਐ ਗਾਫਲ ਬੰਦੇ, ਐ ਗਾਫਲ ਮਨ, ਬੇਸਮਝ ਇਨਸਾਨ, ਤੂੰ ਕਿਉਂ ਨਹੀਂ ਉਸ ਪਰਮਾਤਮਾ ਨੂੰ ਚੇਤੇ ਕਰਦਾ? ਉਸ ਵਾਹਿਗੁਰੂ ਜੀ ਨੇ ਕਿਉਂ ਨਹੀਂ ਚੇਤੇ ਵਿੱਚ ਰੱਖਦਾ? ਕਾਹੇ ਨਾ ਬਾਲਮੀਕ ਕਹਿ ਦੇਖ, ਕਿਉਂ ਨਹੀਂ ਉਸ ਬਾਲਮੀਕ ਵੱਲ ਦੇਖਦਾ? ਰਿਸ਼ੀ ਬਾਲਮੀਕ ਜਿਸ ਨੇ ਬੰਦਗੀ ਕਰਕੇ ਇੱਕ ਨੀਵੀਂ ਕੁਲ ਤੋਂ ਆਪਣੇ ਆਪ ਨੂੰ ਇਤਨਾ ਉੱਚਾ ਚੁੱਕਿਆ ਤੇ ਬੜੀ ਉੱਚੀ ਪਦਵੀ ਪਾ ਲਈ। ਰਿਸ਼ੀ ਬਾਲਮੀਕ ਜੀ ਜਦੋਂ ਬੰਦਗੀ ਕਰਕੇ ਉੱਚੀ ਕੁਲ ਤੋਂ, ਮਾਫ ਕਰਨਾ, ਨੀਵੀਂ ਕੁਲ ਤੋਂ ਉੱਚੀ ਪਦਵੀ ਤੇ ਪਹੁੰਚੇ ਹੈ ਨਾ, ਉਹਨਾਂ ਦਾ ਸਤਿਕਾਰ ਕਿੰਨਾ ਹੋ ਗਿਆ। ਪਾਂਡਵਾਂ ਨੇ ਇੱਕ ਵਾਰੀ ਜੱਗ ਕੀਤਾ, ਜੱਗ ਕੀਤੇ ਜਾਂਦੇ ਸਨ, ਬਹੁਤ ਮਹਿੰਗੇ ਮਹਿੰਗੇ ਸੋਨੇ ਦੇ ਥਾਲਾਂ ਵਿੱਚ ਭੋਜਨ ਛਕਾਇਆ ਜਾਂਦਾ ਸੀ। ਬੜੇ ਦੂਰੋਂ ਦੂਰੋਂ ਬ੍ਰਾਹਮਣਾਂ ਨੂੰ ਸੱਦਿਆ ਜਾਂਦਾ ਸੀ, ਰਿਸ਼ੀਆਂ ਨੂੰ ਸੱਦਿਆ ਜਾਂਦਾ ਸੀ। ਤੇ ਜਦੋਂ ਕ੍ਰਿਸ਼ਨ ਜੀ ਕਹਿਣ ਲੱਗੇ ਤੁਸੀਂ ਇੱਕ ਜੱਗ ਕਰੋ, ਸਾਰਿਆਂ ਨੂੰ ਭੋਜਨ ਛਕਾਓ, ਭੋਜਨ ਛਕਾਇਆ ਤਾਂ ਇੱਕ ਸੰਖ ਰੱਖਿਆ ਹੁੰਦਾ ਸੀ, ਸੰਖ ਆਪਣੇ ਆਪ ਵੱਜ ਜਾਂਦਾ ਸੀ। ਜੇ ਜੱਗ ਪੂਰਾ ਹੋ ਜਾਵੇ ਨਾ, ਜੱਗ ਸਫਲਾ ਹੋ ਜਾਵੇ ਤੇ ਸੰਖ ਵੱਜ ਜਾਂਦਾ ਸੀ ਆਪਣੇ ਆਪ, ਤੇ ਸਮਝ ਲਿਆ ਜਾਂਦਾ ਸੀ ਜੱਗ ਸਫਲ ਹੋ ਗਿਆ, ਜੱਗ ਸੰਪੂਰਨ ਹੋ ਗਿਆ। ਉਹ ਸੰਖ ਵੱਜਾ ਨਹੀਂ। ਕ੍ਰਿਸ਼ਨ ਜੀ ਕਹਿਣ ਲੱਗੇ ਭਾਈ ਤੁਸੀਂ ਸਾਰੇ ਰਿਸ਼ੀਆਂ ਨੂੰ, ਸਾਰੇ ਮਹਾਤਮਾ ਨੂੰ, ਸਾਰੇ ਮਹਾਂਪੁਰਸ਼ਾਂ ਨੂੰ ਸੱਦਿਆ? ਕਹਿੰਦੇ ਜੀ ਸਾਰਿਆਂ ਨੂੰ ਸੱਦਿਆ ਜੀ। ਕ੍ਰਿਸ਼ਨ ਜੀ ਕਹਿਣ ਲੱਗੇ ਇੱਕ ਰਿਸ਼ੀ ਨਹੀਂ ਆਇਆ, ਇੱਕ ਮਹਾਤਮਾ ਨਹੀਂ ਆਇਆ। ਕਹਿੰਦੇ ਕੌਣ? ਕਹਿੰਦੇ ਬਾਲਮੀਕ। ਉਹ ਨਹੀਂ ਹੈ। ਕਹਿੰਦੇ ਜੀ ਛੱਡੋ ਪਰੇ, ਉਹ ਤਾਂ ਨੀਵੀਂ ਜਾਤ ਦਾ, ਉਹਨੂੰ ਕਿਉਂ ਸੱਦਣਾ? ਕਹਿੰਦੇ ਬਸ ਇਹੀ ਜਿਹੜੀ ਤੁਹਾਡੇ ਅੰਦਰ ਘਿਰਨਾ ਹੈ ਨਾ, ਇਸੇ ਕਰਕੇ ਤੁਹਾਡਾ ਜੱਗ ਸਫਲਾ ਨਹੀਂ ਹੋਇਆ, ਇਸੇ ਕਰਕੇ ਤੁਹਾਡਾ ਜੱਗ ਸੰਪੂਰਨ ਨਹੀਂ ਹੋਇਆ। ਉਸ ਨੂੰ ਸੱਦੋ ਪਹਿਲਾਂ। ਕਹਿੰਦੇ ਜੀ ਠੀਕ ਹੈ। ਉਸ ਨੂੰ ਸੱਦਿਆ ਗਿਆ, ਸਾਰਿਆਂ ਨੇ ਘਿਰਣਾ ਕੀਤੀ ਤੇ ਕ੍ਰਿਸ਼ਨ ਜੀ ਨੇ ਆਪ ਉੱਠ ਕਰਕੇ ਉਸ ਰਿਸ਼ੀ ਬਾਲਮੀਕ ਜੀ ਦੇ ਚਰਨ ਧੋਤੇ ਤੇ ਉਸ ਨੂੰ ਆਪ ਭੋਜਨ ਛਕਾਇਆ। ਤੇ ਜਦੋਂ ਭੋਜਨ ਪਰੋਸਿਆ ਗਿਆ, ਅੱਗੇ ਚੌਲ ਪਾਏ ਗਏ, ਸਬਜ਼ੀ ਪਾਈ ਗਈ, ਦਾਲ ਪਾਈ ਗਈ, ਹੋਰ ਸਮਾਨ ਪਾਇਆ ਗਿਆ। ਰਿਸ਼ੀ ਜੀ ਨੇ ਕੀ ਕੀਤਾ? ਸਾਰੇ ਭੋਜਨ ਨੂੰ ਇਕੱਠਾ ਕਰਕੇ ਉਹਦੀ ਖਿਚੜੀ ਜੀ ਬਣਾ ਕਰਕੇ ਉਸ ਨੂੰ ਛਕਣਾ ਕੀਤਾ। ਇਹਨਾਂ ਨੇ ਫੇਰ ਘਿਰਣਾ ਕੀਤੀ ਪਾਂਡਵਾਂ ਨੇ। ਕਹਿੰਦੇ ਵੇਖਿਆ ਨੀਚ ਦਾ ਨੀਚ, ਇਹਨੂੰ ਖਾਣਾ ਵੀ ਨਹੀਂ ਆਉਂਦਾ, ਨੀਚ ਦਾ ਨੀਚ ਰਿਹਾ। ਸਾਰਿਆਂ ਨੇ ਕਿਹਾ ਇਹ ਤਾਂ ਬੜਾ ਨੀਵਾਂ ਬੰਦਾ, ਇਹਨੂੰ ਖਾਣਾ ਨਹੀਂ ਆਉਂਦਾ, ਕਿਵੇਂ ਖਾਈਦਾ ਹੈ? ਸਾਰੇ ਭੋਜਨ ਦਾ ਇਸ ਨੇ ਖਿਚੜੀ ਬਣਾ ਕਰਕੇ ਭੋਜਨ ਦਾ ਨਿਰਾਦਰ ਕੀਤਾ, ਭੋਜਨ ਦੀ ਬੇਅਦਬੀ ਕੀਤੀ ਹੈ। ਜੱਗ ਫਿਰ ਵੀ ਨਹੀਂ ਸਫਲਾ ਹੋਇਆ, ਸੰਖ ਫਿਰ ਵੀ ਨਹੀਂ ਵੱਜਿਆ। ਤੇ ਉਹ ਪਾਂਡਵ ਕਹਿਣ ਲੱਗੇ ਕ੍ਰਿਸ਼ਨ ਜੀ ਇਹ ਕੀ ਹੋ ਗਿਆ? ਹੁਣ ਅਜੇ ਤੱਕ ਫੇਰ ਵੀ ਨਹੀਂ ਜੱਗ ਸਾਡਾ ਸਫਲ ਹੋਇਆ। ਕ੍ਰਿਸ਼ਨ ਜੀ ਕਹਿਣ ਲੱਗੇ ਫੇਰ ਵੀ ਤੁਹਾਡੇ ਅੰਦਰ ਕੋਈ ਨਾ ਕੋਈ ਘਿਰਣਾ ਹੋਵੇਗੀ, ਦੱਸੋ ਕੀ ਤੁਹਾਡੇ ਮਨ ਵਿੱਚ ਫੁਰਨ ਆਇਆ? ਕਹਿੰਦੇ ਜੀ ਇਸ ਨੇ ਸਾਰੇ ਭੋਜਨ ਦੀ ਖਿਚੜੀ ਬਣਾ ਦਿੱਤੀ, ਇਕੱਤਰ ਕਰਕੇ ਭੋਜਨ ਇਕੱਠਾ ਕਰਕੇ ਖਾਧਾ, ਪਰ ਸਾਡੇ ਮਨ ਵਿੱਚ ਘਿਰਣਾ ਆ ਗਈ, ਇਹ ਨੀਚ ਦਾ ਨੀਚ ਰਿਹਾ, ਇਹਨੂੰ ਖਾਣਾ ਨਹੀਂ ਆਉਂਦਾ। ਕਹਿੰਦੇ ਹੁਣ ਇੱਦਾਂ ਕਰੋ, ਇਹਨੂੰ ਦੁਬਾਰਾ ਭੋਜਨ ਛਕਾਓ ਸਤਿਕਾਰ ਦੇ ਨਾਲ, ਤੁਸੀਂ ਸਾਰੇ ਇਹਨਾਂ ਦੇ ਚਰਨ ਧੋਵੋ, ਇਹਨਾਂ ਨੂੰ ਪਿਆਰ ਦੇ ਨਾਲ, ਭਾਵਨਾ ਦੇ ਨਾਲ ਭੋਜਨ ਛਕਾਓ, ਫਿਰ ਜੱਗ ਸਫਲ ਹੋਵੇਗਾ। ਦੇਖੋ ਇਤਨੇ ਹਜ਼ਾਰਾਂ ਰਿਸ਼ੀਆਂ ਮੁਨੀਆਂ ਨੂੰ, ਮਹਾਤਮਾ ਨੂੰ ਭੋਜਨ ਛਕਾਇਆ
ਪਰ ਇੱਕ ਰਿਸ਼ੀ ਨੂੰ, ਇੱਕ ਭਗਤ ਨੂੰ ਉਹਨਾਂ ਨੇ ਘਿਰਣਾ ਕੀਤੀ, ਪਰ ਉਹ ਜਗ ਸਫਲਾ ਨਹੀਂ ਹੋਇਆ। ਬਾਅਦ ਵਿੱਚ ਉਹਨਾਂ ਨੇ ਪਿਆਰ ਦੇ ਨਾਲ, ਭਾਵਨਾ ਦੇ ਨਾਲ ਭੋਜਨ ਛਕਾਇਆ, ਉਹਨਾਂ ਦੇ ਚਰਨ ਧੋਤੇ, ਭੋਜਨ ਛਕਾਇਆ ਪ੍ਰੇਮ ਦੇ ਨਾਲ, ਫਿਰ ਕਿਤੇ ਜਾ ਕੇ ਜਗ ਸਫਲਾ ਹੋਇਆ। ਐਸੀ ਉੱਚੀ ਪਦਵੀ ਉਹਨਾਂ ਨੇ ਪ੍ਰਾਪਤ ਕੀਤੀ। ਕਿਸ ਜਾਤ ਤੇ ਕਿਹ ਪਦਹਿ ਅਮਰਿਓ, ਕਿਹੜੀ ਨੀਵੀਂ ਜਾਤ ਤੋਂ ਉਹਨਾਂ ਨੇ ਉੱਚੀ ਪਦਵੀ ਪ੍ਰਾਪਤ ਕੀਤੀ। ਬੜੀ ਨੀਵੀਂ ਜਾਤ ਸੀ, ਉਹ ਵੀ ਜੰਗਲਾਂ ਵਿੱਚ ਰਿਹਾ ਕਰਦੇ ਸਨ ਤੇ ਕੁੱਤਿਆਂ ਦਾ ਸ਼ਿਕਾਰ ਕਰਿਆ ਕਰਦੇ। ਤੇ ਫਿਰ ਉਦੋਂ ਕਿਹਾ ਜਾਂਦਾ ਸੀ ਜਿਹੜੇ ਨਾ ਭਾਂਡੇ ਹੁੰਦੇ ਸਨ, ਪੱਤਲ ਹੁੰਦੇ ਸਨ, ਲੰਗਰ ਛਕਾ ਕੇ ਸੁੱਟ ਦਿੱਤੇ ਜਾਂਦੇ ਪੱਤਲ, ਉਹਨਾਂ ਨੂੰ ਉਹ ਜਿਹੜੀ ਜੂਠ ਸੀ ਕੁੱਤਿਆਂ ਨੂੰ ਖਵਾਈ ਜਾਂਦੀ ਸੀ। ਪਰ ਜਿਹੜੇ ਭੰਗੀ ਲੋਕ ਸਨ, ਭੰਗੀ ਲੋਕ ਉਦੋਂ ਉਹ ਜੂਠ ਚੁੱਕ ਕੇ ਲੈ ਜਾਂਦੇ, ਜੂਠ ਚੁੱਕ ਕੇ ਲੈ ਜਾਂਦੇ ਤੇ ਕੁੱਤੇ ਵਿਚਾਰੇ ਭੁੱਖੇ ਮਰਦੇ। ਭੁੱਖੇ ਉਹਨਾਂ ਦੇ ਘਰ ਜਾ ਕੇ ਫਿਰ ਉਹ ਜੂਠ ਮੰਗਦੇ, ਸਾਨੂੰ ਉਹ ਜੂਠ ਦਿਓ, ਪਾਓ। ਇਸ ਕਰਕੇ ਭੰਗੀਆਂ ਨੂੰ ਉਦੋਂ ਕੁੱਤਿਆਂ ਦਾ ਵੈਰੀ ਕਿਹਾ ਜਾਂਦਾ ਸੀ, ਕੁੱਤਿਆਂ ਦੇ ਦੁਸ਼ਮਣ ਕਿਹਾ ਜਾਂਦਾ ਸੀ। ਕੁੱਤੇ ਭੁੱਖੇ ਮਰਦੇ ਸਨ ਉਹਨਾਂ ਦੇ ਕਰਕੇ। ਪਰ ਇੱਥੇ ਰਵਿਦਾਸ ਮਹਾਰਾਜ ਜੀ ਉਦਾਹਰਨ ਦਿੰਦੇ ਹਨ, ਕਿਸ ਜਾਤ ਤੇ ਕਿਹ ਪਦਹਿ ਅਮਰਿਓ, ਰਾਮ ਭਗਤ ਵਿਸੇਖ। ਉਹਨਾਂ ਨੇ ਰਾਮ ਦੀ ਭਗਤੀ ਕੀਤੀ, ਕ੍ਰਿਸ਼ਨ ਜੀ ਦੀ ਭਗਤੀ ਕੀਤੀ, ਪਰਮੇਸ਼ਰ ਦੀ ਭਗਤੀ ਕੀਤੀ। ਨੀਵੀਂ ਜਾਤ ਤੋਂ ਬੜੀ ਉੱਚੀ ਪਦਵੀ ਪ੍ਰਾਪਤ ਕਰਕੇ ਕ੍ਰਿਸ਼ਨ ਜੀ ਵੀ ਉਹਨਾਂ ਦੇ ਚਰਨ ਧੋਣ ਵਾਸਤੇ ਤਿਆਰ ਹੋ ਗਏ। ਬੜੀਆਂ ਉਦਾਹਰਨਾਂ ਹਨ, ਬੜੀਆਂ ਸਾਖੀਆਂ ਹਨ, ਸਮਾਂ ਨਹੀਂ। ਅੱਗੇ ਰਹਾਉ ਦੀ ਪੰਕਤੀ ਤੋਂ ਬਾਅਦ ਵਿਸ਼ਰਾਮ ਦੇ ਕਰਕੇ ਕਹਿੰਦੇ ਹਨ, ਸਵਾਨ 70 ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ। ਉਸ ਦੇ ਵਾਸਤੇ ਕ੍ਰਿਸ਼ਨ ਜੀ ਨੇ ਵੀ ਚਰਨ ਧੋਤੇ ਉਹਦੇ, ਜਿਹੜਾ ਜੰਗਲਾਂ ਵਿੱਚ ਰਹਿ ਕੇ ਕੁੱਤਿਆਂ ਦਾ ਵੀ ਸ਼ਿਕਾਰ ਕਰਦਾ ਸੀ, ਬਿੱਲਿਆਂ ਦਾ ਸ਼ਿਕਾਰ ਕਰਦਾ ਸੀ, ਉਹਦਾ ਸਤਿਕਾਰ ਕਰਨ ਵਾਸਤੇ ਕ੍ਰਿਸ਼ਨ ਜੀ ਨੇ ਵੀ ਉਹਦੇ ਚਰਨ ਧੋ ਕੇ ਪੀਤੇ। ਲੋਕ ਬਪਰਾ ਕਿਆ ਸਰਾਹੈ, ਤੀਨ ਲੋਕ ਪਰਵੇਸ਼। ਦੁਨੀਆ ਉਹਨਾਂ ਦੀ ਕੀ ਸਿਫਤ ਕਰ ਸਕਦੀ ਹੈ? ਭਗਤ ਬਾਲਮੀਕ ਜੀ ਦੀ, ਰਿਸ਼ੀ ਬਾਲਮੀਕ ਜੀ ਦੀ ਕੀ ਸਿਫਤ ਕਰ ਸਕਦੀ ਹੈ? ਦੁਨੀਆ ਤਾਂ ਇਹ ਕਹਿੰਦੇ ਨੀਵੀਂ ਜਾਤ ਦਾ ਸੀ, ਪਰ ਉਹਨਾਂ ਦੀ ਮਹਿਮਾ, ਉਹਨਾਂ ਦੀ ਜਿਹੜੀ ਵਡਿਆਈ ਹੈ ਨਾ, ਤਿੰਨਾਂ ਲੋਕਾਂ ਵਿੱਚ ਫੈਲੀ ਹੋਈ ਹੈ। ਉਹਨਾਂ ਦੀ ਜੈ ਜੈਕਾਰ ਤਿੰਨਾਂ ਲੋਕਾਂ ਵਿੱਚ, ਮਾਤ ਲੋਕ, ਪਾਤਾਲ ਲੋਕ ਤੇ ਦੇਵ ਲੋਕ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਦੁਨੀਆ ਉਹਨਾਂ ਦੀ ਵਡਿਆਈ ਕੀ ਕਰ ਸਕਦੀ ਹੈ? ਦੁਨੀਆ ਤਾਂ ਇਹੀ ਕਹਿੰਦੀ ਨੀਵੀਂ ਜਾਤ ਹੈ। ਅੱਗੇ ਕਹਿੰਦੇ ਹਨ, ਅਜਾਮਲ ਪਿੰਗਲਾ ਲੁਪਤ ਕੁੰਚਰ, ਗਏ ਹਰ ਕੈ ਪਾਸ। ਅਜਾਮਲ ਇੱਕ ਹੋਇਆ ਹੈ, ਕਨੌਜ ਦਾ ਬ੍ਰਾਹਮਣ ਰਾਜਾ ਹੋਇਆ। ਉਸ ਨੇ ਵੱਡੀ ਉਮਰ ਵਿੱਚ ਜਾ ਕਰਕੇ ਇੱਕ ਵੇਸਵਾ ਦੇ ਨਾਲ ਵਿਆਹ ਕਰਾ ਲਿਆ। ਵੇਸਵਾ ਗਮਨੀ ਹੋ ਗਿਆ, ਉਹਦੇ 10 ਪੁੱਤਰ ਪੈਦਾ ਹੋਏ। ਸਾਧੂਆਂ ਨੇ ਕਿਹਾ, ਰਿਸ਼ੀਆਂ ਮੁਨੀਆਂ ਨੇ ਕਿ ਇਹ ਤਾਂ ਬੜਾ ਵਿਭਚਾਰੀ ਹੋ ਗਿਆ, ਬੁੱਢੀ ਉਮਰ ਦੇ ਵਿੱਚ ਜਾ ਕਰਕੇ ਇਸ ਨੇ ਵੇਸਵਾ ਦੇ ਨਾਲ ਵਿਆਹ ਕਰਾਇਆ, ਇਹ ਤਾਂ ਬਹੁਤ ਮਾੜੀ ਗੱਲ ਹੈ। ਬ੍ਰਾਹਮਣ ਰਾਜਾ ਵੀ ਹੈ, ਪਰ ਇਹਦੇ ਕਰਮ ਮਾੜੇ ਹੋ ਗਏ ਹਨ। ਤੇ ਇੱਕ ਮਹਾਤਮਾ ਆਏ, ਕਹਿੰਦੇ ਇਹਦਾ ਭਲਾ ਕਿਵੇਂ ਕੀਤਾ ਜਾਵੇ? ਕਹਿਣ ਲੱਗੇ, ਤੂੰ ਇੰਜ ਕਰ, ਤੇਰਾ ਭਲਾ ਤਾਂ ਹੋਵੇਗਾ ਜੇ ਤੇਰਾ ਸਭ ਤੋਂ ਛੋਟਾ ਬੱਚਾ, ਉਹਦਾ ਨਾਮ ਨਾਰਾਇਣ ਰੱਖ ਦੀ। ਜਿਹੜਾ ਬੱਚਾ ਪੈਦਾ ਹੋਵੇਗਾ ਉਹਦਾ ਨਾਮ ਨਾਰਾਇਣ ਰੱਖਿਆ ਗਿਆ। ਉਮਰ ਵੱਡੀ ਸੀ, ਵੱਡੀ ਉਮਰ ਵਿੱਚ ਬੱਚਾ ਪੈਦਾ ਹੋਇਆ ਤੇ ਬੱਚੇ ਦਾ ਨਾਮ ਨਾਰਾਇਣ ਰੱਖਿਆ ਗਿਆ। ਹਰ ਵੇਲੇ ਨਾਰਾਇਣ 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 ਉਹਦਾ ਹੀ ਨਾਮ ਲੈਂਦਾ ਰਹਿੰਦਾ, ਲਾੜ ਪਿਆਰ ਦੇ ਨਾਲ। ਜਦੋਂ ਜਮਦੂਤ ਆ ਕੇ ਕੋਲ ਖੜੇ ਹੋਏ ਤੇ ਉਹ ਜਮਦੂਤਾਂ ਨੂੰ ਦੇਖ ਕੇ ਡਰ ਗਿਆ, ਕਹਿਣ ਲੱਗਾ, ਆਓ ਨਾਰਾਇਣ ਮੇਰੇ ਕੋਲ ਆ, ਛੇਤੀ ਛੇਤੀ ਨਾਰਾਇਣ ਮੇਰੇ ਕੋਲ ਛੇਤੀ ਛੇਤੀ ਆ ਜਮਦੂਤ ਮੈਨੂੰ ਲੈਣ ਵਾਸਤੇ ਆਏ। ਜਮਦੂਤ ਕਹਿਣ ਲੱਗੇ, ਇਹ ਨਾਰਾਇਣ ਦੇ ਨਾਲ ਗੱਲਾਂ ਤਾਂ ਇਦਾਂ ਕਰਦਾ ਜੇ ਇਹਦਾ ਸਕਾ ਇਹਦਾ ਕੋਈ ਹੋਵੇ। ਨਾਰਾਇਣ ਜੀ ਪਰਮਾਤਮਾ ਦਾ ਨਾਮ ਹੈ, ਇਹ ਇਦਾਂ ਨਾਮ ਲੈਂਦਾ ਜਿਵੇਂ ਕੋਈ ਸਕਾ ਇਹਦਾ ਹੋਵੇ। ਇਹਦੀ ਜ਼ਿਆਦਾ ਮਿੱਤਰਤਾ ਉਹਦੇ ਪਰਮਾਤਮਾ ਦੇ ਨਾਲ, ਨਾਰਾਇਣ ਦੇ ਨਾਲ। ਜਮਦੂਤ ਛੱਡ ਕੇ ਭੱਜ ਗਏ ਨਾਰਾਇਣ ਦਾ ਨਾਮ ਸੁਣ ਕਰਕੇ। ਬਾਣੀ ਵਿੱਚ ਬੜੀ ਵਾਰੀ ਆਇਆ, ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਅਜਾਮਲ ਦੇ ਪ੍ਰਥਾਏ। ਅੱਗੇ ਕਹਿੰਦੇ ਪਿੰਗਲਾ, ਅਜਾਮਲ ਪਿੰਗਲਾ। ਪਿੰਗਲਾ ਇੱਕ ਵੇਸਵਾ ਸੀ ਰਾਜਾ ਜਨਕ ਦੇ ਰਾਜ ਦੇ ਵਿੱਚ। ਉਸ ਦੀ ਕਥਾ ਹੈ ਕਿ ਜਦੋਂ ਉਹ ਰਾਜੇ ਜਨਕ ਨੂੰ ਦੇਖਦੀ ਸੀ, ਰਾਜੇ ਜਨਕ ਦੇ ਉੱਪਰ ਮੋਹ ਤੋਂ ਬੜੀ ਹੁੰਦੀ ਸੀ। ਰਾਜੇ ਜਨਕ ਨੂੰ ਦੇਖ ਕਰਕੇ ਬੜਾ ਉਹ ਮਨ ਵਿੱਚ ਉਹਦੇ ਮੈਲ ਭਰਦੀ ਸੀ। ਇੱਕ ਵਾਰੀ ਨਗਰ ਦੇ ਵਿੱਚ ਉਸ ਨੇ ਇੱਕ ਬਹੁਤ ਸੋਹਣੇ ਸੁਨੱਖੇ ਨੌਜਵਾਨ ਨੂੰ ਦੇਖਿਆ। ਬੜਾ ਨੌਜਵਾਨ ਸੋਹਣਾ ਸੁਨੱਖਾ ਸੀ। ਉਹ ਜਿਹੜੀ ਵੇਸਵਾ ਸੀ ਨਾ ਪਿੰਗਲਾ, ਸਾਰੀ ਰਾਤ ਉਸ ਨੌਜਵਾਨ ਬਾਰੇ ਸੋਚਦੀ ਰਹੀ ਕਿ ਇਹ ਮੇਰੇ ਨਾਲ ਆ ਕਰ ਵਿਵਚਾਰ ਕਰੇ, ਇਹ ਮੇਰੇ ਕੋਲ ਆਵੇ, ਕਿਤੇ ਮੇਰੀ
ਮੇਰੇ ਹਮ ਬਿਸਤਰ ਹੋਵੇ। ਸਾਰੀ ਰਾਤ ਉਹਦੇ ਵਾਸਤੇ ਸੋਚਦੀ ਰਹੀ। ਜਦੋਂ ਸਵੇਰ ਹੋਈ ਤੇ ਰਾਜੇ ਜਨਕ ਦੇ ਕੋਲ ਕਿ ਰਾਜਾ ਜਨਕ ਰਿਸ਼ੀਆਂ ਮੁਨੀਆਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਸੀ ਕਿ ਆਪਾਂ ਦੁਨੀਆ ਦੇ ਪਦਾਰਥਾਂ ਦੇ ਨਾਲ, ਦੁਨੀਆ ਦੇ ਰਸਾਂ ਕਸਾਂ ਦੇ ਨਾਲ ਬੜਾ ਪ੍ਰੇਮ ਰੱਖਦੇ ਹਾਂ, ਇੰਨਾ ਹੀ ਪਿਆਰ ਕਿਤੇ ਆਪਾਂ ਪਰਮਾਤਮਾ ਦੇ ਨਾਲ ਰੱਖੀ ਤੇ ਪਰਮਾਤਮਾ ਸਾਨੂੰ ਮਿਲ ਸਕਦਾ। ਉਹ ਗੱਲ ਸੁਣ ਕੇ ਉਸ ਵੇਸਵਾ ਨੂੰ ਬੜੀ ਚੋਟ ਲੱਗੀ ਕਿ ਸਾਰੀ ਰਾਤ ਮੈਂ ਵਿਵਚਾਰ ਕਰਨ ਵਾਸਤੇ ਸੋਚਦੀ ਰਹੀ। ਉਸ ਦੀ ਇੱਛਾ ਮਨ ਵਿੱਚ ਧਾਰਨ ਕਰਕੇ ਬੈਠੀ ਰਹੀ। ਜੇ ਉਹੀ ਇੱਛਾ ਜੇ ਮੈਂ ਪਰਮਾਤਮਾ ਦੇ ਨਾਲ ਲਾਈ ਹੁੰਦੀ ਤੇ ਪਰਮਾਤਮਾ ਮੈਨੂੰ ਇੱਕੋ ਰਾਤ ਵਿੱਚ ਮਿਲ ਜਾਣਾ ਸੀ। ਇੱਕੋ ਰਾਤ ਵਿੱਚ ਉਹ ਵਿਰਾਗਮਈ ਹੋ ਗਈ, ਸਾਰੇ ਗਲਤ ਕਰਮ ਛੱਡ ਦਿੱਤੇ ਤੇ ਪਿੰਗਲਾ ਨੇ ਉਸ ਦਿਨ ਤੋਂ ਭਗਤੀ ਕਰਨੀ ਛੱਡ ਦਿੱਤੀ ਤੇ ਉਹ ਪਰਮਾਤਮਾ ਦੀ ਐਸੀ ਭਗਤੀ ਬਣ ਗਈ ਤੇ ਉਹ ਮੁਕਤ ਹੋ ਗਈ। ਅਜਾਮਲ ਪਿੰਗਲਾ ਲੁਬਤ, ਲੁਬਤ ਦਾ ਅਰਥ ਹੁੰਦਾ ਇੱਕ ਬਦਕ, ਸ਼ਿਕਾਰੀ ਬੰਦਾ। ਉਸਨੇ ਸ਼ਿਕਾਰ ਕੀਤਾ ਕਿਸੇ ਜਾਨਵਰ ਦਾ ਤੇ ਰਿਸ਼ੀ ਬੈਠਾ ਸੀ ਚੰਦਰਕ ਮੁਨੀ ਜੰਗਲ ਦੇ ਵਿੱਚ। ਉਸਨੇ ਰਿਸ਼ੀ ਚੰਦਰਕ ਮੁਨੀ ਦੇ ਸਾਹਮਣੇ ਉਹ ਸ਼ਿਕਾਰ ਰੱਖਿਆ। ਕਹਿਣ ਲੱਗਾ, ਰਿਸ਼ੀ ਜੀ ਮੈਂ ਮੰਨਤ ਮੰਗੀ ਸੀ, ਮੈਂ ਤੁਹਾਡੇ ਅੱਗੇ ਮੱਥਾ ਟੇਕ ਕੇ ਗਿਆ ਸੀ, ਜੇ ਮੈਨੂੰ ਅੱਜ ਸ਼ਿਕਾਰ ਮਿਲ ਜਾਵੇ ਤੇ ਉਹਦੇ ਵਿੱਚੋਂ ਅੱਧਾ ਹਿੱਸਾ ਤੁਹਾਡਾ। ਰਿਸ਼ੀ ਕਹਿਣ ਲੱਗਾ, ਤੂੰ ਸਾਨੂੰ ਕਿਹੋ ਜਿਹੀ ਮੰਨਤਾਂ ਮੰਨਦਾ ਹੈ? ਅਸੀਂ ਇਸ ਕੰਮ ਵਾਸਤੇ ਭਗਤੀ ਕਰਦੇ ਹਾਂ, ਤੁਹਾਡੀਆਂ ਇਹ ਗਲਤ ਮੰਗਾਂ ਪੂਰੀਆਂ ਕਰੀ ਜਾਈਏ। ਜਾਂ ਮੈਂ ਤੈਨੂੰ ਸ਼ਰਾਪ ਦਿੰਦਾ ਕਿ ਤੂੰ ਇਹਦੀ ਜੂਨ ਭੁਗਤੇਂਗਾ। ਉਸ ਸ਼ਿਕਾਰੀ ਨੇ ਹੱਥ ਜੋੜੇ, ਕਹਿਣ ਲੱਗੇ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ ਹੈ। ਉਹ ਕਹਿਣ ਲੱਗੇ ਮਾਫ ਤੈਨੂੰ ਤਾਂ ਕਰਾਂਗਾ ਜੇ ਤੂੰ ਇੱਕ ਮੈਨੂੰ ਚਤੁਰਭੁਜੀ ਪੰਛੀ ਲੈ ਕੇ ਆਵੇਂਗਾ। ਹੁਣ ਚਤੁਰਭੁਜੀ ਪੰਛੀ ਦਾ ਕੋਈ ਨਹੀਂ ਹੁੰਦਾ, ਪੰਛੀਆਂ ਦੇ ਦੋ ਲੱਤਾਂ ਹੁੰਦੀਆਂ, ਚਾਰ ਨਹੀਂ ਹੁੰਦੀਆਂ। ਚਾਰ ਲੱਤਾਂ ਵਾਲਾ ਜਾਨਵਰ ਤਾਂ ਹੋ ਸਕਦਾ, ਪੰਛੀ ਨਹੀਂ ਹੋ ਸਕਦਾ। ਚੰਦਰਕ ਮੁਨੀ ਕਹਿਣ ਲੱਗਾ, ਜਾ ਕੇ ਚਤੁਰਭੁਜੀ ਪੰਛੀ ਲੈ ਕੇ ਆ, ਫਿਰ ਤੈਨੂੰ ਮਾਫ ਕਰਾਂਗਾ। ਉਸ ਸ਼ਿਕਾਰੀ ਨੇ ਬੰਦਗੀ ਕੀਤੀ, ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗਾ, ਪਰਮਾਤਮਾ ਮੈਨੂੰ ਮਾਫ ਕਰ ਦੇ, ਅੱਜ ਤੋਂ ਬਾਅਦ ਮੈਂ ਸ਼ਿਕਾਰ ਕਰਨਾ ਛੱਡ ਦੇਵਾਂਗਾ। ਅੱਜ ਤੋਂ ਬਾਅਦ ਮੈਂ ਕਦੇ ਵੀ ਗਲਤ ਨਹੀਂ ਕਰਾਂਗਾ, ਕਿਸੇ ਜੀਵ ਨੂੰ ਨਹੀਂ ਮਾਰਾਂਗਾ, ਪਰ ਮੈਨੂੰ ਇੰਜ ਕਰ, ਤੂੰ ਮੈਨੂੰ ਚਤੁਰਭੁਜੀ ਪੰਛੀ ਦਿਖਾ ਦੇ ਕਿਤੇ, ਬਸ ਮੈਂ ਦਿਖਾ ਕੇ ਰਿਸ਼ੀ ਨੂੰ ਇਸ ਸ਼ਰਾਬ ਤੋਂ ਮੁਕਤ ਹੋ ਜਾਵਾਂਗਾ। ਉਸਨੇ ਐਸੀ ਬੰਦਗੀ ਕੀਤੀ, ਐਸੀ ਭਗਤੀ ਕੀਤੀ ਤੇ ਪਰਮਾਤਮਾ ਨੂੰ ਚਤੁਰਭੁਜੀ ਪੰਛੀ ਦਾ ਰੂਪ ਧਾਰਨ ਕਰਕੇ ਆਣਾ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਨੂੰ ਫੜਿਆ, ਉਹ ਇੱਕ ਝਾੜੀਆਂ ਵਿੱਚ ਫਸਿਆ ਹੋਇਆ ਸੀ ਪੰਛੀ। ਉਸ ਨੂੰ ਝਾੜੀਆਂ ਵਿੱਚੋਂ ਕੱਢ ਕਰਕੇ ਉਸ ਨੂੰ ਚੰਦਰਕ ਮੁਨੀ ਦੇ ਸਾਹਮਣੇ ਲੈ ਕੇ ਗਿਆ ਤੇ ਚੰਦਰਕ ਮੁਨੀ ਬੜਾ ਹੈਰਾਨ ਹੋਇਆ। ਕਹਿੰਦੇ ਇਹੋ ਜਿਹਾ ਪੰਛੀ ਕੋਈ ਨਹੀਂ ਹੁੰਦਾ, ਚਾਰ ਬਾਹਾਂ ਵਾਲਾ ਕੋਈ ਪੰਛੀ ਨਹੀਂ ਹੁੰਦਾ, ਕਿੱਥੋਂ ਲੈ ਕੇ ਆਇਆ? ਜਦੋਂ ਉਸਨੇ ਅੰਤਰ ਧਿਆਨ ਹੋ ਕਰਕੇ ਦੇਖਿਆ ਕਿ ਉਹ ਤਾਂ ਪਰਮਾਤਮਾ ਆਪ ਆਇਆ ਹੈ। ਕਹਿਣ ਲੱਗੇ, ਐ ਸ਼ਿਕਾਰੀ, ਐ ਬਦਕ, ਤੂੰ ਧਨ ਹੈ, ਤੂੰ ਮੇਰੇ ਤੋਂ ਪਹਿਲਾਂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਤੇਰੀ ਬੰਦਗੀ ਸਫਲ ਹੋਈ ਹੈ। ਬੰਦਗੀ ਕਰਕੇ ਰਵਿਦਾਸ ਮਹਾਰਾਜ ਕਹਿੰਦੇ ਅਜਾਮਲ ਤਰ ਗਿਆ, ਪਿੰਗਲਾ ਤਰ ਗਈ, ਉਹ ਬਦਕ, ਉਹ ਸ਼ਿਕਾਰੀ ਤਰ ਗਿਆ। ਫਿਰ ਕੁੰਚਰ ਦੀ ਹਾਥੀ ਦੀ ਗੱਲ ਆਪਾਂ ਬੜੀ ਵਾਰ ਸੁਣੀ ਹੈ ਕਿ ਤਲਾਬ ਵਿੱਚ ਡੁੱਬਦਾ ਪਿਆ ਸੀ, ਥੱਲੋਂ ਤੇਂਦੂਏ ਨੇ ਉਹਨੂੰ ਜਕੜਿਆ ਹੋਇਆ, ਇੱਕ ਕਮਲ ਦਾ ਫੁੱਲ ਤੈਰਿਆ ਆ ਰਿਹਾ ਸੀ। ਉਸ ਨੂੰ ਸੁੰਡ ਵਿੱਚ ਪਕੜ ਕਰਕੇ ਹਾਥੀ ਨੇ ਪੁਕਾਰ ਕੀਤੀ, ਹੈ ਪ੍ਰਮਾਤਮਾ, ਜੇ ਤੂੰ ਕਿਤੇ ਹੈ ਤੇ ਅੱਜ ਮੈਨੂੰ ਬਚਾ ਲੈ, ਮੈਂ ਸਮਝ ਲਵਾਂਗਾ ਕਿ ਤੂੰ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ, ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ। ਤੇ ਪ੍ਰਮਾਤਮਾ ਨੇ ਐਸਾ ਚੱਕਰ ਚਲਾਇਆ, ਐਸੀ ਕਿਰਪਾ ਕੀਤੀ ਤੇ ਉਹ ਤੰਦੂਏ ਦੀਆਂ ਲੱਤਾਂ, ਉਹਦੀਆਂ ਬਾਹਾਂ, ਉਹਦਾ ਜੰਜਾਲ ਬਣਿਆ ਸੀ, ਟੁੱਟ ਗਿਆ ਤੇ ਹਾਥੀ ਮੁਕਤ ਹੋ ਗਿਆ। ਹਾਥੀ ਬਾਹਰ ਆ ਕੇ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਗੁਰੂ ਤੇਗ ਬਹਾਦਰ ਮਹਾਰਾਜ ਵੀ ਕਹਿੰਦੇ ਹਨ, ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਹਾਥੀ ਨੂੰ ਕਿਹੜੀ ਪੂਜਾ ਆਂਦੀ ਸੀ ਕਰਨੀ, ਹਾਥੀ ਨੇ ਕਿਹੜਾ ਦਾਨ ਪੁੰਨ ਕਰਨਾ ਆਂਦਾ ਸੀ? ਉਹ ਇੱਕ ਨਿਮਖ ਵਿੱਚ ਮੁਕਤ ਹੋ ਗਿਆ ਮੌਤ ਤੋਂ, ਇੱਕ ਨਿਮਖ ਵਿੱਚ ਉਸ ਤੇਂਦੂਏ ਤੋਂ ਬਚ ਗਿਆ। ਇਸ ਕਰਕੇ ਰਵਿਦਾਸ ਮਹਾਰਾਜ ਉਹਨਾਂ ਚੀਜ਼ਾਂ ਦੀ ਉਦਾਹਰਨ ਦਿੰਦੇ ਹੋਏ ਕਹਿੰਦੇ ਹਨ, ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ। ਇਹ ਸਾਰੇ ਪ੍ਰਮਾਤਮਾ ਨੂੰ ਪ੍ਰਾਪਤ ਹੋਏ, ਸਾਰੇ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ। ਤੇ ਕਹਿੰਦੇ ਹਨ, ਐਸੇ ਦੁਰਮਤ ਨਿਸਤਰੇ, ਇਹੋ ਜਿਹੇ ਮਾੜੀ ਮੱਤ ਵਾਲੇ। ਅਜਾਮਲ ਵੇਸਵਾ ਗਮਨੀ, ਪਿੰਗਲਾ ਉਹ ਆਪ ਵੇਸਵਾ ਸੀ। ਫਿਰ ਉਹ ਜਿਹੜਾ ਆਜ਼ਾਦ ਸੁਆਨ ਸੱਤਰ ਜਿਹੜਾ ਸੀ, ਬਾਲਮੀਕ ਜੀ ਨੂੰ ਕਹਿੰਦੇ ਹਨ। ਫਿਰ ਲੁਬਤ ਬਦਕ ਜਿਹੜਾ ਸ਼ਿਕਾਰੀ ਸੀ, ਕੁੰਚਰ, ਇਹ ਸਾਰੇ ਜਿਹੜੇ ਸਨ ਐਸੇ ਦੁਰਮਤ ਨਿਸਤਰੇ। ਸਾਰਿਆਂ ਦਾ ਭਲਾ ਹੋ ਗਿਆ ਕਿਸ ਦੇ ਕਰਕੇ? ਜਿਨ੍ਹਾਂ ਨੇ ਨਿਮਖ ਮਾਤਰ ਸਿਰਫ 2 ਮਿੰਟ ਵਾਸਤੇ ਬੰਦਗੀ ਕੀਤੀ।
ਸਿਰਫ ਤੇ ਮਹਾਰਾਜ ਜੀ ਦੀ ਬਾਣੀ ਵਿੱਚ ਆਂਦਾ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰ। ਇਹਦੀ ਵਿਚਾਰ ਕਿਤੇ ਆਪਾਂ ਕਰਾਂਗੇ। ਐਸਾ ਇੱਕ ਵਕਾਰੀ ਸੀ, ਕਾਮ ਦੇ ਵਸ ਹੋ ਕਰਕੇ ਉਸਨੇ ਭਗਤੀ ਕੀਤੀ ਤੇ ਪ੍ਰਮਾਤਮਾ ਨੇ ਉਹਦਾ ਵੀ ਭਲਾ ਕੀਤਾ। ਮਹਾਰਾਜ ਜੀ ਕਹਿੰਦੇ ਹਨ ਨਿਸ਼ਚਾ ਪ੍ਰਮਾਤਮਾ ਦੇ ਚਰਨਾਂ ਵਿੱਚ ਜਿਨ੍ਹਾਂ ਦਾ ਲੱਗ ਜਾਂਦਾ ਹੈ ਨਾ, ਉਹਨਾਂ ਦੇ ਮਾੜੇ ਕਰਮ ਆਪਣੇ ਆਪ ਪ੍ਰਮਾਤਮਾ ਜੀ ਖਤਮ ਕਰ ਦਿੰਦੇ ਹਨ। ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ। हे रविदास, हे भाई, हे गुरमुख जनों, हे दुनिया के लोगों, बड़े बड़े पापियां का आधार हो गया बंदगी करके भगती करके, थोड़ा क्यों नहीं भला होगा। असी तो फिर भी इंसान हाँ, असी तो कोई वेसवा गमनी नहीं। रविदास महाराज कहते मैं वेसवा गमनी नहीं, मैं वेसवा नहीं, मैं शिकारी नहीं, मैं कुंचर नहीं, मैं हाथी नहीं, मैं तो किसी का माड़ा सोचता तक नहीं, मैं किसी का शिकार नहीं करता। जे वो एडे वड्डे शिकारी लोग माड़ी मत वाले तर सकते हैं, हे परमात्मा मैं तो किसी को माड़ा चंगा कहता नहीं, मेरा भला किवें नहीं होवेगा। इस करके रविदास महाराज कहते सब तो सर्वोत्तम दात जिहड़ी है ना परमात्मा की बंदगी है, परमात्मा की भगती है। उस भगती नूं परमात्मा ने मेरे हिरदे विच वसाया, मेरी झोली विच पाया। हे भाई दुनिया वालिओ, परमात्मा की भगती करिए, परमात्मा का नाम जपीए, क्योंकि ये जीवन सानू बंदगी करने वास्ते मिली है, होर काम वास्ते नहीं। इस जीवन दे विच जो आपां कर्म बीजांगे सानू दरगाह विच ओहदा फल मिलेगा। ओहदा फल फलीभूत हो करके सानू नरकां तो बचावेगा, जन्म मरण के गेड़ तो बचावेगा, जमा की मार तो बचावेगा, ते सानू आण जाण दे चक्करां तो मुक्त करके परमात्मा विच परमात्मा के चरनां विच सानू मिला देवेगा। सतगुरु जी कृपा करन, बख्शिश करन, रहमत करन, सबनां नूं चढ़दी कला तंदुरुस्ती बख्शिश करन। नानक नाम चढ़दी कला तेरे पाणे सरबत दा भला। आओ हुण आनंद साहब दा जाप उपरंत खिमा ते जा चुका।